गुरु प्यारे साध संगत जीओ साज जाओ प्रेम नाल गुरु साहब जी की लड़ीवार कथा सरवण करो जी। सतनाम श्री वाहिगुरु साहिब जी। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच। चक्र चिहन अर बरन जात अर पात नहन जिह रूप रंग अर रेख पेख पू कह ना सकत किह। अचल मूरत अनपहो प्रकाश अमितोज कहजै कोट इंद्र इंद्राण साहि सहान गणिजै त्रिभुवन महीप सुर नर असुर नेत नेत बन तृण कहत सर्व नाम कथ कवन कर्म नाम बरनत सुमत। दंडाउत बंदन अनक बार सर्व कला समरथ डोलन ते राखो प्रभु नानक दे कर हाथ। ताओ कृपा ते मार्ग पाइयै प्रभ कृपा ते नाम ध्याइयै प्रभ कृपा ते बंधन छुटै ताओ कृपा ते हउमै टुटै। सतगुर दर्शन अगन निवारी सतगुर भेटत हउमै मारी। सतगुर संग नाहि मन डोलै अमृत बाणी गुरमुख बोलै। अमृत बाणी हर हर तेरी सुन सुन होवै परम गत मेरी। जलन बुझी शीतल होए मनुआ सतगुर का दर्शन पाई जियो। दीदने दीदार साहिब कश नहीं इसका मोल। पाक परवदगार तू खुद खसम वड्डा अतोल। सुन यार हमारे सज्जन एक करो बेनंतिया। तिस मोहन लाल प्यारी हाओ फिराओ खोजंतिया।
ਤਿਸ ਦਸ ਪਿਆਰੀ ਸਿਰ ਧਰੀ ਉਤਾਰੀ ਇਕ ਭੂਰੀ ਦਰਸ਼ਨ ਦੀਜੈ नैन हमारी प्रिय रंग रंगारी एक खिन पी ना तीरीजै प्रभ स्यो मन लीना ज्यो जल मीना चात्रिक जिवै तसंतिया जन नानक गुर पूरा पाया सगली तिखा बुझंतिया अम्य दृष्ट शुभ कर हर अग पाप सकल मल काम क्रोध अर लोभ मोह वास कर सब बल सदा सुख मन वसै दुख संसार खोवै गुर नव निध दरियाऊ जन्म हम कालख धोवै सो कहो टल गुर सेवियै अहनिस सहज सुभाई दर्शन परसै गुरु कै जन्म मरण दुख जाई बेसुमार अथाह अगनत अतोला ज्यो बुलावहु त्यो नानक दास बोला ज्यो बुलावहु त्यो नानक दास बोला सतनाम श्री वाहिगुरु साहिब जी मन पर बोधा हो हर का नाए दह दिस धावत आवा ठाए मन पर बोधा हो हर का नाए दह दिस धावत आवा ठाए ताका बिघन न लागा कोई जाका हृदय साहर सोए कल ताती ठंडा हर नाओ सिमर सिमर सदा सुख पाओ कहो बिनसा पूरन होए आस भगत पाए आत्म परगास तित घर जाय बसा अविनाशी कहो नानक काटी जाम फांसी तित घर जाय बसा अविनाशी कहो नानक काटी जाम फांसी वाहिगुरु जी का खालसा वाहिगुरु जी की फतेह। पतत पावन भगत वशल करुणा निधान वालिये कुल आलम नूरे कायनात चोजी प्रीतम शमशेर बहादुर चिट्टियां बाजां वाले सरबंस दानी नीले दे शाह असवार अमृत के दाते आपे गुरचेला
ਤਖਤਾਂ ਵਾਲੇ, ਤਾਜਾਂ ਵਾਲੇ, ਫੌਜਾਂ ਵਾਲੇ, ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀਆਂ ਪਿਆਰੀਆਂ ਸੰਗਤਾਂ ਦੇ ਉੱਪਰ ਨਜ਼ਰੇ ਅਨਾਇਤ ਕਰਦਿਆਂ ਹੋਇਆਂ ਆਪਣੇ ਪਾਵਨ ਸਤਜੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਪਾਵਨ ਸੁਖ ਦੇ ਦਰਸ਼ਨ ਦੀਦਾਰ ਮੇਲੇ, ਦਸਾਂ ਪਾਤਸ਼ਾਹੀਆਂ ਜੀ ਦੀ ਪਾਵਨ ਆਤਮਿਕ ਜੋਤ, ਗੁਰਤਾ ਗੱਦੀ ਤੇ ਸੁਭਾਈਮਾਨ ਤਖਤ ਚਵਰ ਛਤਰ ਸਿੰਘਾਸਨ ਕੇ ਮਾਲਿਕ, ਬਾਣੀ ਕੇ ਬੋਹਿਤ ਨਾਮ ਕੇ ਜਹਾਜ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਪਾਕ ਮੁਕੱਦਸ ਸਤ ਸੰਗਤ ਰੂਪੀ ਗੋਦ ਦੇ ਸਮੇਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ। ਵੱਡਿਆਂ ਭਾਗਾਂ ਵਾਲਿਆਂ ਨੇ, ਨੇਮ ਵਾਲਿਆਂ ਨੇ, ਪ੍ਰੇਮ ਵਾਲਿਆਂ ਨੇ ਦੂਰੋਂ ਨੇੜਿਓਂ ਚੱਲ ਕੇ ਆ ਕੇ ਗੁਰ ਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਕੇ ਪਾਵਨ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮ ਰਸ ਆਤਮ ਆਨੰਦ ਨੂੰ ਮਾਣ ਕਰਕੇ ਲਾਹੇ ਪ੍ਰਾਪਤ ਕੀਤੇ ਨੇ। ਸਤਿਗੁਰੂ ਸਾਹਿਬ ਜੀ ਦੇ ਸੱਚਖੰਡ ਦਰਬਾਰ ਦੀ ਰੋਜ਼ਾਨਾ ਦੀ ਮਰਿਆਦਾ ਦੇ ਅਨੁਸਾਰ ਸਾਧ ਸੰਗਤ ਜੀ ਵੇਲਾ ਹੋਇਆ ਹੈ ਸਤਿਗੁਰੂ ਜੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰਨੇ ਦਾ। ਜਿਵੇਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਅੰਮ੍ਰਿਤ ਬਾਣੀ ਦੁਆਰਾ ਅੰਮ੍ਰਿਤ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ ਦਾ ਯਤਨ ਕਰੀਏ ਜੀ। ਰਸਨਾ ਦੀ ਪਵਿੱਤਰਤਾ ਅਤੇ ਹਿਰਦੇ ਦੀ ਇਕਾਗਰਤਾ ਦੇ ਵਾਸਤੇ ਸਤਿਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਨਾਮ ਸਹਿਤ ਪਿਆਰ ਦੇ ਉਚਾਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਨ ਪਰ ਬੋਧਾ ਹੋ ਹਰ ਕਾ ਨਾਏ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਜਵੇਂ ਸਤਿਗੁਰੂ ਪਾਵਨ ਅੰਮ੍ਰਿਤਮਈ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਗਰੀਬ ਨਿਵਾਜ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਸ੍ਰੀ ਰਾਮਸਰ ਸਾਹਿਬ ਸਰੋਵਰ ਬਣਵਾ ਕਰਕੇ ਤੇ ਇਸ ਦੇ ਕਿਨਾਰੇ ਤੇ ਸੱਜ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੀ ਰਚਨਾ ਕਰ ਰਹੇ ਨੇ, ਉਚਾਰਨ ਕਰ ਰਹੇ ਨੇ ਤੇ ਬੇਨਤੀ ਕਰਨੀ ਕੀਤੀ ਹੈ ਸਿੱਖਾਂ ਨੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਮਨ ਹੈ ਬੜੀ ਕੁਚਾਲੇ ਚੱਲਣ ਵਾਲਾ ਹੈ। ਇਹ ਸਿੱਧੇ ਰਸਤੇ ਤੇ ਗਿਆਨ ਵੈਰਾਗ ਦੇ ਰਸਤੇ ਤੇ ਪ੍ਰੇਮਾ ਭਗਤੀ ਦੇ ਮਾਰਗ ਤੇ ਚੱਲਦਾ ਹੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਦਸਾਂ ਹੀ ਦਿਸ਼ਾਵਾਂ ਦੇ ਅੰਦਰ ਲੋਭ ਦਾ ਮਾਰਿਆ ਹੋਇਆ ਭੱਜਾ ਫਿਰਦਾ ਹੈ, ਵਿਕਾਰੀ ਹੋਇਆ ਰੂਪ ਦੇ ਪਿੱਛੇ ਭੱਜਦਾ ਹੈ, ਲੋਭੀ ਹੋਇਆ ਧਨ ਦੇ ਪਿੱਛੇ ਭੱਜਦਾ ਹੈ। ਗਰੀਬ ਨਿਵਾਜ ਸਤਿਗੁਰੂ ਜੀ ਇਸ ਮਨ ਨੂੰ ਠਹਿਰਾਓ ਕਿਵੇਂ ਆਵੇ, ਇਸ ਮਨ ਨੂੰ ਟਿਕਾਇਆ ਕਿਵੇਂ ਆਵੇਗਾ। ਤੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਇਹ ਪਿਆਰਿਓ ਗੁਰਸਿੱਖੋ ਜਿਹੜਾ ਮਨ ਹੈ ਨਾ ਇਸ ਨੂੰ ਪ੍ਰਬੁੱਧ ਹੋ ਸਮਝਾਵਣਾ ਕਰੋ ਹਰ ਕੈ ਨਾਏ। ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੁਆਰਾ ਸ਼ੁਭ ਸਿੱਖਿਆ ਦੇ ਕਰਕੇ ਇਸ ਨੂੰ ਸਮਝਾਵਣਾ ਕਰੋ, ਮਨ ਨੂੰ ਸਹਿਤ ਗਿਆਨ ਦੇ ਕਰਨਾ ਕਰੋ। ਬੋਧ ਨਾਮ ਗਿਆਨ ਦਾ ਹੈ ਤੇ ਪ੍ਰਬੋਧ ਵਿਸ਼ੇਸ਼ ਕਰਕੇ ਗਿਆਨ ਆਤਮ ਗਿਆਨ ਵਾਹਿਗੁਰੂ ਜੀ ਦੇ ਸਰੂਪ ਦਾ ਗਿਆਨ, ਗੁਰਬਾਣੀ ਦੁਆਰਾ ਵਾਹਿਗੁਰੂ ਜੀ ਦੇ ਸਰੂਪ ਦਾ ਇਸ ਨੂੰ ਗਿਆਨ ਬਖਸ਼ਿਸ਼ ਕਰਨਾ ਕਰੋ। ਵਾਹਿਗੁਰੂ ਜੀ ਦੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਇਸ ਨੂੰ ਜਣਾਵਣੀਆਂ ਕਰੋ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿਰਾਈ ਤਾਸਿਓ ਪ੍ਰੀਤ। ਇਸ ਪ੍ਰਕਾਰ ਸਮਝਾਵਣਾ ਕਰੋ ਭਾਈ, ਜਿਹੜਾ ਵਾਹਿਗੁਰੂ ਤੇਰੇ ਅੰਗ ਸੰਗ ਸਦਾ ਸਹਾਇਤਾ ਕਰਨੇ ਵਾਲਾ ਉਹ ਤੈਨੂੰ ਚਿੱਤ ਦੇ ਵਿੱਚ ਯਾਦ ਕਿਉਂ ਨਹੀਂ ਆਉਂਦਾ। ਜੋ ਤੇਰੇ ਵੈਰੀ ਨੇ ਵਿਕਾਰ ਇਤਿਆਦਿਕ ਉਹਨਾਂ ਨੂੰ ਤੂੰ ਚਿੱਤ ਦੇ ਵਿੱਚ ਵਸਾਈ ਬੈਠਾ ਹੈ। ਇਵੇਂ ਆਪਣੇ ਮਨ ਨੂੰ ਪ੍ਰੇਮਾ ਭਗਤੀ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦੁਆਰਾ ਸਹਿਤ ਗਿਆਨ ਦੇ ਕਰਨਾ ਕਰੋ। ਗੁਰ ਉਪਦੇਸ਼ ਦੇ ਨਾਲ ਇਸ ਨੂੰ ਸਮਝਾਵਣਾ ਕਰੋ। ਦਹ ਦਿਸ ਧਾਵਤ ਆਵੈ ਠਾਏ। ਜਿਹੜਾ ਦਸਾਂ ਹੀ ਦਿਸ਼ਾਵਾਂ ਵਾਲੇ ਸੰਸਾਰ ਦੇ ਅੰਦਰ ਭਰਮਦਾ ਫਿਰਦਾ ਹੈ, ਭੱਜਾ ਫਿਰਦਾ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ। ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾ ਭਾਲੇ। ਜੇ ਮਾਇਆ ਇਤਿਆਦਿਕ ਪਦਾਰਥਾਂ ਦੀ ਪ੍ਰਾਪਤੀ ਹੋ ਜਾਵੇ, ਇਵੇਂ ਖੁਸ਼ੀ ਦੇ ਅੰਦਰ ਉਤਸ਼ਾਹ ਕਰਦਾ, ਮਾਨੋ ਆਕਾਸ਼ਾਂ ਦੀਆਂ ਅਡਾਰੀਆਂ ਲਾਉਂਦਾ ਹੈ। ਜੇ ਕਿਧਰੇ ਨੁਕਸਾਨ ਹੋ ਜਾਵੇ, ਕਿਸੇ ਦਾ ਵਿਛੋੜਾ ਪੈ ਜਾਵੇ, ਸੁਰਤ ਇੰਨੀ ਨੀਵੀਂ ਕਰ ਲੈਂਦਾ, ਮਾਨੋ ਸਤਵੇਂ ਪਾਤਾਲ ਵਿੱਚ ਹੀ ਧਸ ਜਾਂਦਾ ਹੈ।
ਇਹ ਜਿਹੜਾ ਲੋਭੀ ਜੀੜਾ ਮਨ ਹੈ ਨਾ, ਥਿਰ ਨਹੀਂ ਰਹਿੰਦਾ। ਪਰ ਜਿਸ ਵੇਲੇ ਸਤਿਗੁਰੂ ਜੀ ਦੇ ਬਖਸ਼ੇ ਹੋਏ ਉਪਦੇਸ਼ ਦੁਆਰਾ ਹਰੀ ਨਾਮ ਰਾਹੀਂ ਇਸ ਨੂੰ ਗਿਆਨ ਕਰਵਾਵਣਾ ਕਰੋਗੇ ਨਾ, ਤੇ ਦਸਾਂ ਹੀ ਦਿਸ਼ਾਵਾਂ ਦੇ ਵਿੱਚ ਜਿਹੜਾ ਧਾ ਕਰਕੇ ਦੌੜਾ ਭੱਜਾ ਫਿਰਦਾ ਹੈ ਮਨ, ਉਹ ਠਾਏ ਟਿਕਾਣੇ ਆ ਜਾਵੇਗਾ। ਇਸੇ ਪ੍ਰਕਾਰ ਸਾਧ ਸੰਗਤ ਜੀ, 10 ਨੇ 5 ਕਰਮ ਇੰਦਰੇ, 5 ਗਿਆਨ ਇੰਦਰੇ। ਕਰਮ ਇੰਦਰੀਆਂ ਗਿਆਨ ਇੰਦਰੀਆਂ ਦੇ ਵਿਸ਼ੇ ਭੋਗਾਂ ਦੇ ਵਿੱਚ ਲੱਗ ਕਰਕੇ ਜਿਹੜਾ ਮਨ ਸਦਾ ਹੀ ਭੱਜਾ ਫਿਰਦਾ, ਠਹਿਰਦਾ ਨਹੀਂ, ਟਿਕਾਏਮਾਨ ਨਹੀਂ ਹੁੰਦਾ, ਸਥਿਤ ਨਹੀਂ ਹੁੰਦਾ, ਸਥਿਰ ਨਹੀਂ ਹੁੰਦਾ, ਸਦਾ ਚਲਾਏਮਾਨ ਰਹਿੰਦਾ ਹੈ। ਜਿਸ ਵੇਲੇ ਵਾਹਿਗੁਰੂ ਜੀ ਦੇ ਨਾਮ ਦੁਆਰਾ ਤਿਸ ਨੂੰ ਪ੍ਰਬੋਧਨਾ ਕਰੋਗੇ, ਗਿਆਨ ਦੇਣਾ ਕਰੋਗੇ, ਫਿਰ ਸਰੂਪ ਰੂਪ ਥਾਂ ਦੇ ਵਿੱਚ ਆ ਕਰਕੇ ਟਿਕ ਜਾਵੇਗਾ। ਤਾ ਕਉ ਬਿਘਨ ਨ ਲਾਗਾ ਕੋਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਦੁਨੀਆ ਦੇ ਕਾਰਜ ਵਿਹਾਰ ਕਰਦਿਆਂ ਵੀ ਬਹੁਤ ਸਾਰੇ ਵਿਘਨ ਆ ਕੇ ਲੱਗਦੇ ਨੇ। ਹਜ਼ੂਰ ਫਰਮਾਉਂਦੇ ਨੇ, ਭਾਈ ਕੋਟ ਵਿਘਨ ਤਿਸ ਲਾਗਤੇ, ਜਿਸਨੋ ਬਿਸਰੈ ਨਾਉ, ਨਾਨਕ ਅਨ ਦਿਨ ਬਿਲਪਤੇ, ਜਿਉ ਸੁਣੈ ਕਰ ਕਾਉ। ਕਰੋੜਾਂ ਹੀ ਵਿਘਨ ਆ ਕਰਕੇ ਉਸ ਨੂੰ ਲੱਗਦੇ ਨੇ ਜਿਸ ਨੂੰ ਪਰਮਾਤਮਾ ਜੀ ਦਾ, ਵਾਹਿਗੁਰੂ ਜੀ ਦਾ ਨਾਮ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ। ਐਵੇਂ ਵਿਲਕਦੇ ਨੇ, ਵਿਰਲਾਪ ਕਰਦੇ ਨੇ। ਸੋ ਇਸ ਪ੍ਰਕਾਰ ਪਦਾਰਥਾਂ ਦੇ ਪਿੱਛੇ ਉਹ ਰੋਂਦੇ ਫਿਰਦੇ ਨੇ, ਜਿਵੇਂ ਸੁੰਝੇ ਘਰ ਦੇ ਵਿੱਚ ਕਾਂ ਆ ਕਰਕੇ ਰੌਲਾ ਪਾ ਕਰਕੇ ਕਾਂ ਕਰਕੇ ਮੁੜ ਜਾਂਦਾ ਤੇ ਪ੍ਰਾਪਤੀ ਕੁਛ ਨਹੀਂ ਹੁੰਦੀ ਨਾ। ਐਵੇਂ ਜੀਵ ਇਸ ਸੰਸਾਰ ਰੂਪੀ ਘਰ ਦੇ ਵਿੱਚ ਆ ਕਰਕੇ, ਤੇ ਸੁੰਝਾ ਘਰ ਕਿਹੜਾ ਹੈ? ਸਰੀਰ, ਜਿਸ ਦੇ ਅੰਦਰ ਵਾਹਿਗੁਰੂ ਜੀ ਦਾ ਨਾਮ ਦਾ ਭੰਡਾਰਾ ਨਹੀਂ, ਨਾਮ ਦੀ ਦੌਲਤ ਨਹੀਂ, ਨਾਮ ਦਾ ਧਨ ਨਹੀਂ। ਇਸ ਪ੍ਰਕਾਰ ਜਿਵੇਂ ਸੁੰਝੇ ਘਰ ਦੇ ਵਿੱਚੋਂ ਕਾਂ ਮੁੜ ਜਾਂਦਾ ਹੈ, ਸੁੰਝੀ ਦੇ ਹੀ ਨਾਮ ਤੋਂ ਹੀਣੀ ਲੈ ਕਰਕੇ ਜਗਤ ਸੰਸਾਰ ਤੋਂ ਮੁੜ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਭਾਈ ਵਾਹਿਗੁਰੂ ਜੀ ਦਾ ਨਾਮ ਜਪਣ ਦੇ ਨਾਲ ਸਾਰੇ ਹੀ ਜਿਹੜੇ ਵਿਘਨ ਹਨ ਉਹਨਾਂ ਦਾ ਨਾਸ ਹੋ ਜਾਂਦਾ ਹੈ। ਇਸੇ ਹੀ ਪ੍ਰਕਾਰ ਤਾ ਕਉ ਬਿਘਨ ਨ ਲਾਗਾ ਕੋਏ। ਤਾ ਕਉ ਬਿਘਨ ਨ ਲਾਗਾ ਕੋਏ, ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਵੀ ਵਿਘਨ ਆ ਕਰਕੇ ਨਹੀਂ ਲੱਗਦਾ ਹੈ। ਕਿਸੇ ਪ੍ਰਕਾਰ ਦੀ ਰੁਕਾਵਟ ਉਸ ਦੇ ਕੰਮ ਕਾਜ ਇਤਿਆਦਿਕ ਦੇ ਵਿੱਚ ਨਹੀਂ ਪੈਂਦੀ ਹੈ। ਜਾ ਕਾ ਹਿਰਦਾ ਵਸਾ ਹਰ ਸੋਏ। ਜਿਸ ਪ੍ਰਾਣੀ ਦੇ ਹਿਰਦੇ ਦੇ ਅੰਦਰ ਸੋਏ ਉਹ ਸੋਭਾ ਵਾਲਾ, ਸੋਏ ਉਹ ਹਾਰੇ ਹਰੀ ਪਰਮੇਸ਼ਰ ਜੀ ਆ ਕਰਕੇ ਨਾਮ ਰੂਪ ਹੋ ਕਰਕੇ ਵਸ ਜਾਂਦੇ ਨੇ। ਜਿਸ ਦੇ ਹਿਰਦੇ ਦੇ ਵਿੱਚ ਪਰਮਾਤਮਾ ਜੀ ਦੀ ਯਾਦ ਹੈ, ਪਰਮਾਤਮਾ ਜੀ ਦਾ ਧਿਆਨ ਹੈ, ਪਰਮਾਤਮਾ ਜੀ ਦੇ ਨਾਮ ਦਾ ਸਿਮਰਨ ਹੈ, ਭਾਈ ਉਸ ਦੇ ਸਾਰੇ ਜਿਹੜੇ ਕੰਮ ਨੇ ਨਿਰਵਿਘਨ ਸੰਪੰਨ ਹੁੰਦੇ ਨੇ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬਹੁ ਨ ਚੂਰੇ। ਨਾ ਹੀ ਤੇ ਕਦੇ ਕਾਰਜਾਂ 'ਚ ਰੁਕਾਵਟ ਆਉਂਦੀ ਏ, ਤੇ ਨਾ ਹੀ ਕਿਸੇ ਪ੍ਰਕਾਰ ਤਿਸ ਨੂੰ ਝੂਰਨਾ ਹੁੰਦਾ ਹੈ। ਕਲ ਤਾਤੀ ਠਾਂਢਾ ਹਰ ਨਾਉ। ਜਿਹੜੀ ਕਾਲੇ ਕਲਯੁਗ ਦੀ ਕਿਰਿਆ ਏ ਨਾ, ਇਹ ਬੜੀ ਪਾਪ ਰੂਪ ਹੋਣੇ ਕਰਕੇ ਤੱਤੀ ਹੈ। ਠਾਂਢਾ ਹਰ ਨਾਉ, ਤੇ ਠੰਡ ਪਾਉਣ ਵਾਲਾ ਕੇਵਲ ਤਾਂ ਕੇਵਲ ਪ੍ਰਮਾਤਮਾ ਜੀ ਦਾ ਨਾਮ ਹੀ ਹੈ। ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ। ਜਿਹੜੇ ਰਾਜੇ ਨੇ ਉਹ ਕਸਾਈਆਂ ਦਾ ਰੂਪ ਧਾਰਨ ਕਰ ਚੁੱਕੇ ਨੇ, ਪਾਪਾ ਰੂਪੀ ਛੁਰੀ ਉਹਨਾਂ ਨੇ ਹੱਥ ਦੇ ਵਿੱਚ ਪਕੜੀ ਹੋਈ ਹੈ। ਜਿਹੜਾ ਧਰਮ ਹੈ ਮਾਨੋ ਖੰਭ ਲਾ ਕਰਕੇ ਕਿਧਰੇ ਉੱਡ ਹੀ ਗਿਆ ਹੈ। ਇਸ ਪ੍ਰਕਾਰ ਕੂੜ ਅਮਾਵਸ, ਜਿਹੜਾ ਝੂਠ ਹੈ ਉਹ ਤੇ ਕਾਲੀ ਬੋਲੀ ਰਾਤ ਵਾਂਗੂ ਫੈਲਿਆ ਹੋਇਆ ਹੈ। ਸੱਚ ਰੂਪੀ ਚੰਦਰਮਾ ਕਿਧਰੇ ਲੱਭਦਾ ਵੀ ਨਹੀਂ। ਇਸ ਪ੍ਰਕਾਰ ਮਾਨੋ ਸੱਚ ਦਾ ਤੇ ਕਾਲ ਹੀ ਪੈ ਗਿਆ ਹੋਇਆ ਹੈ। ਐਸਾ ਕਲਯੁਗ ਦਾ ਭਿਆਨਕ ਸਮਾਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਹਨ ਨਾ ਜੀ, ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਹੇ ਖੁਦਾਇਆ, ਹੇ ਪ੍ਰਮਾਤਮਾ ਵਾਹਿਗੁਰੂ ਜੀ, ਤੁਹਾਡਾ ਨਾਮ ਹੀ ਠੰਡ ਵਰਤਾਉਣ ਵਾਲਾ ਹੈ। ਇਹ ਜਿਹੜੀ ਦੁਨੀਆ ਹੈ ਇਹ ਤੇ ਆਤਸ, ਸੋ ਪਾਪਾਂ ਦੀ ਅੱਗ ਦੇ ਵਿੱਚ ਸੜ ਰਹੀ ਹੈ, ਬੜੀ ਤਪ ਰਹੀ ਹੈ। ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਭਾਈ ਇਹ ਕਲਯੁਗ ਦੇ ਸਮੇਂ ਦੀ ਕੁਚਾਲ ਹੈ। ਪਾਪਾਂ ਅਤੇ ਵਿਕਾਰਾਂ ਦੀ ਅੱਗ ਬੜੀ ਤਾਤੀ ਤੱਤੀ ਹੈ। ਇਸ ਕਲਯੁਗ ਦੀ ਤੱਤੀ ਵਿਕਾਰਾਂ ਦੀ ਭੱਠੀ ਦੇ ਵਿੱਚ ਜਿਹੜਾ ਸੰਸਾਰ ਸੜ ਰਿਹਾ ਹੈ, ਤੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਠੰਡ ਵਰਤਾਉਣ ਵਾਲਾ ਹੈ। ਪਰ ਤੱਕ ਵੀ ਹਿਰਦਿਆਂ ਦੇ ਅੰਦਰ ਸੀਤਲਤਾ ਬਖਸ਼ਣ ਵਾਲਾ, ਠੰਡ ਪਾਉਣ ਵਾਲਾ, ਚੰਦਨ ਚੰਦ ਨ ਸਰਦ ਰੁਤ, ਮੂਲ ਨਾ ਮਿਟਾਈ ਕਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਅਤ ਕਾਮ ਗਰਮੀ ਛਾਈ ਹੋਈ ਹੈ ਮਨਾਂ ਦੇ ਅੰਦਰ, ਕਿਸੇ ਪਦਾਰਥ ਦੇ ਨਾਲ ਹਿਰਦੇ ਦੇ ਅੰਦਰ ਸੀਤਲਤਾ ਨਹੀਂ ਵਰਤਦੀ ਹੈ। ਵਾਹਿਗੁਰੂ ਜੀ ਦਾ ਨਾਮ ਐਸੀ ਠੰਡਕ ਪਾ ਦਿੰਦਾ ਹੈ, ਜੈਸੀ ਠੰਡ ਨਾ ਤੇ ਸਿਆਲੇ ਦੀ ਰੁੱਤ ਦੀ ਹੈ, ਨਾ ਠੰਡ ਬਰਫ਼ ਦੀ ਹੈ, ਨਾ ਠੰਡ ਚੰਦਰਮਾ ਦੀ ਹੈ।
ਸਭਨਾ ਦੇ ਨਾਲੋਂ ਨਿਰਾਲੀ ਤੇ ਸ਼ਾਂਤੀਦਾਇਕ ਸੁਖ ਸਰੂਪ ਠੰਡ ਹਿਰਦੇ ਦੇ ਅੰਦਰ ਪਰਮਾਤਮਾ ਜੀ ਦਾ ਨਾਮ ਹੀ ਵਰਤਾਉਂਦਾ ਹੈ। ਸੜਦੇ ਬਲਦਾ ਸੰਸਾਰ ਪਾਪ ਦੀ ਭੱਠੀ ਬਣਿਆ ਹੋਇਆ ਸੀ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਤਨਾਮ ਦਾ ਚੱਕਰ ਫਿਰਾਇਆ। ਕੁੱਲ ਸ੍ਰਿਸ਼ਟੀ ਨੂੰ ਨਾਮ ਜਪਾ ਕਰਕੇ ਤੇ ਸਾਧ ਸੰਗਤ ਜੀ ਠੰਡ ਵਰਤਾ ਦੇਣਾ ਕੀਤੀ ਏ। ਜ਼ੁਲਮ ਦੀ ਭੱਠੀ ਤਪਦੀ ਪਈ ਸੀ ਤੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਸਰਬੰਸ ਦਾਨੀ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ, ਨਾਲ ਨਾਮ ਦੀ ਦਾਤ ਬਖਸ਼ਿਸ਼ ਕਰਕੇ, ਸਰਬੰਸ ਕੁਰਬਾਨ ਕਰਕੇ, ਧਰਮ ਦੀ ਦਾਤ ਬਖਸ਼ਿਸ਼ ਕਰਕੇ, ਜ਼ੁਲਮ ਨੂੰ ਜੜੋਂ ਪੁੱਟ ਕਰਕੇ ਦੁਨੀਆ ਦੇ ਅੰਦਰ ਠੰਡ ਵਰਤਾ ਦਿੱਤੀ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਨਾਮ ਦੁਆਰਾ ਹੀ ਠੰਡ ਵਰਤਦੀ ਹੈ, ਸਭਨਾ ਦੇ ਹਿਰਦਿਆਂ ਨੂੰ ਸੀਤਲਤਾ ਹੀ ਪ੍ਰਾਪਤ ਹੁੰਦੀ ਹੈ। ਸਿਮਰ ਸਿਮਰ ਸਦਾ ਸੁਖ ਪਾਓ। ਭਾਈ ਜੋ ਸਿਮਰਨੇ ਜੋਗ ਹਰੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ ਨਾ, ਉਸ ਦੇ ਨਾਮ ਨੂੰ ਸਿਮਰ ਕਰਕੇ ਸਦਾ ਹੀ ਆਤਮ ਸੁਖ ਨੂੰ ਪ੍ਰਾਪਤ ਕਰਨਾ ਕਰੋ। ਜਿਹੜਾ ਬਲਦੀ ਭੱਠੀ ਵਾਂਗੂ ਤਪਦੇ ਸੰਸਾਰ ਨੂੰ ਵੀ ਠੰਡ ਪਾਉਣੇ ਵਾਲਾ ਹੈ, ਉਹ ਮਨਾਂ ਨੂੰ ਵੀ ਸੀਤਲ ਕਰਨੇ ਵਾਲਾ ਹੈ। ਜਿਹੜਾ ਸਿਮਰ ਆਦ ਸਮੇਂ ਤੋਂ ਵੀ ਸਿਮਰਨੇ ਯੋਗ ਸੀ, ਹੁਣ ਵੀ ਸਿਮਰਨੇ ਯੋਗ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸਦਾ ਸਿਮਰਨੇ ਯੋਗ ਹੀ ਰਹੇਗਾ। ਸਿਮਰ ਸਿਮਰ, ਹੇ ਭਾਈ ਆਪਣੇ ਮਨ ਦੇ ਪਿਆਰ ਦੇ ਨਾਲ ਵੀ ਤਿਸ ਦੇ ਨਾਮ ਨੂੰ ਸਿਮਰਨਾ ਕਰ ਤੇ ਆਪਣੇ ਤਨ ਰਸਨਾ ਦੇ ਨਾਲ ਵੀ ਤਿਸ ਦੇ ਨਾਮ ਨੂੰ ਸਿਮਰਨਾ ਕਰ। ਸਤਨਾਮ ਸ੍ਰੀ ਵਾਹਿਗੁਰੂ। ਸਿਮਰ ਸਿਮਰ ਕਰਕੇ ਸਦਾ ਸੁਖ, ਘੜੀ ਪਲ ਦਾ ਸੁਖ ਨਹੀਂ, 1-2 ਦਿਨ ਦਾ ਸੁਖ ਨਹੀਂ, ਕੋਈ 4 ਦਿਨਾਂ 10 ਦਿਨਾਂ ਦਾ ਸੁਖ ਨਹੀਂ, ਮਹੀਨੇ 2 ਮਹੀਨਿਆਂ ਦਾ ਸੁਖ ਨਹੀਂ। ਹਜ਼ੂਰ ਫਰਮਾਵਣਾ ਕਰਦੇ ਨੇ, ਸਦੀਵ ਕਾਲ ਵਾਸਤੇ, ਅਨੰਤ ਕਾਲ ਵਾਸਤੇ ਸੁਖ ਪ੍ਰਾਪਤ ਕਰ ਲਵੋਗੇ। ਇਸੇ ਪ੍ਰਕਾਰ ਜਿਹੜਾ ਸਦਾ ਹੀ ਸੁਖ ਸਰੂਪ ਸਤ ਚਿਤ ਆਨੰਦ ਸਰੂਪ ਪਰਮਾਤਮਾ ਹੈ, ਇਸ ਨੂੰ ਪਾਓ, ਪ੍ਰਾਪਤ ਕਰ ਲਵੋਗੇ ਵਾਹਿਗੁਰੂ ਜੀ ਦੇ ਨਾਮ ਦੇ ਸਿਮਰਨ ਦੁਆਰਾ। ਐਸੇ ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਸਦਾ ਹੀ ਕਰਨਾ ਕਰੋ, ਜੋ ਸਦਾ ਤੋਂ ਹੀ ਸਿਮਰਨੇ ਯੋਗ ਹੈ। ਆਓ ਬਿਨਸਾ ਪੂਰਨ ਹੋਏ ਆਸ। ਸਰਬਤ ਪ੍ਰਕਾਰ ਦੇ ਜਿਹੜੇ ਡਰ ਹਨ ਉਹ ਮਿਟ ਜਾਣਗੇ। 7 ਪ੍ਰਕਾਰ ਦੇ ਡਰ ਵੱਡੇ ਭਾਰੀ ਵਿਦਵਾਨਾਂ ਨੇ ਮੰਨੇ ਨੇ। ਹਜ਼ੂਰ ਫਰਮਾਉਂਦੇ ਨੇ, ਉਹ ਸਾਰੇ ਜਿਹੜੇ ਡਰ ਹਨ, ਭਾਉ ਹਨ ਨਾ, ਉਹ ਵੀ ਨਾਸ ਹੋ ਜਾਣਗੇ। ਜਿਤਨੀਆਂ ਮਨ ਦੀਆਂ ਕਾਮਨਾਵਾਂ ਆਸਾਂ ਨੇ ਉਹ ਵੀ ਪੂਰੀਆਂ ਹੋ ਜਾਣਗੀਆਂ। ਮਨ ਦੇ ਮਨੋਰਥ ਸਾਰੇ ਪੂਰਨ ਹੋ ਜਾਣਗੇ। ਭਗਤ ਭਾਏ ਆਤਮ ਪ੍ਰਗਾਸ। ਪ੍ਰੇਮਾ ਭਗਤੀ ਦੇ ਨਾਲ ਆਤਮ ਸਰੂਪ ਦਾ ਪ੍ਰਕਾਸ਼ ਗਿਆਨ ਪ੍ਰਾਪਤ ਕਰ ਲੈਣਾ ਕਰੋ। ਪ੍ਰੇਮਾ ਭਗਤੀ ਤੋਂ ਬਿਨਾਂ ਆਤਮ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ। ਆਤਮ ਸਰੂਪ ਦੀ ਪ੍ਰਾਪਤੀ ਤੋਂ ਬਿਨਾਂ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਸਰੂਪ ਦਾ ਪ੍ਰਗਾਸ ਗਿਆਨ ਨਹੀਂ ਹੁੰਦਾ। ਤੇ ਜਦੋਂ ਤੱਕ ਗਿਆਨ ਨਹੀਂ ਹੁੰਦਾ, ਉਦੋਂ ਤੱਕ ਜਿਹੜਾ ਜੀਵ ਹੈ ਵਾਸ਼ਨਾਵਾਂ ਦੇ ਅਧੀਨ ਰਹਿੰਦਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਭਗਤ ਤੇ ਭਾਏ। ਭਗਤ ਤੱਤੇ ਨੂੰ ਸਿਹਾਰੀ ਹੈ, ਭਾਏ ਨਾਮ ਪ੍ਰੇਮ ਦਾ ਹੈ। ਅਨਵੈ ਕਰਕੇ ਅਰਥ ਲਾਈਏ, ਭਾਏ ਭਗਤ। ਪ੍ਰੇਮਾ ਭਗਤੀ ਦੇ ਨਾਲ ਤਿਸ ਦੇ ਨਾਮ ਨੂੰ ਜਪਣਾ ਕਰੋ, ਉਚਾਰਨਾ ਕਰੋ, ਆਰਾਧਨਾ ਕਰੋ। ਹਿਰਦੇ ਦੇ ਅੰਦਰ ਆਤਮ ਸਰੂਪ ਦਾ ਪ੍ਰਕਾਸ਼ ਹੋ ਜਾਵੇਗਾ, ਗਿਆਨ ਹੋ ਜਾਵੇਗਾ। ਹਿਰਦੇ ਦੇ ਅੰਦਰ ਹੀ ਜੋ ਆਤਮ ਸਰੂਪ ਪਰਮਾਤਮਾ ਹੈ ਉਹ ਸਾਖਿਆਤਕਾਰ ਹੋ ਜਾਵੇਗਾ। ਤਿਤ ਘਰ ਜਾਏ ਬਸਾ ਅਬਿਨਾਸੀ। ਜੋ ਅਬਿਨਾਸੀ ਪਰਮਾਤਮਾ ਦਾ ਘਰ ਸੱਚਖੰਡ ਹੈ ਨਾ ਭਾਈ, ਫਿਰ ਤਿਸ ਦੇ ਸੱਚਖੰਡ ਘਰ ਦੇ ਵਿੱਚ ਜਾ ਕਰਕੇ ਤੇਰਾ ਵਾਸਾ ਹੋਵੇਗਾ। ਤਿਤ ਘਰ ਜਾਏ ਬਸੈ, ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਰੂਪ ਦੇ ਘਰ ਦੇ ਅੰਦਰ ਹੀ ਤੇਰਾ ਵਾਸਾ ਹੋ ਜਾਵੇਗਾ, ਜਿਹੜਾ ਪਰਮਾਤਮਾ ਸਦਾ ਅਬਿਨਾਸੀ, ਨਾਸ਼ ਤੋਂ ਰਹਿਤ ਹੈ। ਜਦੋਂ ਨਾਸ਼ ਤੋਂ ਰਹਿਤ ਪਰਮਾਤਮਾ ਜੀ ਦੇ ਅੰਦਰ ਤੇਰਾ ਵਾਸਾ ਹੋ ਗਿਆ ਨਾ, ਬਹੁੜੋ ਤੇਰਾ ਵੀ ਕਦੇ ਵਿਨਾਸ਼ ਨਾ ਹੋਵੇਗਾ, ਕਦੇ ਜੰਮਣ ਮਰਨ ਦੇ ਵਿੱਚ ਤੂੰ ਨਹੀਂ ਆਵੇਗਾ। ਕਾਹੋ ਨਾਨਕ ਕਾਟੀ ਜਾਮ ਫਾਸੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਪਰਉਪਕਾਰੀ ਜੀ ਫਰਮਾਨ ਕਰਨਾ ਕਰਦੇ ਨੇ, ਹੈ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਸੇਵਕਾਂ ਦੇ ਗਲਾਂ ਦੇ ਵਿੱਚੋਂ ਜੰਮ ਦੀ ਫਾਹੀ ਹੀ ਕੱਟ ਦਿੰਦੇ ਨੇ। ਹਰੀ ਪਰਮਾਤਮਾ ਜੀ ਦਾ ਨਾਮ ਜਪਾਉਂਦੇ ਨੇ ਪੂਰੇ ਸਤਿਗੁਰੂ ਜੀ, ਤੇ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਆਪਣੇ ਗੁਰਸਿੱਖਾਂ ਦੇ ਗਲਾਂ ਦੇ ਅੰਦਰੋਂ ਬੰਧਨਾ ਰੂਪ ਫਾਸੀਆਂ ਜਿਹੜੀਆਂ ਫਾਹੀਆਂ ਨੇ ਉਹ ਕੱਟ ਦਿੰਦੇ ਨੇ। ਜੰਮਣ ਮਰਨ ਦੀ ਫਾਹੀ ਕੱਟ ਦਿੰਦੇ ਨੇ, ਅਵਿਦਿਆ ਦੀ ਫਾਹੀ, ਅਗਿਆਨ ਦੀ ਫਾਹੀ, ਵਿਕਾਰਾਂ ਦੀ ਫਾਹੀ, ਇਸੇ ਪ੍ਰਕਾਰ ਕਲਪਨਾ ਦੀ ਫਾਹੀ ਕੱਟ ਦਿੰਦੇ ਨੇ। ਐਸੇ ਪਰ ਉਪਕਾਰੀ ਸਤਿਗੁਰੂ ਜੀ ਨੇ ਜਾਮੇ ਫਾਸੀ, ਜੰਮਾਂ ਦੀ ਫਾਹੀ ਵੀ ਗਲ ਦੇ ਵਿੱਚੋਂ ਕੱਟ ਦਿੰਦੇ ਹਨ। ਨਰਕਾਂ ਦੇ ਵਿੱਚ ਬਹੁੜੋ ਆਪਣੇ ਸਿੱਖ ਨੂੰ ਨਹੀਂ ਪੈਣ ਦਿੰਦੇ।
ਤਤ ਵਿਚਾਰ ਕਹਾ ਜਨ ਸਾਚਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਦੁਨੀਆ ਦੇ ਅੰਦਰ ਦੋ ਪ੍ਰਕਾਰ ਦੇ ਮਨੁੱਖ ਅਸੀਂ ਸੁਣਦੇ ਹਾਂ, ਇੱਕ ਕੱਚੇ ਹੁੰਦੇ ਨੇ ਤੇ ਇੱਕ ਸੱਚੇ ਹੁੰਦੇ ਨੇ। ਸਾਹਿਬ ਜੀ ਆਪ ਜੀ ਦੇ ਬਚਨਾਂ ਦੇ ਅਨੁਸਾਰ ਕੱਚਾ ਕੌਣ ਹੈ ਅਤੇ ਸੱਚਾ ਕੌਣ ਹੈ? ਹਜ਼ੂਰ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਤਤ ਵਿਚਾਰ, ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਜੋ ਸਾਰ ਰੂਪ ਹੈ, ਸਿਧਾਂਤ ਰੂਪ ਹੈ, ਤਿਸ ਦੇ ਨਾਮ ਦੀ ਵਿਚਾਰ ਕਰਨਾ ਕਰਦੇ ਨੇ ਨਾ, ਉਹ ਤਾਂ ਸਦੀਵ ਕਾਲ ਅਨੰਤ ਕਾਲ ਤੱਕ ਸੱਚ ਹੀ ਸੱਚ ਹਨ। ਉਹ ਜਨ ਸੱਚੇ ਨੇ, ਉਹ ਪੁਰਖ ਸੱਚੇ ਨੇ, ਉਹ ਪ੍ਰਾਣੀ ਸੱਚੇ ਹਨ, ਜਿਹੜੇ ਤਤ ਸਰੂਪ ਪਰਮਾਤਮਾ ਦੀ ਵਿਚਾਰ ਨੂੰ ਸਦਾ ਹੀ ਆਪਣੇ ਹਿਰਦੇ ਦੇ ਅੰਦਰ ਕਰਦੇ ਨੇ। ਜਿਤਨਾ ਵੀ ਸੰਸਾਰ ਹੈ ਇਹ ਅਸਾਰ ਹੈ, ਭਾਵ ਝੂਠ ਹੈ। ਇਸ ਦੇ ਅੰਦਰ ਸਾਰ ਜੋ ਹੈ ਉਹ ਪਰਮਾਤਮਾ ਹੀ ਹੈ। ਉਸ ਸਾਰ ਸਰੂਪ ਦੀ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦੀ, ਤਿਸ ਦੇ ਸਰੂਪ ਦੀ ਵਿਚਾਰ ਜੋ ਸਦਾ ਹੀ ਆਪਣੇ ਮਨ ਦੇ ਅੰਦਰ ਕਰਦੇ ਨੇ ਪਿਆਰਿਓ, ਉਹ ਸੱਚੇ ਜਨ ਨੇ। ਉਹਨਾਂ ਨੂੰ ਹੀ ਸੱਚੇ ਜਾਣਨਾ ਕਰੋ, ਸਮਝਣਾ ਕਰੋ। ਜਨਮ ਮਰਾ ਸੋ ਕਾਚੋ ਕਾਚਾ। ਜਿਹੜੇ ਸਤ ਸਰੂਪ ਦੇ ਨਾਮ ਦੀ ਵਿਚਾਰ ਨਹੀਂ ਕਰਦੇ, ਉਹਨਾਂ ਦਾ ਆਵਾਗਾਉਣ ਸਦਾ ਬਣਿਆ ਰਹਿੰਦਾ ਹੈ। ਜਨਮਾਂ ਦੇ ਵਿੱਚ ਆ ਕਰਕੇ ਬਾਰ-ਬਾਰ ਜੰਮਦੇ ਨੇ ਤੇ ਜਨਮ ਤੋਂ ਉਪਰੰਤ ਫਿਰ ਬਾਰ-ਬਾਰ ਮਰਦੇ ਨੇ। ਜਿਹੜੇ ਇਸ ਪ੍ਰਕਾਰ ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਤੋਂ ਹੀਣੇ ਨੇ, ਜੰਮਣ ਮਰਨ ਦੇ ਵਿੱਚ ਨੇ, ਉਹਨਾਂ ਨੂੰ ਕਾਚੋ ਕਾਚਾ, ਕੱਚਿਆਂ ਨੂੰ ਕੱਚੇ ਹੀ ਜਾਣਨਾ ਕਰੋ। ਉਹਨਾਂ ਨੂੰ ਕਾਚੋ ਕਾਚਾ, ਕੱਚ ਵਰਗੇ ਕੱਚਿਆਂ ਜਾਣਨਾ ਕਰੋ। ਕਾਚੋ ਕਾਚਾ, ਕੱਚ ਤੋਂ ਵੀ ਤਿਨਾਂ ਨੂੰ ਕੱਚਿਆਂ ਜਾਣਨਾ ਕਰੋ, ਜੋ ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਤੋਂ ਹੀਣੇ ਹਨ। ਆਵਾ ਗਵਨ ਮਿਟਾ ਪ੍ਰਭ ਸੇਵ। हे ਪਿਆਰਿਓ, ਵਾਹਿਗੁਰੂ ਜੀ ਦੇ ਨਾਮ ਦੀ ਐਸੀ ਵਡਿਆਈ ਹੈ, ਪ੍ਰਭੂ ਪਰਮਾਤਮਾ ਜੀ ਦੀ ਸੇਵਾ ਕਰਨੇ ਦੇ ਨਾਲ ਆਵਾਗਾਉਣ ਮਿਟ ਜਾਂਦਾ ਹੈ। ਜੰਮਣ ਮਰਨ ਦਾ ਗੇੜਾ ਮਿਟ ਜਾਂਦਾ, ਜੋ ਸਾਰਿਆਂ ਦੇ ਨਾਲੋਂ ਵੱਡਾ ਦੁੱਖ ਹੈ। ਸਰੀਰ ਦੇ ਉੱਪਰ ਦੁੱਖ ਆਵੇ, 10-20 ਮਿੰਟ ਵਾਸਤੇ ਆਵੇਗਾ, ਅੱਧੇ ਘੰਟੇ, 2 ਘੰਟੇ, 4 ਘੰਟੇ ਵਾਸਤੇ ਆਵੇਗਾ। ਸਿਰ ਪੀੜ ਹੋਵੇਗੀ, ਢਿੱਡ ਪੀੜ ਹੋਵੇਗੀ, ਸਾਰੀ ਜ਼ਿੰਦਗੀ ਤੇ ਢਿੱਡ ਪੀੜ ਦੀ ਨਾ ਹੁੰਦੀ ਰਹਿੰਦੀ। ਇੱਕ ਦਿਨ ਹੋਵੇਗੀ, 2 ਦਿਨ ਹੋਵੇਗੀ, ਦਵਾਈ ਲਈ ਜਾਵੇ, ਰੋਗ ਹਟ ਜਾਂਦਾ, ਇਹ ਦੁੱਖ ਮਿਟ ਜਾਂਦੇ ਨੇ। ਬੁਖਾਰ ਚੜ ਜਾਵੇ, 2-4-10 ਦਿਨਾਂ ਵਿੱਚ ਠੀਕ ਹੋ ਜਾਂਦਾ ਹੈ। ਇਸੇ ਪ੍ਰਕਾਰ ਕੋਈ ਹੋਰ ਰੋਗ ਲੱਗ ਜਾਵੇ, ਕੋਈ 1 ਦਿਨ ਵਿੱਚ, ਕੋਈ 2 ਦਿਨ ਵਿੱਚ, ਕੋਈ 10 ਦਿਨ ਵਿੱਚ ਠੀਕ ਹੋ ਜਾਂਦਾ ਹੈ। ਕੁਝ 2 ਮਹੀਨੇ, 4 ਮਹੀਨੇ, 6 ਮਹੀਨੇ ਵਿੱਚ ਠੀਕ ਹੋ ਜਾਂਦਾ ਹੈ। ਕੁਝ ਰੋਗ ਐਸੇ ਨੇ ਜਿਨ੍ਹਾਂ ਨੂੰ ਹੁੰਦਿਆਂ ਸਾਲ 2 ਸਾਲ ਵੀ ਲੱਗ ਜਾਂਦੇ ਨੇ। ਪਰ ਜੰਮਣ ਮਰਨ ਦਾ ਐਸਾ ਰੋਗ ਹੈ ਜਿਹੜਾ ਅਨੰਤ ਕਾਲ ਤੋਂ ਲੱਗਾ ਹੋਇਆ ਹੈ, ਇਸ ਦੀ ਕਿਧਰੇ ਸੀਮਾ ਹੀ ਨਹੀਂ, ਕੋਈ ਹੱਦ ਹੀ ਨਹੀਂ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ। ਜਦੋਂ ਤੋਂ ਆਦਿ ਕਾਲ ਤੋਂ ਸ੍ਰਿਸ਼ਟੀ ਮੁੱਢ ਤੋਂ ਰਚੀ ਹੈ, ਉਦੋਂ ਤੋਂ ਹੀ ਜੋਤ ਰੱਖਦੀ ਹੈ। ਤੇ ਭਾਈ ਉਦੋਂ ਤਾਂ ਤੂੰ ਸੰਸਾਰ ਦੇ ਅੰਦਰ ਆਇਆ ਹੋਇਆ ਹੈ, ਉਦੋਂ ਤੋਂ ਜੰਮਣ ਮਰਨ ਦੇ ਵਿੱਚ ਹੀ ਹੈ। ਏਡਾ ਵੱਡਾ ਭਾਰੀ ਹੈ ਇਹ ਦੁੱਖ ਜੰਮਣ ਮਰਨ ਦਾ, ਜਿਹੜਾ ਹੋਰ ਕਿਸੇ ਜੁਗਤ ਦੇ ਨਾਲ, ਹੋਰ ਕਿਸੇ ਵਿਧੀ ਦੇ ਨਾਲ ਮਿਟਦਾ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕਰਨਾ ਕਰ। ਪ੍ਰਭੂ ਜੀ ਦੀ ਸੇਵਾ ਕਰਨੇ ਦੇ ਨਾਲ ਤੇਰਾ ਆਵਾਗਮਨ ਦਾ ਵੱਡਾ ਭਾਰੀ ਰੋਗ, ਵੱਡਾ ਭਾਰੀ ਦੁੱਖ ਜਿਹੜਾ ਅਨੰਤ ਕਾਲ ਤੋਂ ਤੈਨੂੰ ਚੰਬੜਿਆ ਹੋਇਆ ਨਾ, ਉਹ ਮਿਟ ਜਾਵੇਗਾ ਪ੍ਰਭੂ ਪਰਮਾਤਮਾ ਜੀ ਦੀ ਸੇਵਾ ਕਰਕੇ। ਆਪ ਤਿਆਗ ਸ਼ਰਨ ਗੁਰਦੇਵ। ਗਰੀਬ ਨਿਵਾਜ ਸਾਹਿਬ ਜੀ, ਜਿਸ ਪ੍ਰਭੂ ਜੀ ਤੱਕ ਸਾਡੀ ਪਹੁੰਚ ਹੀ ਨਹੀਂ, ਸਾਨੂੰ ਆਪਣੇ ਹਿਰਦੇ ਦੇ ਅੰਦਰ ਵਸਦਾ ਪ੍ਰਤੀਤ ਨਹੀਂ ਹੁੰਦਾ, ਪ੍ਰਕਿਰਤੀ ਦੇ ਅੰਦਰ ਨਜ਼ਰ ਨਹੀਂ ਆਉਂਦਾ, ਥਾਂ ਟਿਕਾਣਾ ਉਸ ਦਾ ਪਤਾ ਨਹੀਂ, ਤੇ ਇਸ ਪ੍ਰਭੂ ਜੀ ਦੀ ਸੇਵਾ ਸਾਨੂੰ ਪ੍ਰਾਪਤ ਕਿਵੇਂ ਹੋਵੇ? ਮਹਾਰਾਜ ਕਿਵੇਂ ਕਰੀਏ ਤਿਸ ਪ੍ਰਭੂ ਜੀ ਦੀ ਸੇਵਾ? ਹਜ਼ੂਰ ਫਰਮਾਵਣਾ ਕਰਦੇ ਨੇ, ਆਪ ਤਿਆਗ। ਆਪਾ ਭਾਵ ਨੂੰ ਤਿਆਗ ਕਰਕੇ, ਹਿਰਦੇ ਦੇ ਅੰਦਰੋਂ ਹਉਮੈ ਨੂੰ ਤਿਆਗ ਕਰਕੇ, ਆਪਣੇ ਵੱਡ ਪੁਣੇ ਨੂੰ ਤਿਆਗ ਕਰਕੇ, ਜਾਤੀ ਦੇ, ਗੁਣਾਂ ਦੇ, ਸਰੂਪ ਦੇ, ਮਾਇਆ ਦੇ ਹੰਕਾਰ ਨੂੰ ਤਿਆਗ ਕਰਕੇ, ਤੇ ਗੁਰਦੇਵ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਪੈ ਜਾ। ਪੂਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਗ੍ਰਹਿਣ ਕਰੇਗਾ ਨਾ, ਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਪ੍ਰਭੂ ਜੀ ਦਾ ਨਾਮ ਜਪਣ ਰੂਪੀ ਸੇਵਾ ਤੈਨੂੰ ਬਖਸ਼ ਦੇਣਗੇ। ਪ੍ਰਭੂ ਜੀ ਦਾ ਨਾਮ ਜਪਣਾ ਵੀ ਬੜੀ ਵੱਡੀ ਸੇਵਾ ਹੈ। ਸਭ ਤੋਂ ਪਹਿਲਾਂ ਇਹ ਆਪਣੇ ਆਪ ਦੇ ਉੱਪਰ ਉਪਕਾਰ ਹੈ, ਤੇ ਫਿਰ ਜਦੋਂ ਜੀਵ ਦੂਸਰਿਆਂ ਨੂੰ ਜਪਾਉਂਦਾ ਹੈ, ਫਿਰ ਦੂਸਰਿਆਂ ਦੇ ਉੱਪਰ ਪਰ ਉਪਕਾਰ ਹੈ। ਇਹ ਵੱਡੀ ਭਾਰੀ ਸੇਵਾ ਹੈ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਪੂਰੇ ਸਤਿਗੁਰ ਦੇਵ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਵਿਖੇ ਪੈ ਜਾ, ਤੈਨੂੰ ਪ੍ਰਭੂ ਜੀ ਦੀ ਬੰਦਗੀ ਦੇ ਵਿੱਚ ਲਗਾ ਦੇਣਗੇ,
ਪ੍ਰਭੂ ਜੀ ਦੀ ਸੇਵਾ ਵਿੱਚ ਲਗਾ ਦੇਣਗੇ ਪੂਰੇ ਸਤਿਗੁਰੂ ਜੀ। ਏਉ ਰਤਨ ਜਨਮ ਕਾ ਹੋਏ ਉਧਾਰ। ਸੋ ਮਹਾਰਾਜ ਪ੍ਰਭੂ ਜੀ ਦਾ ਨਾਮ ਜਪਾਂਗੇ, ਸੇਵਾ ਕਰਾਂਗੇ, ਹੋਰ ਕੀ ਪ੍ਰਾਪਤੀ ਹੋਵੇਗੀ। ਸਾਹਿਬ ਜੀ ਫਰਮਾਉਂਦੇ ਨੇ, ਭਾਈ ਜਿਹੜਾ ਰਤਨਾਂ ਦੀ ਨਿਆਈ ਅਮੋਲਕ ਤੇਰਾ ਮਨੁੱਖਾ ਜਨਮ ਹੈ ਨਾ, ਇਸ ਦਾ ਉਧਾਰ ਹੋ ਜਾਵੇਗਾ, ਉਧਰ ਜਾਵੇਂਗਾ ਤੂੰ ਸੰਸਾਰ ਸਾਗਰ ਤੋਂ। ਹਰ ਹਰ ਸਿਮਰ ਪ੍ਰਾਨ ਆਧਾਰ। ਜੋ ਹਰੀ ਪਰਮਾਤਮਾ ਸਭਨਾਂ ਨੂੰ ਹਰਿਆ ਭਰਿਆ ਕਰਨੇ ਵਾਲਾ ਹੈ, ਸਭਨਾਂ ਦੇ ਦੁੱਖਾਂ ਨੂੰ ਕਲੇਸ਼ਾਂ ਨੂੰ ਹਰ ਲੈਣ ਵਾਲਾ ਹੈ, ਸਭਨਾਂ ਦੀਆਂ ਵਿਪਤਾਂ ਨੂੰ ਪੀੜਾਂ ਨੂੰ ਹਰ ਲੈਣ ਵਾਲਾ ਹੈ, ਜਿਹੜਾ ਹਰੀ ਪਰਮਾਤਮਾ ਸਭਨਾਂ ਦੇ ਮਨਾਂ ਨੂੰ ਸ਼ੁਭ ਗੁਣਾਂ ਦੀ ਹਰਿਆਵਲਤਾ ਦੇ ਕਰਕੇ ਹਰਿਆ ਭਰਿਆ ਕਰਨੇ ਵਾਲਾ ਹੈ। ਸੂਕੇ ਹਰੇ ਕੀਏ ਖਿਨ ਮਾਹੀ, ਪਰ ਤੱਕ ਵੀ ਸੋਕਾ ਪਿਆ ਹੋਵੇ ਤੇ ਖਿਨ ਮਾਤਰ ਦੇ ਵਿੱਚ ਬਦਲਾਂ ਦੁਆਰਾ ਵਰਖਾ ਕਰਕੇ ਖੇਤੀਆਂ ਲਹਿਰਾ ਪੈਂਦੀਆਂ ਨੇ। ਹਰਿਆਵਲਤਾ ਬਖਸ਼ਣੇ ਵਾਲਾ ਹੈ। ਜਿੱਥੇ ਹਿਰਦਿਆਂ ਦੇ ਅੰਦਰ ਸੋਕਾ ਪੈ ਜਾਵੇ, ਸ਼ੁਭ ਗੁਣਾਂ ਦੀ ਵਾੜੀ ਸੁੱਕ ਜਾਵੇ ਨਾ, ਸਤਿਗੁਰੂ ਜੀ ਗੁਰ ਉਪਦੇਸ਼ ਦੀ ਵਰਖਾ ਕਰਕੇ ਅੰਮ੍ਰਿਤਵਤ ਗੁਰ ਸ਼ਬਦ ਦੇ ਰਾਹੀਂ ਸੁੱਕਿਆਂ ਮਨਾਂ ਨੂੰ ਵੀ ਹਰਿਆ ਭਰਿਆ ਕਰ ਦਿੰਦੇ ਨੇ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ। ਸੁੱਕਿਆ ਹੋਇਆ ਮਨਾਂ ਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਧ ਦੇਣ ਵਾਲੇ ਨੇ। ਐਸਾ ਸਭ ਕਿਸੇ ਦੇ ਵਿਘਨਾਂ ਦਾ ਹਰਨ ਵਾਲਾ, ਪਾਪਾਂ ਨੂੰ ਹਰ ਨਾਸ਼ ਕਰ ਦੇਣੇ ਵਾਲਾ ਜੋ ਹਰੀ ਪਰਮਾਤਮਾ ਹੈ, ਹਰ ਵੇਲੇ ਤਿਸ ਦੇ ਨਾਮ ਦਾ ਸਿਮਰਨ ਕਰ। ਹਜ਼ੂਰ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਇਹੋ ਹੀ ਸਭਨਾਂ ਦਾ ਪ੍ਰਾਨ ਆਧਾਰ, ਪ੍ਰਾਣਾ ਦਾ ਆਸਰਾ ਹੈ। ਸਾਰਿਆਂ ਦੇ ਸਾਹ ਤਿਸ ਵਾਹਿਗੁਰੂ ਜੀ ਦੇ ਆਸਰੇ ਹੀ ਚੱਲਦੇ ਨੇ। ਵਾਹਿਗੁਰੂ ਜੀ ਨੂੰ ਪਾਉਂਦਾ ਤੇ ਸਵਾਸ ਚੱਲਦੇ ਨੇ, ਤੇ ਜਿਸ ਦੇ ਸਵਾਸ ਚਲਾਉਣੇ ਵਾਹਿਗੁਰੂ ਜੀ ਨੂੰ ਨਹੀਂ ਪਾਉਂਦੇ, ਫਿਰ ਅਗਲਾ ਸਵਾਸ ਨਹੀਂ ਲੈ ਸਕਦਾ। ਜੇ ਅੰਦਰ ਚਲਿਆ ਗਿਆ ਤੇ ਬਾਹਰ ਨਹੀਂ ਕੱਢ ਸਕਦਾ, ਤੇ ਜੇ ਬਾਹਰ ਆ ਗਿਆ ਤੇ ਫਿਰ ਅੰਦਰ ਨਹੀਂ ਲੈ ਸਕਦਾ। ਹਰੀ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦਾ ਪ੍ਰਾਣ ਆਧਾਰ ਹੈ, ਪ੍ਰਾਣਾ ਦਾ ਆਸਰਾ ਹੈ, ਤੇ ਇਸ ਦੇ ਨਾਮ ਨੂੰ ਹਰ ਵੇਲੇ ਹਿਰਦੇ ਦੇ ਪਿਆਰ ਦੇ ਨਾਲ ਸਿਮਰਨਾ ਕਰ। ਅਨੇਕ ਉਪਾਉ ਨਾ ਛੂਟਨ ਹਾਰੇ। ਹੇ ਗਰੀਬ ਨਿਵਾਜ, ਵਾਹਿਗੁਰੂ ਜੀ ਦਾ ਨਾਮ ਜਪੇ ਤੋਂ ਬਿਨਾਂ ਕੋਈ ਹੋਰ ਵੀ ਯਤਨ ਹੈ ਜਿਸ ਦੇ ਨਾਲ ਅਸੀਂ ਜੰਮਣ ਮਰਨ ਤੋਂ ਛੁੱਟ ਜਾਈਏ? ਤੇ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਨਹੀਂ ਪਿਆਰਿਓ, ਇੱਕ ਵਾਹਿਗੁਰੂ ਜੀ ਦਾ ਨਾਮ ਹੀ ਉਧਾਰ ਕਰਨੇ ਨੂੰ ਸਮਰੱਥ ਹੈ। ਵਾਹਿਗੁਰੂ ਜੀ ਦੇ ਨਾਮ ਨੂੰ ਛੱਡ ਕਰਕੇ ਕੋਈ ਹੋਰ ਅਨੇਕਾਂ ਹੀ ਯਤਨ ਕਰਦਾ ਰਵੇ, ਜਪ ਕਰ ਲਵੇ, ਤਪ ਕਰ ਲਵੇ, ਸੰਜਮ ਕਰ ਲਵੇ, ਬ੍ਰਤ ਕਰ ਲਵੇ, ਨੇਮ ਕਰ ਲਵੇ, ਜੰਗਲਾਂ ਵਿੱਚ ਵਾਸਾ ਕਰ ਲਵੇ, ਗੁਫਾਵਾਂ ਵਿੱਚ ਵਸਣ ਲੱਗ ਜਾਵੇ, ਪਾਣੀ ਦੇ ਵਿੱਚ ਨਿਵਾਸ ਕਰ ਲਵੇ, ਪਾਣੀ ਵਿੱਚ ਖੜਾ ਹੋ ਕੇ ਤਪ ਕਰ ਲਵੇ, 5 ਧੂਣੀਆਂ ਤਾਉਂਦਾ ਰਵੇ, ਜਲ ਧਾਰੇ ਕਰਦਾ ਰਵੇ, ਧੋਤੀ ਨੇਤੀ ਨਿਉਲੀ ਕਰਮ ਕਰਦਾ ਰਵੇ, ਜੰਗਲ ਵਾਸੀ ਹੋ ਜਾਵੇ, ਚਾਹੇ ਤੀਰਥਾਂ ਦਾ ਵਾਸੀ ਹੋ ਜਾਵੇ, ਚਾਹੇ ਇਸੇ ਪ੍ਰਕਾਰ ਹੋਰ ਵੀ ਜਿਤਨੇ ਸਾਧਨ ਕਠਨ ਕਹੇ ਜਾਂਦੇ ਨੇ, ਹੱਠ ਯੋਗ ਇਤਿਆਦਿਕ ਸਾਰੇ ਹੀ ਕਰ ਲੈਣਾ ਕਰੇ। ਪਰ ਅਨੇਕਾਂ ਉਪਾਵ ਕਰਨੇ ਦੇ ਬਾਵਜੂਦ ਵੀ ਜੇਕਰ ਨਾਮ ਨਹੀਂ ਨਾ ਜਪਦਾ ਤੇ ਫਿਰ ਛੁੱਟ ਨਹੀਂ ਜੇ ਸਕਦਾ। ਅਨਕ ਉਪਾਵ ਨਾ ਛੂਟਨ ਹਾਰੇ। ਜਿੰਨੇ ਵੀ ਯਤਨ ਕਰਕੇ ਦੇਖ ਲਵੇ, ਜਿਤਨੇ ਕਰ ਸਕਦਾ ਕਰ ਲਵੇ, ਪਰ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ। ਬਿਨ ਹਰਿ ਭਜਨ ਨਹੀਂ ਛੁਟਕਾਰਾ। ਵਾਹਿਗੁਰੂ ਜੀ ਦਾ ਨਾਮ ਹੀ ਹੈ ਜਿਹੜਾ ਜੰਮਣ ਮਰਨ ਤੋਂ ਛੁਟਕਾਰਾ ਦੇਣ ਵਾਲਾ ਹੈ। ਸੋ ਗਰੀਬ ਨਿਵਾਜ, ਜਿਵੇਂ ਆਪ ਜੀ ਬਚਨ ਕਰਨਾ ਕਰਦੇ ਹੋ, ਬਹੁਤੇ ਯਤਨਾਂ ਦੇ ਨਾਲ ਨਹੀਂ ਛੁੱਟਦਾ। ਇਹ ਕੇਵਲ ਤਾਂ ਕੇਵਲ ਆਪ ਜੀ ਦਾ ਵਿਚਾਰ ਗੁਰਮਤਿ ਹੈ, ਜਾਂ ਹੋਰ ਵੀ ਕੋਈ ਇਸ ਗੱਲ ਦੀ ਗਵਾਹੀ ਦਿੰਦਾ ਹੈ? ਤਾਂ ਹਜ਼ੂਰ ਫਰਮਾਉਂਦੇ ਹਨ ਜੀ, ਸਿਮਰਤ ਸ਼ਾਸਤ ਵੇਦ ਵਿਚਾਰੇ। ਭਾਈ 27 ਸਿਮਰਤੀਆਂ, 6 ਸ਼ਾਸਤਰ, 4 ਵੇਦ ਪੜ੍ਹ ਕੇ ਦੇਖ ਲਏ ਨੇ, ਉਹ ਵੀ ਨਾਮ ਨੂੰ ਉੱਤਮ ਕਹਿੰਦੇ ਨੇ। ਵੇਦਾਂ ਮਹਿ ਨਾਮ ਉੱਤਮ। ਵੇਦਾਂ ਦੇ ਵਿੱਚ ਵੀ ਨਾਮ ਦੀ ਹੀ ਸ੍ਰੇਸ਼ਟਤਾਈ ਹੈ, ਨਾਮ ਦੀ ਹੀ ਪ੍ਰਧਾਨਤਾ ਹੈ। ਉਹਨਾਂ ਦਾ ਵੀ ਸਾਰ ਇਹੋ ਹੀ ਹੈ, ਜਿਹੜਾ ਜਪੇਗਾ ਉਹੀ ਉਹ ਤਰੇਗਾ, ਜਿਹੜਾ ਨਹੀਂ ਜਪੇਗਾ ਉਹ ਸੰਸਾਰ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਇਸੇ ਪ੍ਰਕਾਰ ਭਾਈ ਜੋ ਵੇਦ ਨੇ, ਸ਼ਾਸਤਰ ਹਨ, ਸਿਮਰਤੀਆਂ ਹਨ, ਉਹਨਾਂ ਨੂੰ ਵਿਚਾਰੇ ਜਿਹੜੇ ਵਿਚਾਰਨ ਵਾਲੇ ਨੇ ਉਹ ਵੀ ਸਾਰੇ ਇਹੀ ਹੀ ਕਹਿੰਦੇ ਨੇ। ਵਿਚਾਰੇ ਤੁਸੀਂ ਆਪ ਵਿਚਾਰ ਕਰਕੇ ਦੇਖ ਲਓ, 4 ਵੇਦਾਂ ਨੂੰ ਪੜ੍ਹ ਲਓ, 6 ਸ਼ਾਸਤਰਾਂ ਨੂੰ ਪੜ੍ਹ ਲਓ, 27 ਸਿਮਰਤੀਆਂ ਨੂੰ ਪੜ੍ਹ ਲਓ, ਸਾਰਿਆਂ ਦਾ ਸਾਰ ਸਿਧਾਂਤ ਇਹੀ ਹੀ ਹੈ, ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾਂ ਕਿਸੇ ਦਾ ਵੀ ਛੁਟਕਾਰਾ ਨਹੀਂ ਹੁੰਦਾ ਹੈ ਜੀ। ਹਰ ਕੀ ਭਗਤ ਕਰਹੁ ਮਨ ਲਾਏ। ਇਸ ਕਰਕੇ ਪਿਆਰਿਓ ਗੁਰਸਿੱਖੋ, ਹਰੀ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਹੀ ਕਰਨਾ ਕਰੋ, ਆਪਣੇ ਮਨ ਨੂੰ ਲਾ ਕਰਕੇ। ਜਦੋਂ ਪ੍ਰੇਮਾ ਭਗਤੀ ਕਰਨੀ ਹੈ, ਵਾਹਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਨਾ ਹੈ, ਤੇ ਯਤਨ ਕਰੋ ਜਿਹੜਾ ਮਨ ਹੈ ਇਹ ਬਾਹਰ ਨਾ ਭੱਜਾ ਫਿਰੇ, ਇਹ ਬਾਹਰ ਨਾ ਦੌੜਾ ਫਿਰੇ,
ਮਨ ਲਾਏ, ਮਨ ਨੂੰ ਨਾਮ ਦੇ ਵਿੱਚ ਲਗਾ ਕਰਕੇ ਫਿਰ ਪ੍ਰੇਮਾ ਭਗਤੀ ਕਰਨੀ ਹੈ। ਸੋ ਜਿਵੇਂ ਆਮ ਕਰਕੇ ਜਗਿਆਸੂ ਜਨਾਂ ਦਾ ਸਵਾਲ ਹੁੰਦਾ ਜੀ, ਬਾਣੀ ਪੜ੍ਹਦੇ ਆ, ਨਾਮ ਜਪਦੇ ਆ, ਮਨ ਲੱਗਦਾ ਨਹੀਂ। ਤੇ ਸਤਿਗੁਰੂ ਜੀ ਨੇ ਆਪ ਹੀ ਜੁਗਤੀਆਂ ਦੱਸਣਾ ਕੀਤੀਆਂ ਨੇ। ਹਰ ਕਾ ਨਾਮ ਧਿਆਏ ਸੁਣ, ਜਿਹੜਾ ਵਾਹਿਗੁਰੂ ਜੀ ਦਾ ਨਾਮ ਧਿਆਉਂਦਾ ਹੈ ਉਸ ਨੂੰ ਕੰਨਾਂ ਦੇ ਨਾਲ ਸੁਣਨਾ ਕਰ। ਧੁਨ ਮਹਿ ਧਿਆਨ, ਜਦੋਂ ਬਾਣੀ ਪੜ੍ਹਦਾ ਹੈ ਨਾ, ਜਿਹੜਾ ਧਿਆਨ ਹੈ ਜੋ ਤੂੰ ਮੁਖ ਚੋਂ ਬੋਲ ਰਿਹਾ, ਗੁਰਬਾਣੀ ਦੀ ਆਵਾਜ਼ ਆ ਰਹੀ, ਉਸ ਆਵਾਜ਼ ਦੇ ਅੰਦਰ, ਧੁਨ ਦੇ ਅੰਦਰ ਆਪਣੇ ਧਿਆਨ ਨੂੰ ਟਿਕਾਵਣਾ ਕਰ। ਤੇ ਜਿੱਥੋਂ ਧਿਆਨ ਟੁੱਟ ਗਿਆ, ਪਤਾ ਲੱਗ ਗਿਆ ਇੱਕ ਪੌੜੀ ਪੜ੍ਹੀ ਗਈ ਪਰ ਸੁਣਿਆ ਨਹੀਂ, ਉਸ ਪੌੜੀ ਨੂੰ ਦੁਬਾਰਾ ਪੜ੍ਹ। ਇੱਕ ਪੰਕਤੀ ਪੜ੍ਹੀਏ, ਜਿਹੜਾ ਮਨ ਹੈ ਭਟਕ ਕੇ ਕਿਧਰੇ ਦੂਰ ਚਲਿਆ ਗਿਆ, ਬੋਲੀ ਤੇ ਹੈ ਪਰ ਕੰਨਾਂ ਦੇ ਨਾਲ ਸੁਣੀ ਨਹੀਂ, ਉਸ ਪੰਕਤੀ ਨੂੰ ਦੁਬਾਰਾ ਪੜ੍ਹ। ਇਸ ਪ੍ਰਕਾਰ ਸੁਣ ਸੁਣ ਕੇ ਬਾਣੀ ਪੜ੍ਹ, ਸੁਣ ਸੁਣ ਕੇ ਸਿਮਰਨ ਕਰ। ਫਿਰ ਜਿਹੜਾ ਮਨ ਹੈ ਇਸ ਪ੍ਰਕਾਰ ਪਹਿਲਾਂ ਧੁਨ ਦੇ ਵਿੱਚ ਲਗਾਵਣਾ ਕਰ। ਜਦੋਂ ਧੁਨ ਦੇ ਵਿੱਚ ਲੱਗੇਗਾ, ਟਿਕਾਉ ਆਵੇਗਾ, ਫਿਰ ਗੁਰੂ ਸ਼ਬਦ ਦੇ ਅੰਦਰ ਟਿਕੇਗਾ, ਗੁਰਬਾਣੀ ਦੇ ਅਰਥਾਂ ਦੇ ਅੰਦਰ ਵੀ ਟਿਕੇਗਾ। ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਇਸ ਪ੍ਰਕਾਰ ਹਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੀ ਪ੍ਰੇਮਾ ਭਗਤੀ ਨੂੰ ਕਰਨਾ ਕਰ ਤੇ ਮਨ ਲਗਾ ਕਰਕੇ ਕਰ। ਜਿਹੜਾ ਮਨ ਹੈ ਇਸ ਨੂੰ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਲਗਾਵਣਾ ਕਰ। ਬੰਦਗੀ ਦੇ ਅੰਦਰ, ਪ੍ਰੇਮਾ ਭਗਤੀ ਦੇ ਅੰਦਰ ਹੀ ਲਾ ਲੈਣਾ ਕਰ। ਮਨ ਬੰਛਤ ਨਾਨਕ ਫਲ ਪਾਏ। ਤੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਭਾਈ ਜਦੋਂ ਮਨ ਲਾ ਕਰਕੇ ਪ੍ਰੇਮਾ ਭਗਤੀ ਕਰੇਗਾ ਨਾ, ਤੇ ਮਨ ਬੰਛਤ, ਮਨ ਦੀਆਂ ਜਿਤਨੀਆਂ ਵੀ ਇੱਛਾਵਾਂ ਨੇ, ਮਨ ਦੇ ਜਿਤਨੇ ਵੀ ਤੇਰੇ ਮਨੋਰਥ ਨੇ, ਇਹ ਸਾਰੇ ਪੂਰੇ ਹੋ ਜਾਣਗੇ। ਸਤਿਗੁਰੂ ਜੀ ਫਰਮਾਉਂਦੇ ਨੇ, ਮਨ ਇੱਛਤ ਫਲ ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲਵੇਂਗਾ। ਮਨ ਭਾਉਂਦੇ ਪਦਾਰਥ ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲਵੇਂਗਾ। ਮਨ ਭਾਉਂਦੀਆਂ ਦਾਤਾਂ, ਮਨ ਦੇ ਸਾਰੇ ਮਨੋਰਥ ਤੇਰੇ ਪੂਰੇ ਹੋ ਜਾਣਗੇ ਜਦੋਂ ਮਨ ਲਾ ਕਰਕੇ ਪ੍ਰੇਮਾ ਭਗਤੀ ਕਰੇਗਾ। ਕਿਉਂਕਿ ਜਿਹੜੇ ਮਨ ਲਾ ਕਰਕੇ ਪ੍ਰੇਮਾ ਭਗਤੀ ਕਰਦੇ ਨੇ, ਜਿਨ੍ਹਾਂ ਦਾ ਮਨ ਵਾਹਿਗੁਰੂ ਵਿੱਚ ਲੱਗ ਜਾਂਦਾ ਹੈ, ਫਿਰ ਵਾਹਿਗੁਰੂ ਜੀ ਦਾ ਮਨ ਤਿੰਨਾਂ ਪ੍ਰੇਮੀਆਂ ਦੇ ਵਿੱਚ ਲੱਗ ਜਾਂਦਾ ਹੈ। ਜਿਨ੍ਹਾਂ ਦਾ ਮਨ ਵਾਹਿਗੁਰੂ ਜੀ ਦਾ ਨਾਮ ਜਪਣ ਵਿੱਚ ਮੰਨ ਜਾਂਦਾ ਹੈ, ਪ੍ਰੇਮਾ ਭਗਤੀ ਕਰਨ ਵਾਲਿਆਂ ਦਾ, ਫਿਰ ਉਹਨਾਂ ਦੇ ਉੱਪਰ ਗੁਰ ਪਰਮੇਸ਼ਰ ਜੀ ਦਾ ਮਨ ਮੰਨ ਜਾਂਦਾ ਹੈ, ਪ੍ਰਭੂ ਪਰਮਾਤਮਾ ਜੀ ਦਾ ਮਨ ਮੰਨ ਜਾਂਦਾ ਹੈ। ਸਾ ਸੇਵਾ ਕੀਤੀ ਸਫਲ ਹੈ, ਉਹਨਾਂ ਦੀ ਕੀਤੀ ਹੋਈ ਉਹ ਸੇਵਾ ਸਫਲੀ ਹੋ ਜਾਂਦੀ ਹੈ। ਜਿਸ ਸਤਿਗੁਰ ਕਾ ਮਨ ਮੰਨੇ, ਜਿਸ ਦੇ ਉੱਪਰ ਸਤਿਗੁਰੂ, ਜਿਤ ਸਤਿਗੁਰ ਕਾ ਮਨ ਮੰਨੇ, ਜਿਸ ਸੇਵਾ ਕਰਨੇ ਦੇ ਨਾਲ ਸਤਿਗੁਰੂ ਜੀ ਦਾ ਮਨ ਮੰਨ ਜਾਵੇ, ਹਿਰਦਾ ਪਸੀਜ ਜਾਵੇ, ਪ੍ਰਸੰਨ ਹੋ ਜਾਵੇ, ਬਖਸ਼ਿਸ਼ ਹੋ ਜਾਵੇ, ਦਇਆਲਤਾ ਹੋ ਜਾਵੇ, ਤੇ ਜਿਸ ਦੇ ਉੱਪਰ ਸਤਿਗੁਰੂ ਜੀ ਦਾ ਮਨ ਮੰਨ ਗਿਆ, ਤਿਸ ਨੂੰ ਦੱਸੋ ਖਾਂ ਫਿਰ ਕਿਹੜੇ ਪਦਾਰਥ ਦੀ ਘਾਟ ਰਹਿ ਜਾਵੇਗੀ। ਹਜ਼ੂਰ ਫਰਮਾਉਂਦੇ ਨੇ, ਫਿਰ ਮਨ ਦੇ ਸਾਰੇ ਮਨੋਰਥ, ਸਾਰੀਆਂ ਚਿਤਵਨੀਆਂ ਸੁਭਾਵਕ ਹੀ, ਸੁਤੇ ਸਿਧ ਹੀ, ਆਪਣੇ ਆਪ ਹੀ ਪੂਰੀਆਂ ਹੋ ਜਾਣਗੀਆਂ। ਮਨੋਰਥ ਸਾਰੇ ਆਪਣੇ ਆਪ ਸੁਤੇ ਸਿਧ ਹੀ ਪ੍ਰਾਪਤ ਹੋ ਜਾਣਗੇ। ਸੰਗ ਨ ਚਾਲਸ ਤੇਰਾ ਤਨਾ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਮਨ ਦੇ ਮਨੋਰਥ ਪੂਰੇ ਕਰਨ ਵਾਸਤੇ ਤੂੰ ਜੜ ਮਾਇਆ ਦੇ ਪਿੱਛੇ ਭੱਜਾ ਫਿਰਦਾ ਹੈ, ਦਮੜਿਆਂ ਦੇ ਪਿੱਛੇ ਭੱਜਾ ਫਿਰਦਾ ਹੈ, ਤੇ ਜਿਹੜਾ ਧਨ ਇਕੱਠਾ ਕਰਨਾ ਸੀ ਉਹ ਤੇ ਕੀਤਾ ਹੀ ਨਹੀਂ। ਮਨ ਭਾਉਂਦਾ ਧਨ ਵੀ ਨਹੀਂ ਮਿਲਦਾ, ਤੇ ਮਨ ਦੇ ਮਨੋਰਥ ਵੀ ਫਿਰ ਪੂਰੇ ਨਹੀਂ ਹੁੰਦੇ ਨੇ। ਮਨ ਦੀਆਂ ਮਨ ਵਿੱਚ ਹੀ ਰਹਿ ਜਾਂਦੀਆਂ ਨੇ। ਮਨ ਕੀ ਮਨ ਹੀ ਮਾਹੇ ਰਹੀ। ਇਸ ਪ੍ਰਕਾਰ ਮਨੋਰਥ ਤਾਂ ਪੂਰੇ ਹੁੰਦੇ ਹੀ ਨਹੀਂ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਜਪ ਲੈ। ਇਹ ਜਿਹੜਾ ਧਨ ਪ੍ਰਤੱਖ ਤੂੰ ਕਮਾਉਂਦਾ ਫਿਰਦਾ ਹੈ, ਗੁਜ਼ਾਰੇ ਵਾਸਤੇ ਜ਼ਰੂਰੀ ਹੈ, ਪਰ ਪਾਪ ਕਿਰਤ ਕਰਦਿਆਂ ਹੋਇਆਂ ਜੋੜਨ ਦੇ ਵੱਲ ਜੋ ਦੌੜਾ ਫਿਰਦਾ, ਚੇਤੇ ਰੱਖੀ ਤੇਰੇ ਨਾਲ ਨਹੀਂ ਜਾਣਾ। ਸੰਗ ਨਾ ਚਾਲਸ ਤੇਰਾ ਧਨਾ। ਇਹ ਧਨ ਦੁਨਿਆਵੀ ਧਨ ਤੇਰੇ ਨਾਲ ਨਹੀਂ ਜਾਵੇਗਾ। ਸਾਰਾ ਇੱਥੇ ਦਾ ਕਮਾਇਆ ਇੱਥੇ ਹੀ ਰਹਿ ਜਾਣਾ ਹੈ। ਤੂੰ ਕਿਆ ਲਪਟਾਵਾ ਹੈ ਮੂਰਖ ਮਨਾ। ਆਪਣੇ ਮਨ ਨੂੰ ਐਵੇਂ ਸਿੱਖਿਆ ਦੇਣੀ ਹੈ, ਹੇ ਮੇਰਿਆ ਮੂਰਖ ਮਨਾ, ਕਿਸ ਧਨ ਨੂੰ ਮੋਹ ਕਰਕੇ ਚੰਬੜਿਆ ਫਿਰਦਾ ਹੈ, ਕਿਸ ਧਨ ਦੇ ਮੋਹ ਨੂੰ ਆਪਣੇ ਮਨ ਦੇ ਵਿੱਚ ਧਾਰਨ ਕਰਕੇ ਤੂੰ ਰੱਖਿਆ ਹੈ। ਇੱਕ ਕਦਮ ਵੀ ਇਸਨੇ ਨਾਲ ਨਹੀਂ ਜਾਣਾ ਹੈ। ਜਿਸ ਵੇਲੇ ਅੰਤਕਾਲ ਪ੍ਰਾਣਾ ਦਾ ਵਿਯੋਗ ਹੋਏਗਾ ਸਰੀਰ ਦੇ ਨਾਲੋਂ ਪ੍ਰਾਣਾ ਦੇ ਵਿਯੋਗ ਕਾਲ ਸਮੇਂ ਇਸਨੇ ਸਾਥ ਛੱਡ ਦੇਣਾ। ਜਦੋਂ ਸਰੀਰ ਤੋਂ ਵਿਯੋਗ ਹੋ ਜਾਣਾ, ਨਾਲ ਹੀ ਧਨ ਤੋਂ ਵੀ ਵਿਯੋਗ ਹੋ ਜਾਣਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਸਿੱਖਿਆ ਦੇ ਮਨ ਨੂੰ ਸਮਝਾਵਣਾ ਕਰ, ਗੁਰ ਉਪਦੇਸ਼ ਦੇ ਨਾਲ ਮਨ ਨੂੰ ਮੂਰਖਾ ਮਨਾ। ਕਿਉਂ ਇਸ ਧਨ ਦੇ ਮੋਹ ਦੇ ਵਿੱਚ ਚਿੰਬੜਿਆ ਪਿਆ ਹੈ, ਕਿਉਂ ਡੁੱਬਿਆ ਪਿਆ ਹੈ, ਕਿਉਂ ਇਸ ਦਲਦਲ ਦੇ ਅੰਦਰ ਡੁੱਬਦਾ ਜਾਂਦਾ ਹੈ, ਨਿਗਰਦਾ ਜਾਂਦਾ ਹੈ, ਗਲਤਾਨ ਹੋ ਰਿਹਾ ਹੈ। ਸੁਤ ਮੀਤ ਕੁਟੰਬ ਅਰ ਬਨਿਤਾ। ਸੁਤ ਦਾ ਅਰਥ ਹੈ ਪੁੱਤਰ, ਮੀਤ ਦਾ ਅਰਥ ਹੈ ਮਿੱਤਰ, ਕੁਟੰਬ ਦਾ ਅਰਥ ਹੈ ਇਸਤਰੀ ਤੋਂ, ਘਰ ਵਾਲੀ ਤੋਂ ਵਧਿਆ ਹੋਇਆ ਪਰਿਵਾਰ।
ਇੱਕ ਪਰਿਵਾਰ ਹੁੰਦਾ ਦਾਦੇ ਤੋਂ ਵਧਿਆ ਹੋਇਆ, ਇੱਕ ਪਿਤਾ ਤੋਂ ਵਧਿਆ ਹੋਇਆ। ਇਸੇ ਪ੍ਰਕਾਰ ਜਿਹੜਾ ਆਪਣੀ ਇਸਤਰੀ ਤੋਂ ਵਧਿਆ ਹੋਇਆ ਪਰਿਵਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਆਰ ਬਨਤਾ। ਇਸੇ ਪ੍ਰਕਾਰ ਬਨਤਾ ਚਾਹੇ ਘਰ ਵਾਲੀ ਏ, ਘਰ ਵਾਲੀ ਤੋਂ ਵਧਿਆ ਹੋਇਆ ਪਰਿਵਾਰ, ਧੀਆਂ ਪੁੱਤਰ, ਉਸ ਤੋਂ ਅੱਗੇ ਦੋਤੇ ਪੋਤਰੇ ਇਤਿਆਦਿਕ ਨੇ, ਚਾਹੇ ਪੁੱਤਰ ਨੇ ਤੇ ਚਾਹੇ ਮਿੱਤਰ ਹਨ। ਇਨ ਤੇ ਕਹੋ ਤੁਮ ਕਵਨ ਸਨਾਥਾ। ਭਾਈ ਤੂੰ ਆਪ ਕਹਿ ਕਰਕੇ ਦੱਸਣਾ ਕਰ ਖਾਂ, ਇਹਨਾਂ ਸਾਰਿਆਂ ਦੇ ਨਾਲ ਮੋਹ ਕਰਕੇ ਅੱਜ ਤੱਕ ਕੌਣ ਸਨਾਥਾ ਸਫਲਾ ਹੋਇਆ ਹੈ। ਇਹਨਾਂ ਦੇ ਮੋਹ ਵਿੱਚ ਫਸ ਕਰਕੇ, ਗਲਤਾਨ ਹੋ ਕਰਕੇ, ਡੁੱਬ ਕਰਕੇ ਅੱਜ ਤੱਕ ਕੌਣ ਸਨਾਥਾ ਕਲਿਆਣ ਨੂੰ ਪ੍ਰਾਪਤ ਹੋਇਆ ਹੈ। ਭਾਵ ਜਿਹੜਾ ਸਰੀਰਾਂ ਦਾ ਮੋਹ ਹੈ ਨਾ, ਇਹ ਆਵਾਗਾਉਣ ਦੇ ਵਿੱਚ ਲਿਆਉਣ ਵਾਲਾ ਹੈ। ਨਾ ਸਰੀਰਾਂ ਨੇ ਸਦੀਵ ਕਾਲ ਸਾਥ ਦੇਣਾ ਹੈ, ਨਾ ਨਾਲ ਨਿਭਣਾ ਹੈ, ਤੇ ਇਹਨਾਂ ਦਾ ਜਿਹੜਾ ਮੋਹ ਹੈ ਉਹ ਡੋਬ ਦੇਣ ਵਾਲਾ ਹੈ। ਇਸ ਪ੍ਰਕਾਰ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਕੌਣ ਹੈ ਅੱਜ ਤੱਕ, ਤੂੰ ਆਪ ਹੀ ਦੱਸ, ਜਿਹੜਾ ਸਫਲਾ ਹੋ ਗਿਆ ਹੋਵੇ ਸਰੀਰਾਂ ਦੇ ਮੋਹ ਦੇ ਵਿੱਚ ਲੱਗ ਕਰਕੇ। ਰਾਜ ਰੰਗ ਮਾਇਆ ਵਿਸਥਾਰ। ਸੋ ਰਾਜ ਰੰਗ ਦੇ ਅੰਦਰ, ਰਾਗ ਭਾਗ ਦੇ ਰੰਗ ਆਨੰਦ ਦੇ ਅੰਦਰ, ਇਸੇ ਪ੍ਰਕਾਰ ਰਾਜ ਇਤਿਆਦਿਕ ਨੂੰ ਪ੍ਰਾਪਤ ਕਰਕੇ ਰੰਗ ਰਲੀਆਂ ਮਾਨਣ ਦੇ ਅੰਦਰ ਜਿਹੜਾ ਜੀਵ ਹੈ ਬਹੁਤਾ ਹੀ ਖਚਤ ਹੋ ਜਾਂਦਾ ਹੈ, ਗਲਤਾਨ ਹੋ ਜਾਂਦਾ ਹੈ। ਸੋ ਇਸੇ ਪ੍ਰਕਾਰ ਫਿਰ ਪੜ੍ਹਦੇ ਹੋ ਜੀ, ਰਾਜ ਰੰਗ ਮਾਇਆ ਵਿਸਥਾਰ। ਰਾਜ ਰੰਗ ਦੇ ਰੰਗ ਨੂੰ ਭੋਗਦਿਆਂ, ਸੁਖ ਨੂੰ ਭੋਗਦਿਆਂ ਹੋਇਆਂ ਮਾਇਆ ਦੇ ਬਹੁਤ ਅਡੰਬਰ ਕਰਦਾ ਹੈ, ਬੜੇ ਵਿਸਥਾਰ ਕਰਦਾ ਹੈ, ਬੜੇ ਫੈਲਾਉ ਨੂੰ ਫੈਲਾਉਂਦਾ ਹੈ। ਇਨ ਤੇ ਕਹੋ ਕਵਨ ਛੁਟਕਾਰ। ਸੋ ਕਹਿਣਾ ਕਰੋ ਖਾਂ, ਇਸ ਵਿਸਥਾਰ ਦੇ ਵਿੱਚ ਲੱਗ ਕਰਕੇ, ਫੈਲਾਓ ਦੇ ਵਿੱਚ ਲੱਗ ਕਰਕੇ, ਅਥਵਾ ਇਸ ਦੇ ਮੋਹ ਦੇ ਵਿੱਚ ਲੱਗ ਕਰਕੇ ਵੀ ਅੱਜ ਤੱਕ ਕਿਸ ਦਾ ਛੁਟਕਾਰਾ ਹੋਇਆ ਹੈ। ਭਾਵ ਕਿਸੇ ਦਾ ਛੁਟਕਾਰਾ ਨਹੀਂ ਹੋਇਆ। ਰਾਜ ਰੰਗ ਦੇ ਮੋਹ ਵਿੱਚ ਲੱਗ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤਾਂ ਫਰਮਾਨ ਕਰਨਾ ਕਰਦੇ ਨੇ ਕਿ ਦਾਨੰ ਪ੍ਰਾਪੂਰਬੇਣ ਪੁੰਚੰਤੇ ਮਹੀਪਤੇ। ਜਿਹੜੇ ਧਰਤੀ ਦੇ ਰਾਜੇ ਨੇ ਨਾ, ਪੂਰਬਲੇ ਜਨਮਾਂ ਦੇ ਅੰਦਰ ਦਾਨ ਦਿੱਤੇ ਹੋਏ ਨੇ, ਉਸ ਦੇ ਬਦਲੇ ਇਹਨਾਂ ਨੂੰ ਪ੍ਰਿਥਵੀ ਦਾ ਰਾਜ ਪ੍ਰਾਪਤ ਹੋ ਗਿਆ। ਪਰ ਰਾਜ ਪ੍ਰਾਪਤ ਕਰਕੇ ਜਦੋਂ ਦੁਨੀਆ ਦੇ ਉੱਪਰ ਧੱਕਾ ਕਰਦੇ ਨੇ, ਜ਼ੋਰ ਅਜ਼ਮਾਈ ਕਰਦੇ ਨੇ, ਜ਼ੁਲਮ ਕਰਦੇ ਨੇ, ਤਾਂ ਹਜ਼ੂਰ ਫਰਮਾਉਂਦੇ ਨੇ ਫਿਰ ਚਿਰੰਕਾਲ ਦੁੱਖ ਭੋਗਤੇ। ਚਿਰ ਕਾਲ ਤੱਕ, ਕਰੋੜਾਂ ਅਰਬਾਂ ਖਰਬਾਂ ਸਾਲਾਂ ਤੱਕ 84 ਲੱਖ ਦੇ ਗੇੜੇ ਕੱਢਦੇ ਰਹਿੰਦੇ ਨੇ। ਕਦੇ ਕੁੱਤੇ ਬਣ ਗਏ, ਕਦੇ ਬਿੱਲੇ ਬਣ ਗਏ, ਕਦੇ ਸੱਪ ਬਣ ਗਏ, ਕਦੇ ਠੂਹੇ ਬਣ ਗਏ, ਕਦੇ ਬਘਿਆੜ ਬਣ ਗਏ। ਜੰਗਲਾਂ ਉਜਾੜਾਂ ਦੇ ਅੰਦਰ ਭੁੱਖੇ ਹੀ ਬੈਠੇ ਰਹੇ। ਕਈ ਦਿਨ ਖਾਣ ਨੂੰ ਸ਼ਿਕਾਰ ਵੀ ਨਹੀਂ ਮਿਲਦਾ। ਇਸ ਪ੍ਰਕਾਰ ਬਹੁਤੀਆਂ ਜੂਨੀਆਂ ਵਿੰਗੀਆਂ ਟੇਡੀਆਂ ਸੱਪ ਵਰਗੀਆਂ ਪ੍ਰਾਪਤ ਕਰਕੇ ਢਿੱਡ ਭਰ ਰਿੜਦੇ ਨੇ। ਸਾਰੀਆਂ ਜੂਨੀਆਂ ਦੇ ਪੈਰ ਤੇ ਹੈਗੇ ਨੇ। ਸੱਪ ਐਸੀ ਜੂਨੀ ਹੈ, ਇਸ ਦੇ ਪੈਰ ਵੀ ਹੈ ਨਹੀਂ, ਹੱਥ ਵੀ ਹੈ ਨਹੀਂ। ਬਿਨਾਂ ਹੱਥਾਂ ਪੈਰਾਂ ਤੋਂ ਢਿੱਡ ਭਾਰੀ ਸਾਰੀ ਜ਼ਿੰਦਗੀ ਰਿੜਦਾ ਰਹਿੰਦਾ ਹੈ। ਇਸ ਪ੍ਰਕਾਰ ਜਿਹੜੇ ਰਾਗ ਰੰਗ ਦੇ ਵਿੱਚ ਲੱਗ ਕਰਕੇ ਹੰਕਾਰੀ ਹੋ ਜਾਂਦੇ ਨੇ, ਭਾਈ ਕਿਸ ਦਾ ਛੁਟਕਾਰਾ ਹੋਇਆ ਹੈ? ਕਿਸੇ ਦਾ ਵੀ ਨਹੀਂ। ਬਲਕਿ ਟੇਢੀਆਂ ਜੂਨਾਂ ਆਵਾਗਾਉਣ ਦਾ ਕਾਰਨ ਬਣ ਜਾਂਦਾ ਹੈ ਰਾਜਮਦ, ਰਾਜ ਦਾ ਜੋ ਹੰਕਾਰ ਹੈ। ਇਸ ਪ੍ਰਕਾਰ ਭਾਈ ਰਾਜ ਭਾਗ ਪ੍ਰਾਪਤ ਕਰਕੇ ਵੀ ਜੇਕਰ ਨਾਮ ਨਹੀਂ ਜਪਦਾ ਤੇ ਫਿਰ ਛੁਟਕਾਰਾ ਨਹੀਂ ਹੋ ਸਕਦਾ ਹੈ। ਅਸ ਹਸਤੀ ਰਥ ਅਸਵਾਰੀ। ਅਸ ਨਾਮ ਹੈ ਘੋੜੇ ਦਾ, ਐੜਾ ਸੱਸੇ ਨੂੰ ਔਂਕੜ ਹੈ ਅਸ। ਐੜਾ ਸੱਸਾ ਅਸ ਹੋਵੇ ਤੇ ਅਰਥ ਬਣਦਾ ਇਸ ਪ੍ਰਕਾਰ, ਇਸ ਤਰ੍ਹਾਂ। ਐੜਾ ਸੱਸੇ ਨੂੰ ਸਿਹਾਰੀ ਹੋਵੇ ਤੇ ਅਰਥ ਬਣਦਾ ਹੈ ਆਸ, ਭਾਵ ਤਲਵਾਰ ਕਿਰਪਾਨ। ਐੜਾ ਸੱਸੇ ਨੂੰ ਔਂਕੜ ਲੱਗ ਜਾਵੇ ਆਸ, ਅਰਥ ਬਣ ਜਾਂਦਾ ਹੈ ਘੋੜਾ। ਹਜ਼ੂਰ ਫਰਮਾਵਣਾ ਕਰਦੇ ਨੇ, ਭਾਵੇਂ ਘੋੜਿਆਂ ਦੀਆਂ ਸਵਾਰੀਆਂ ਕਰ ਲਈਆਂ, ਭਾਵੇਂ ਹਸਤੀ ਨਾਮ ਹਾਥੀ ਦਾ ਹੈ, ਹਾਥੀਆਂ ਦੀਆਂ ਸਵਾਰੀਆਂ ਕਰ ਲਈਆਂ, ਰਥਾਂ ਦੇ ਉੱਪਰ ਸਵਾਰ ਹੋ ਗਿਆ, ਤੇ ਹੋਰ ਅਸਵਾਰੀ ਪਾਲਕੀ ਇਤਿਆਦਿਕਾਂ ਦੀਆਂ ਸੁਖਦਾਈਆਂ ਕਰ ਲਈਆਂ। ਝੂਠਾ ਡੰਫ ਝੂਠ ਪਾਸਾਰੀ। ਇਹ ਹਾਥੀ ਘੋੜੇ, ਇਹ ਡੋਲਿਆਂ ਵਿੱਚ ਬੈਠਣਾ, ਇਹ ਪਾਲਕੀਆਂ ਵਿੱਚ ਬੈਠਣਾ। ਇਸੇ ਪ੍ਰਕਾਰ ਰਥਾਂ ਦੀਆਂ ਸਵਾਰੀਆਂ, ਵਾਹਿਗੁਰੂ ਜੀ ਦਾ ਨਾਮ ਨਹੀਂ ਜਪਦਾ ਤੇ ਝੂਠਾ ਡੰਫ, ਸਾਰਾ ਝੂਠਾ ਹੀ ਦੰਭ ਹੈ, ਸਾਰਾ ਝੂਠਾ ਹੀ ਪਖੰਡ ਹੈ, ਸਾਰੇ ਝੂਠੇ ਹੀ ਬੰਧਨ ਹਨ, ਝੂਠਾ ਹੀ ਪਸਾਰਾ ਹੈ ਸਾਰਾ ਇਹ। ਜਬ ਤੇ ਹੋਈ ਲਾਮੀ ਧਾਈ ਚੱਲੇ ਨਾਹੀ ਇੱਕ ਪੈਰੇ। ਜਦੋਂ ਲੰਬੀ ਧਾਈ, ਲੰਬੇ ਮਾਰਗ ਤੇ ਦਰਗਾਹ ਦੇ ਮਾਰਗ ਚੱਲੇਗਾ ਨਾ, ਇਹਨਾਂ ਸਾਰੀਆਂ ਚੀਜ਼ਾਂ ਨੇ ਇੱਕ ਕਦਮ ਵੀ ਤੇਰੇ ਨਾਲ ਨਹੀਂ ਚੱਲਣਾ। ਇੱਕ ਵੀ ਕਦਮ ਤੈਨੂੰ ਤੋਰਨ ਵਾਸਤੇ, ਵਿਦਾ ਕਰਨ ਵਾਸਤੇ ਵੀ ਤੇਰੇ ਨਾਲ ਨਹੀਂ ਜਾਣਾ। ਘੋੜੇ ਤਬੇਲਿਆਂ ਵਿੱਚ ਵੱਜੇ ਹੀ ਰਹਿ ਜਾਣੇ ਨੇ, ਹਾਥੀ ਜਿਹੜੇ ਨੇ ਉਹ ਚੰਗਿਆੜਾ ਮਾਰਦੇ ਖੜੇ ਹੀ ਰਹਿ ਜਾਣਗੇ। ਇਸੇ ਪ੍ਰਕਾਰ ਡੋਲੇ ਪਾਲਕੀਆਂ ਤੇਰੀਆਂ ਪਈਆਂ ਹੀ ਰਹਿ ਜਾਣਗੀਆਂ, ਕੀਮਤੀ ਸਵਾਰੀਆਂ ਇੱਥੇ ਦੀਆਂ ਇੱਥੇ ਰਹਿ ਜਾਣੀਆਂ, ਇੱਕ ਕਦਮ ਵੀ ਤੇਰੇ ਨਾਲ ਨਹੀਂ ਜਾਵੇਗਾ।
ਨਾਮ ਤੋਂ ਬਿਨਾ ਇਹ ਸਾਰਾ ਪਸਾਰਾ ਡੰਬ ਹੈ, ਝੂਠਾ ਹੈ। ਜਿਨ ਦੀਏ ਤਿਸ ਬੁਝਾ ਨਾ ਬਿਗਾਨਾ। ਗਰੀਬ ਨਿਵਾਜ ਇਹ ਸਾਰੇ ਜਿਹੜੇ ਸੁੱਖਾਂ ਦੇ ਸਾਧਨ ਨੇ ਸਫਲੇ ਵੀ ਹੋ ਸਕਦੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਸਫਲੇ ਤਾਂ ਨੇ ਜੇ ਦੇਣਹਾਰ ਨੂੰ ਬੁੱਝ ਲਵੇ, ਦੇਣਹਾਰ ਨੂੰ ਜਾਣ ਲਵੇ। ਇਹਨਾਂ ਸਾਰੀਆਂ ਵਸਤੂਆਂ ਦਾ ਮਾਲਕ ਮੈਂ ਨਹੀਂ, ਇਹਨਾਂ ਦਾ ਮਾਲਕ ਦਾਤਾ ਤਾਂ ਪਰਮੇਸ਼ਰ ਹੈ। ਉਸ ਦਾਤੇ ਨੇ ਮੈਨੂੰ ਆਪਣੇ ਦਰ ਦਾ ਭਿਖਾਰੀ ਜਾਣ ਕੇ ਝੋਲੀ 'ਚ ਦਾਨ ਹੀ ਪਾਇਆ। ਇਹ ਤੇ ਖੈਰ ਪਾਈ ਆ ਮੈਨੂੰ ਮੰਗਤੇ ਨੂੰ। ਉਸ ਦੇਣਹਾਰ ਨੂੰ ਬੁੱਝ ਲਵੇ। ਪਰ ਇਹ ਜਿਹੜਾ ਪ੍ਰਾਣੀ ਹੈ ਦੇਣਹਾਰ ਨੂੰ ਬੁੱਝਦਾ ਹੀ ਨਹੀਂ, ਬੇਗਾਨਾ ਬੇਗਿਆਤ ਹੋਇਆ ਪਿਆ ਹੈ, ਬੇਸਮਝ ਹੋਇਆ ਪਿਆ ਹੈ, ਬੇਗਾਨਾ ਮੂਰਖ ਹੋ ਰਿਹਾ ਹੈ। ਪਰਮਾਤਮਾ ਜੀ ਦਾ ਦਰ ਛੱਡ ਕਰਕੇ ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾ ਵਾਲੇ ਰੰਨੇ ਦੀ, ਕੋ ਢੋਲ ਢਮੱਕਾ ਸਰਵਰ ਦਾ, ਐਵੇਂ ਬੇਗਾਨਾ ਦੇਵੀ ਦੇਵਤਿਆਂ ਦਾ ਹੋ ਰਿਹਾ ਹੈ, ਹੋਰਾਂ ਦਾ ਹੋ ਰਿਹਾ ਹੈ। ਦੇਣਹਾਰ ਨੂੰ ਨਹੀਂ ਜਪਦਾ ਸੋ ਬੇਗਾਨਾ ਗਾਨਾ ਨਾਮ ਗਾਇਨ ਕਰਨੇ ਤੋਂ ਹੈ। ਉਸ ਦੇ ਨਾਮ ਤੋਂ ਗਾਇਨ ਕਰਨੇ ਤੋਂ ਬੇਰਹਿਤ ਹੋ ਰਿਹਾ ਹੈ। ਉਸ ਦੇ ਗੁਣਾਂ ਨੂੰ ਤੇ ਗਾਉਂਦਾ ਹੀ ਨਹੀਂ ਹੈ ਜਿਹੜਾ ਵਾਹਿਗੁਰੂ ਸਾਰੇ ਪਦਾਰਥਾਂ ਦਾ ਦਾਤਾ ਹੈ। ਨਾਮ ਵਿਸਾਰ ਨਾਨਕ ਪਛਤਾਨਾ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ ਭਾਈ ਇਸ ਪ੍ਰਕਾਰ ਜਿਹੜਾ ਜੀਵ ਹੈ ਰੰਗ ਰਾਗ ਦੇ ਵਿੱਚ ਲੱਗ ਕਰਕੇ, ਸਰੀਰਾਂ ਪਰਿਵਾਰਾਂ ਦੇ ਮੋਹ ਦੇ ਵਿੱਚ ਲੱਗ ਕਰਕੇ ਵਾਹਿਗੁਰੂ ਜੀ ਦੇ ਨਾਮ ਨੂੰ ਵਿਸਾਰ ਦਿੰਦਾ ਹੈ। ਤੇ ਜਦੋਂ ਵਿਸਾਰ ਦਿੰਦਾ ਫਿਰ ਆਵਾਗਾਉਣ ਦੇ ਚੱਕਰਾਂ ਵਿੱਚ ਪੈਂਦਾ ਹੈ, ਸਰੀਰ ਕਰਕੇ ਵੀ ਦੁਖੀ ਹੁੰਦਾ ਹੈ, ਵੱਡੇ ਭਾਰੀ ਰੋਗ ਵੀ ਲੱਗਦੇ ਨੇ। ਇਸੇ ਪ੍ਰਕਾਰ ਮਨ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ, ਟਿਕਾਓ ਨਹੀਂ ਮਿਲਦਾ। ਨਾਮ ਨਾ ਜਪਣੇ ਕਰਕੇ ਚੰਗੇ ਸੰਸਕਾਰ ਮਨ ਦੇ ਅੰਦਰ ਪ੍ਰਗਟ ਨਹੀਂ ਜੇ ਹੁੰਦੇ, ਕਿਉਂਕਿ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਅੰਮ੍ਰਿਤ ਬਚਨੇ ਨੇ ਬਿਨ ਨਾਵੈ ਆਚਾਰ ਨਾ ਕਿਨਹੀ ਪਾਇਆ। ਉੱਚਾ ਸੁੱਚਾ ਕਿਰਦਾਰ, ਚੜ੍ਹਦੀ ਕਲਾ ਵਾਲਾ ਜੀਵਨ ਨਾਮ ਤੋਂ ਬਿਨਾ ਕਿਸੇ ਨੇ ਪ੍ਰਾਪਤ ਨਹੀਂ ਜੇ ਕੀਤਾ। ਭਾਵੇਂ ਕੋਈ ਲੱਖਾਂ ਕਰੋੜਾਂ ਦਾ ਮਾਲਕ ਹੋ ਗਿਆ, ਪਰ ਮਨ ਦੀਆਂ ਵਾਸ਼ਨਾਵਾਂ ਦੇ ਵਿੱਚ ਬੱਧਾ ਹੋਇਆ ਹੀ ਜੰਮਦਾ ਮਰਦਾ ਹੈ। ਜੁਗ ਜੁਗ ਮੇਰੇ ਸਰੀਰ ਕਾ ਵਾਸ਼ਨਾ ਬੱਧਾ ਆਵੈ ਜਾਏ। ਇਸੇ ਪ੍ਰਕਾਰ ਚੰਗਾ ਕਰੈਕਟਰ, ਚੰਗਾ ਕਿਰਦਾਰ ਨਹੀਂ ਬਣਦਾ ਹੈ ਨਾਮ ਤੋਂ ਬਿਨਾ, ਕਿਉਂਕਿ ਜਿਹੜਾ ਮਨ ਹੈ ਨਾ ਰੂਪ ਦੇ ਧਨ ਦੇ ਪਿੱਛੇ ਭੱਜਦਾ ਹੋਇਆ ਸਦਾ ਪਾਪੀ, ਸਦਾ ਔਗਣਿਆਰਾ ਹੀ ਹੋਇਆ ਰਹਿੰਦਾ। ਨਾਮ ਨੂੰ ਜਪ ਕਰਕੇ ਹੀ ਆਚਾਰ ਬਣਦਾ ਹੈ, ਨਾਮ ਨੂੰ ਜਪ ਕਰਕੇ ਹੀ ਕਿਰਦਾਰ ਬਣਦਾ ਹੈ, ਵਿਵਹਾਰ ਬਣਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਜਦੋਂ ਇਹ ਪ੍ਰਾਣੀ ਨਾਮ ਨੂੰ ਨਹੀਂ ਜਪਦਾ, ਭਾਵੇਂ ਰਾਜ ਭਾਗ ਵੀ ਪ੍ਰਾਪਤ ਕਿਉਂ ਨਾ ਕਰ ਲਵੇ, ਫਿਰ ਅੰਤਕਾਲ ਇਸ ਨੂੰ ਬਹੁਤਾ ਹੀ ਪਛਤਾਪ ਕਰਨਾ ਪੈਂਦਾ ਹੈ। ਸੋ ਇਸ ਪ੍ਰਕਾਰ ਨਾਮ ਨੂੰ ਵਿਸਾਰ ਕਰਕੇ ਬਹੁਤਾ ਹੀ ਪਛਤਾਉਂਦਾ ਹੈ। ਪਰ ਤੱਕ ਵੀ ਬਹੁਤ ਸਾਰੇ ਐਸੇ ਬਜ਼ੁਰਗ ਜਿਨ੍ਹਾਂ ਨੇ ਧਨ ਤੇ ਬੜਾ ਕਮਾਇਆ ਪਰ ਨਾਮ ਨਾ ਜਪਿਆ, ਆਪਣੀ ਔਲਾਦ ਨੂੰ ਨਾਮ ਦੇ ਗੁਰਸਿੱਖੀ ਦੇ ਸੰਸਕਾਰ ਨਹੀਂ ਦਿੱਤੇ ਤੇ ਔਲਾਦ ਨਾ ਫਰਮਾਨ ਹੋ ਗਈ। ਧੀਆਂ ਪੁੱਤ ਕਹਿਣੇ ਤੋਂ ਬਾਹਰੇ ਹੋ ਗਏ, ਪੁੱਤ ਪੋਤੇ ਕਿਸੇ ਪ੍ਰਕਾਰ ਆਖੇ ਨਹੀਂ ਲੱਗਦੇ। ਫਿਰ ਮੰਜੇ ਤੇ ਬੈਠੇ, ਨਾਲੇ ਤੇ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ, ਰੂਹ ਦਾ ਕੰਠ ਸ਼ਬਦ ਨਹੀਂ ਉਚਰਿਆ ਅਬ ਕਿਆ ਕਰ ਹੈ ਪ੍ਰਾਨੀ। ਨਾਲੇ ਤੇ ਅੱਖਾਂ ਚੋਂ ਪਾਣੀ ਪੂੰਝੀ ਜਾਂਦੇ ਨੇ, ਨਾਲੇ ਥੋੜਾ ਥੋੜਾ ਖੰਗੀ ਜਾਂਦੇ ਨੇ, ਨਾਲੇ ਆਏ ਗਏ ਨੂੰ ਉਲਾਂਭੇ ਦਿੰਦੇ ਨੇ, ਦੇਖ ਲਾ ਪੁੱਤ ਸਾਰੀ ਜ਼ਿੰਦਗੀ ਜਿਨ੍ਹਾਂ ਦੇ ਲੇਖੇ ਲਾ ਦਿੱਤੀ, ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਮੈਂ ਟੁੱਟ ਟੁੱਟ ਕੇ ਮਰਦਾ ਰਿਹਾ, ਮੁਸ਼ੱਕਤਾਂ ਕਰਦਾ ਰਿਹਾ, ਮਿੱਟੀ ਨਾ ਮਿੱਟੀ ਹੁੰਦਾ ਰਿਹਾ, ਹੱਥੀਂ ਹਲ ਵਾਹੁੰਦਾ ਰਿਹਾ, ਧੁੱਪਾਂ ਵਿੱਚ ਸੜਦਾ ਰਿਹਾ, ਪਾਲੇ ਸਰੀਰ ਤੇ ਝੱਲੇ, ਸੱਪਾਂ ਦੀਆਂ ਸਰੀਆਂ ਮਿੱਧੀਆਂ, ਨੌਕਰੀ ਜੌਬ ਕਰਨ ਵਾਸਤੇ ਲੰਬੇ ਲੰਬੇ ਸਫ਼ਰ ਕੀਤੇ, ਭੁੱਖੇ ਤੇ ਆਏ ਰਹਿ ਰਹਿ ਕਰਕੇ ਇਹਨਾਂ ਵਾਸਤੇ ਪੈਸਾ ਬਚਾਇਆ, ਤੇ ਅੱਜ ਮੇਰੀ ਬਾਤ ਹੀ ਨਹੀਂ ਪੁੱਛਦੇ। ਇਸ ਪ੍ਰਕਾਰ ਫਿਰ ਪੁੱਤ ਪੋਤੇ ਵੀ ਕਹਿੰਦੇ ਨੇ ਬਾਪੂ ਰਹਿਣ ਦੇ, ਤੇਰੇ ਵੱਸ ਦੀ ਗੱਲ ਨਹੀਂ, ਤੂੰ ਹੁਣ 17-72 ਹੋ ਗਿਆ ਹੈ। ਕੋਈ ਸਲਾਹ ਦੇਣ ਲੱਗੇ ਬਜ਼ੁਰਗ ਕਹਿੰਦੇ ਛੱਡ, ਪੁਰਾਣੇ ਜ਼ਮਾਨੇ ਦੀਆਂ ਗੱਲਾਂ ਕਰਦਾ ਬਾਪੂ, ਜ਼ਮਾਨਾ ਬਦਲ ਗਿਆ, ਤੇਰੇ ਵੱਸ ਦੀ ਗੱਲ ਨਹੀਂ, ਤੂੰ ਆਪਣੀਆਂ ਨਕਮੀਆਂ ਸਲਾਹਾਂ ਆਪਣੇ ਕੋਲ ਹੀ ਰੱਖ। ਫਿਰ ਬੜਾ ਪਛਤਾਉਂਦੇ ਨੇ ਜਿਨ੍ਹਾਂ ਵਾਸਤੇ ਸਾਰੀ ਜ਼ਿੰਦਗੀ ਗਾਲ ਦਿੱਤੀ ਸਿਮਰਨ ਭਜਨ ਤੋਂ ਬਿਨਾਂ, ਕੇਵਲ ਤਾਂ ਕੇਵਲ ਮਾਇਆ ਦੀ ਦੌੜ ਦੇ ਵਿੱਚ। ਅੱਜ ਉਹ ਗੱਲ ਵੀ ਸੁਣਨ ਵਾਸਤੇ ਤਿਆਰ ਨਹੀਂ, ਉਹ ਬਾਤ ਵੀ ਨਹੀਂ ਪੁੱਛਦੇ, ਉਹ ਨੇੜੇ ਵੀ ਨਹੀਂ ਆ ਕਰਕੇ ਬੈਠਦੇ ਹਨ। ਫਿਰ ਨਾਮ ਨੂੰ ਵਿਸਾਰ ਕਰਕੇ ਬਹੁਤਾ ਹੀ ਪਛਤਾਤਾਪ ਕਰਦਾ ਹੈ ਕਿ ਕਿਧਰੇ ਮੈਂ ਨਾਮ ਜਪ ਲਿਆ ਹੁੰਦਾ, ਜੀਵਨ ਤੇ ਸਫਲਾ ਹੋ ਜਾਂਦਾ। ਇਸੇ ਪ੍ਰਕਾਰ ਮਨ ਬਹੁਤ ਜ਼ਿਆਦਾ ਭਟਕਦਾ ਹੈ, ਫਿਰ ਮਨ ਨੂੰ ਟਿਕਾਉ ਨਹੀਂ ਆਉਂਦਾ। ਫਿਰ ਬੜਾ ਪਛਤਾਉਂਦੇ ਨੇ ਜੀ ਹੁਣ ਮਨ ਨੂੰ ਕਿਵੇਂ ਟਿਕਾ ਲਈਏ, ਹੁਣ ਮਨ ਨੂੰ ਸ਼ਾਂਤੀ ਕਿਵੇਂ ਆ ਜਾਵੇ। ਪਰ ਨਾਮ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ ਇਸ ਪ੍ਰਕਾਰ ਬੇਗਿਆਤ ਬੇਸਮਝ ਮੂਰਖ ਹੋ ਕਰਕੇ ਸਾਰੀ ਜ਼ਿੰਦਗੀ ਲੰਘਾ ਦਿੱਤੀ ਤੇ ਨਾਮ ਨੂੰ ਵਿਸਾਰ ਕਰਕੇ ਫਿਰ ਬਹੁਤਾ ਹੀ ਪਛਤਾਉਂਦਾ ਹੈ। ਜਦੋਂ ਜੰਮਾਂ ਦੀ ਫਾਹੀ ਗਲ ਦੇ ਵਿੱਚ ਪੈਂਦੀ ਹੈ ਨਾ, ਫਿਰ ਬੜਾ ਪਛਤਾਉਂਦਾ ਹੈ। ਜਿਨ੍ਹਾਂ ਸੰਬੰਧੀਆਂ ਤੇ ਧਨ ਦੇ ਵਾਸਤੇ ਜ਼ਿੰਦਗੀ ਲੰਘਾ ਦਿੱਤੀ,
ਨਾ ਸੰਬੰਧੀਆਂ ਨੇ ਸਾਥ ਨਿਭਾਇਆ, ਨਾ ਧਨ ਨੇ। ਜੇ ਪ੍ਰਮਾਤਮਾ ਜੀ ਦਾ ਨਾਮ ਜਪ ਲਿਆ ਹੁੰਦਾ ਤੇ ਅੱਜ ਇਤਨਾ ਔਖਾ ਨਾ ਹੁੰਦਾ। ਉੱਥੇ ਦੱਸਣਾ ਕਰੇ ਮੇਰਾ ਬੜਾ ਵੱਡਾ ਮੁਰਾਤਬਾ ਸੀ, ਮੈਂ ਪਿੰਡ ਦਾ ਮੁਖੀ ਸੀ, ਮੈਂ ਸ਼ਹਿਰ ਦਾ ਮੁਖੀ ਸੀ, ਪੰਚ ਸਰਪੰਚ ਸੀ, MC ਸੀ, ਮੈਂ ਬਲਾਕ ਪ੍ਰਧਾਨ ਸੀ, ਜਾਂ ਕਹਿ ਦੇਵੇ ਮੈਂ MP ਸੀ, ਮੈਂ MLA ਸੀ, ਮੈਂ ਪ੍ਰਧਾਨ ਮੰਤਰੀ ਸੀ, ਮੈਂ ਮੁੱਖ ਮੰਤਰੀ, ਮੈਂ ਰਾਸ਼ਟਰਪਤੀ ਸੀ। ਉੱਥੇ ਨਹੀਂ ਦੂਜੀ ਗੱਲ ਮੰਨੀ ਜਾਂਦੀ। ਜੇ ਕਵੇ ਮੈਂ ਗ੍ਰਹਿ ਮੰਤਰੀ ਸੀ, ਉੱਥੇ ਤੇ ਜੰਮ ਕਹਿੰਦੇ ਭਾਈ ਇੱਕੋ ਗੱਲ ਦੱਸ, ਨਾਮ ਕਿੰਨਾ ਜਪਿਆ? ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ। ਰਾਜਾ ਹੋਏਗਾ ਧਰਤੀ ਤੇ, ਇੱਥੇ ਤੇਰਾ ਕੋਈ ਰਾਜ ਨਹੀਂ, ਇੱਥੇ ਤੂੰ ਦੋਸ਼ੀ ਗੁਨਾਹਗਾਰ ਹੈ, ਕਿਉਂਕਿ ਪ੍ਰਮਾਤਮਾ ਜੀ ਦਾ ਨਾਮ ਨਹੀਂ ਜਪਿਆ। ਜੀ ਮੈਂ ਰਾਜਾ ਹਾਂ ਕਹਿੰਦੇ ਫਿਰ ਤੇ ਹੋਰ ਵੀ ਵੱਡਾ ਗੁਨਾਹਗਾਰ ਹੈ। ਜਿਸ ਪ੍ਰਮਾਤਮਾ ਜੀ ਨੇ ਰਾਜ ਭਾਗ ਬਖਸ਼ਿਆ ਤੂੰ ਉਸ ਨੂੰ ਹੀ ਭੁਲਾ ਦਿੱਤਾ, ਤੂੰ ਤੇ ਹੋਰ ਵੀ ਵੱਡਾ ਪਾਪੀ ਹੈ। ਇਸ ਕਰਕੇ ਤੈਨੂੰ ਤੇ ਸਜ਼ਾ ਵੱਧ ਮਿਲੂਗੀ। ਤੇ ਇਸ ਵੇਲੇ ਫਿਰ ਬਹੁਤਾ ਹੀ ਪਛਤਾਤਾਪ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਨਾਮ ਵਿਸਾਰ ਨਾਨਕ ਪਛਤਾਨਾ। ਭਾਈ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਨਾ, ਜੰਮਾਂ ਦੀਆਂ ਫਾਹੀਆਂ ਦੇ ਵਿੱਚ ਪਾਏ ਹੋਏ ਬੱਜੇ ਹੋਏ, ਫਿਰ ਬਹੁਤਾ ਹੀ ਪਛਤਾਪ ਕਰਦੇ ਹਨ, ਪਛਤਾਤਾਪ ਕਰਦੇ ਹਨ। ਗੁਰ ਕੀ ਮਤ ਤੂੰ ਲੇਹ ਇਆਨੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅਸੀਂ ਤੇ ਬੜੇ ਅਣਜਾਣ, ਨਾ ਸਾਨੂੰ ਦੁਨੀਆ ਦਾ ਗਿਆਨ, ਨਾ ਨਾਮ ਦਾ ਗਿਆਨ। ਨਾਮ ਦੇ ਦਾਤੇ ਸਤਿਗੁਰੂ ਜੀ ਦੀਆਂ ਰਹਿਮਤਾਂ, ਪ੍ਰਭੂ ਪਰਮਾਤਮਾ ਜੀਆਂ ਦੀਆਂ ਰਹਿਮਤਾਂ। ਮਹਾਰਾਜ ਅਸੀਂ ਇਹਨਾਂ ਸਭਨਾਂ ਦੇ ਵੱਲੋਂ ਬੇਗਿਆਤ ਹੋ ਰਹੇ ਹਾਂ, ਬੇਸਮਝ ਹੋ ਰਹੇ ਹਾਂ। ਮਹਾਰਾਜ ਸਾਡਾ ਵੀ ਭਲਾ ਹੋ ਸਕਦਾ ਹੈ। ਹਜ਼ੂਰ ਫਰਮਾਉਂਦੇ ਨੇ, ਹਾਂ ਭਾਈ ਤੁਸੀਂ ਵੀ ਸਾਰੇ ਤਰ ਸਕਦੇ ਹੋ। ਹਜ਼ੂਰ ਸਾਡੇ ਮਨ ਨੂੰ ਧੀਰਜ ਕਿਵੇਂ ਆਵੇ, ਸਮਝ ਕਿਵੇਂ ਜਾਈਏ। ਪਾਤਸ਼ਾਹ ਜੀ ਫਰਮਾਉਂਦੇ ਨੇ, ਗੁਰ ਕੀ ਮਤ ਤੂੰ ਲੇਹ ਇਆਨੇ। ਹੇ ਅਣਜਾਣ ਪੁਰਸ਼ਾ, ਇਆਨਾ ਨਾਮ ਨਿਆਣੇ ਦਾ ਹੁੰਦਾ ਹੈ। ਜਿਵੇਂ ਬੱਚਾ ਬੇਸਮਝ ਹੁੰਦਾ ਨਾ, ਦੀਨ ਦੁਨੀਆ ਦੀ ਖਬਰ ਨਹੀਂ, ਇਸੇ ਪ੍ਰਕਾਰ ਜਿਹੜਾ ਜੀਵ ਹੈ ਇਸ ਨੂੰ ਗੁਰ ਪਰਮੇਸ਼ਰ ਜੀ ਦੇ ਪਰ ਉਪਕਾਰਾਂ ਤੇ ਵਾਹਿਗੁਰੂ ਜੀ ਦੇ ਨਾਮ ਦੀ ਖਬਰ ਨਹੀਂ, ਸਮਝ ਨਹੀਂ ਹੈ। ਇਸ ਕਰਕੇ ਇਸ ਨੂੰ ਇਆਣਾ ਹੀ ਆਖਿਆ ਹੈ, ਬੱਚਾ ਹੀ ਆਖਿਆ ਹੈ। ਸਾਰਾ ਜਗਤ ਸੰਸਾਰ ਵਾਹਿਗੁਰੂ ਜੀ ਦੀ ਚੇਤਨ ਸੱਤਾ ਦੇ ਆਸਰੇ ਹੈ। ਇਸ ਕਰਕੇ ਵੀ ਜਗਤ ਸੰਸਾਰ ਵਾਹਿਗੁਰੂ ਜੀ ਦਾ ਬਾਲਕਾ ਬੱਚਾ ਹੀ ਹੈ। ਪਾਤਸ਼ਾਹ ਜੀ ਫਰਮਾਉਂਦੇ ਨੇ, ਹੇ ਇਆਨੇ, ਹੇ ਨਿਆਣੇ ਵਾਂਗੂ ਬੇਸਮਝ ਪੁਰਖਾ, ਗੁਰ ਕੀ ਮਤ ਤੂੰ ਲੇਹ। ਜੇ ਤੇਰੇ ਪਾਸ ਆਤਮ ਵਿਸ਼ੈਣੀ ਮਤ ਨਹੀਂ, ਬੁੱਧੀ ਨਹੀਂ, ਤੈਨੂੰ ਸਮਝ ਨਹੀਂ, ਤੇ ਸਤਿਗੁਰੂ ਜੀ ਗੁਰਮਤ ਦੇ ਦਾਤੇ ਨੇ। ਸਤਿਗੁਰੂ ਜੀ ਆਤਮ ਵਿਸ਼ੈਣੀ ਮਤ ਦੇ ਦਾਤੇ ਨੇ। ਸਤਿਗੁਰੂ ਜੀ ਦੇ ਆਖਰ ਪਾਸੋਂ ਆ ਕਰਕੇ ਮਤ ਲੈ ਲੈ। ਮਤ ਤੋਂ ਭਾਵ ਹੈ ਸ਼ੁਭ ਸਿੱਖਿਆ। ਸਤਿਗੁਰੂ ਜੀ ਦੇ ਪਾਸੋਂ ਆ ਕਰਕੇ ਸ਼ੁਭ ਸਿੱਖਿਆ ਨੂੰ ਧਾਰਨ ਕਰ ਲੈਣਾ, ਕਰ ਗ੍ਰਹਿਣ ਕਰ ਲੈਣਾ, ਕਰ ਬੇਸਮਝ ਪੁਰਖਾ। ਭਗਤ ਬਿਨਾ ਬਾਹੋ ਡੂਬੇ ਸਿਆਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਵਣਾ ਕਰਦੇ ਨੇ, ਹੀ ਅਗਿਆਤ ਪੁਰਸ਼ਾ, ਜਗਤ ਦੇ ਅੰਦਰ ਪ੍ਰਮਾਤਮਾ ਜੀ ਦੀ ਪ੍ਰੇਮਾ ਭਗਤੀ ਕੀਤੇ ਤੋਂ ਬਿਨਾ ਬੜੇ ਬੜੇ ਵੱਡੇ ਸਿਆਣੇ ਡੁੱਬ ਗਏ ਨੇ। ਇਥੇ ਅਫਲਾਤੂ ਵਰਗੇ ਡੁੱਬ ਗਏ, ਰਾਵਣ ਵਰਗੇ ਡੁੱਬ ਗਏ, ਕੰਸ ਵਰਗੇ ਡੁੱਬ ਗਏ, ਹਰਨਾਕਸ਼ ਵਰਗੇ ਡੁੱਬ ਗਏ, ਦੁਰਯੋਧਨ ਵਰਗੇ ਡੁੱਬ ਗਏ, ਜਿਨ੍ਹਾਂ ਦੇ ਨਾਮ ਦਾ ਡੰਕਾ ਵੱਜਦਾ ਸੀ ਤੇ ਜਿਨ੍ਹਾਂ ਨੇ ਸਿਰ ਦੇ ਉੱਪਰ ਬਾਦਸ਼ਾਹੀ ਛਤਰ ਫਿਰਾਵਣਾ ਕੀਤੇ। ਵੱਡੇ ਵੱਡੇ ਸਿਆਣੇ ਜਿਹੜੇ ਸੀ ਨਾਮ ਤੋਂ ਬਿਨਾ ਡੁੱਬ ਗਏ। ਕਿਸੇ ਦਾ ਪਾਰ ਉਤਾਰਾ ਨਹੀਂ ਹੁੰਦਾ ਹੈ। ਬਾਜ ਗੁਰੂ ਡੁੱਬਾ ਜਗ ਸਾਰਾ। ਭਾਵੇਂ ਕੋਈ ਵਿਗਿਆਨਕ ਬਣ ਜਾਵੇ, ਸਾਇੰਟਿਸਟ ਬਣ ਜਾਵੇ, ਡਾਕਟਰ, ਇੰਜੀਨੀਅਰ, ਫਿਲਾਸਫਰ ਬਣ ਜਾਵੇ, ਪਰ ਜੇਕਰ ਨਾਮ ਨਹੀਂ ਨਾ ਜਪਦਾ ਤੇ ਹਜ਼ੂਰ ਫਰਮਾਉਂਦੇ ਨੇ, ਡਿਗਰੀਆਂ ਭਾਵੇਂ ਕਿੰਨੀਆਂ ਵੀ ਪ੍ਰਾਪਤ ਕਰ ਲੈ, ਜੇ ਨਾਮ ਨਹੀਂ ਜਪਿਆ ਤੂੰ ਯੋਗ ਨਹੀਂ ਹੈ। ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਜੇਤਾ ਪੜਿਆ ਤੇਤਾ ਕੜਿਆ। ਫਿਰ ਜਿੰਨਾ ਪੜਦਾ ਗਿਆ ਤਿਵੇਂ ਕੱਢਦਾ ਹੀ ਗਿਆ। ਤੇ ਜੇ ਕੋਈ ਪੜ੍ਹਾਈ ਦਾ ਡਿਗਰੀਆਂ ਦਾ ਹੀ ਮਾਣ ਕਰੇ, ਮੈਂ ਦੁਨਿਆਵੀ ਵਿਦਿਆ ਬੜੀ ਪੜ੍ਹੀ ਹੈ, ਤੇ ਸਤਿਗੁਰੂ ਜੀ ਫਰਮਾਨ ਕਰਨਾ ਕਰਦੇ ਨੇ, ਪੜਿਆ ਮੂਰਖ ਆਖੀਐ। ਉਸ ਪੜ੍ਹੇ ਲਿਖੇ ਨੂੰ ਸਿਆਣਾ ਨਹੀਂ, ਮੂਰਖ ਆਖਿਆ ਜਾਂਦਾ ਹੈ। ਮੂਰਖ ਆਖਣਾ ਚਾਹੀਦਾ ਹੈ, ਮੂਰਖ ਜਾਣਨਾ ਚਾਹੀਦਾ ਹੈ। ਜਿਤ ਲੱਭ ਲੋਭ ਅਹੰਕਾਰਾ, ਜਿਸ ਨੇ ਵਿਦਿਆ ਪੜ੍ਹ ਕਰਕੇ ਵਿਦਿਆ ਦਾ ਹੰਕਾਰ ਧਾਰਨ ਕਰ ਲਿਆ ਤੇ ਵਿਦਿਆ ਨੂੰ ਜ਼ਰੀਆ ਬਣਾ ਕਰਕੇ ਕੇਵਲ ਪਦਾਰਥਾਂ ਦਾ ਲੋਭ ਹੀ ਮਨ ਵਿੱਚ ਧਾਰਿਆ ਹੈ। ਵਿਦਿਆ ਪੜ੍ਹਨੇ ਦਾ ਮਹੱਤਵ ਤੇ ਇਹ ਹੁੰਦਾ ਹੈ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿਦਿਆ ਵਿਚਾਰੀ ਹੋਈ ਪੜ੍ਹੀ ਹੋਈ ਸਫਲੀ ਤਾਂ ਜੇਕਰ ਪਰ ਉਪਕਾਰ ਕਰੀਏ, ਪਰ ਉਪਕਾਰ ਭੁਲਾ ਕਰਕੇ ਲੋਭ ਲਾਲਚਾਂ ਦੇ ਵਸ ਹੋ ਕਰਕੇ ਦੂਸਰਿਆਂ ਦਾ ਹੱਕ ਹੀ ਮਾਰਦੇ ਰਹੇ, ਫਿਰ ਕਾਹਦਾ ਸਿਆਣਾ? ਫਿਰ ਤੇ ਮੂਰਖ ਹੀ ਹੈ ਨਾ। ਇਸ ਪ੍ਰਕਾਰ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਵੱਡੇ ਵੱਡੇ ਸਿਆਣੇ, ਡਿਗਰੀਆਂ ਵਾਲੇ, ਡਾਕਟਰ, ਇੰਜੀਨੀਅਰ, ਫਿਲਾਸਫਰ, ਸਾਇੰਟਿਸਟ, ਜੇਕਰ ਨਾਮ ਨਹੀਂ ਜਪਦੇ ਤੇ ਸਫਲੇ ਉਹ ਵੀ ਨਹੀਂ, ਯੋਗ ਉਹ ਵੀ ਨਹੀਂ। ਦੁਨੀਆ ਦੀ ਬੜੀ ਸਮਝ ਰੱਖਣ ਵਾਲੇ, ਇਸੇ ਪ੍ਰਕਾਰ ਸਮੁੰਦਰਾਂ ਦੇ ਅੰਦਰ ਟੁੱਬੀਆਂ ਮਾਰ ਕੇ ਹੀਰੇ ਮੋਤੀ ਕੱਢ ਕੇ ਲੈ ਆਉਣ ਵਾਲੇ,
ਜਹਾਜ਼ਾਂ ਦੀ ਕਾਢ ਕੱਢਣ ਵਾਲੇ ਤੇ ਆਕਾਸ਼ੀ ਅਡਾਰੀਆਂ ਲਾਉਣ ਵਾਲੇ, ਚੰਦਰਮਾ ਤੇ ਗ੍ਰਹਿਾਂ ਤੱਕ ਵੀ ਪੁੱਜ ਜਾਣ ਵਾਲੇ ਜਿਹੜੇ ਸਿਆਣਫਾ ਰੱਖਣ ਵਾਲੇ ਨੇ ਨਾ, ਜੇ ਨਾਮ ਨੂੰ ਨਹੀਂ ਜਪਦੇ ਤੇ ਫਿਰ ਜੋਗ ਨਹੀਂ ਤਰਨਗੇ, ਉਹ ਵੀ ਨਹੀਂ। ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ ਵੱਡੇ ਵੱਡੇ ਭਾਰੀ ਸਿਆਣੇ ਜਿਹੜੇ ਨੇ ਉਹ ਡੁੱਬ ਗਏ ਨੇ ਸੰਸਾਰ ਸਾਗਰ ਦੇ ਅੰਦਰ ਅਤੇ ਨਰਕਾਂ ਦੇ ਅੰਦਰ, ਵਿਕਾਰਾਂ ਦੇ ਅੰਦਰ। ਹਰ ਕੀ ਭਗਤ ਕਰਹੁ ਮਨ ਮੀਤ। ਮੀਤ ਦਾ ਅਰਥ ਹੈ ਮਿੱਤਰ। ਸਤਿਗੁਰੂ ਜੀ ਬੜੇ ਪਿਆਰ ਦੇ ਨਾਲ ਸਮਝਾਉਂਦੇ ਨੇ, ਹੇ ਮੇਰਿਆ ਮਿੱਤਰਾ, ਹੇ ਮੇਰਿਆ ਦੋਸਤਾ, ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕਰ ਲੈਣਾ ਕਰ। ਜਿਹੜਾ ਹਰੀ ਅਕਾਲ ਪੁਰਖ ਵਾਹਿਗੁਰੂ ਮਨ ਮੀਤ, ਸਾਰਿਆਂ ਦੇ ਨਾਲੋਂ ਮਨ ਸਰਬ ਸ਼੍ਰੋਮਣੀ ਵੱਡਾ ਭਾਰੀ ਉੱਤਰ ਕ੍ਰਿਸ਼ਟ ਹੈ, ਜਿਸ ਦੇ ਸਦਰਸ਼ ਕੋਈ ਪੁੱਜ ਨਹੀਂ ਸਕਦਾ। ਜਿਹੜਾ ਵਾਹਿਗੁਰੂ ਮਨ ਦਾ ਮਿੱਤਰ ਹੈ। ਸੰਸਾਰ ਦੇ ਅੰਦਰ ਸਾਧ ਸੰਗਤ ਜੀ ਜਿਹੜੇ ਤੇ ਤਨ ਦੇ ਮਿੱਤਰ ਹੁੰਦੇ ਨੇ, ਤਨ ਤੇ ਬੁਢੇਪਾ ਆਵੇ ਤੇ ਫਿਰ ਸਾਥ ਛੱਡ ਜਾਂਦੇ ਨੇ। ਵਾਹਿਗੁਰੂ ਮਨ ਦਾ ਮਿੱਤਰ ਹੈ, ਮਨ ਨੂੰ ਸਾਧਾਰ ਕਰ ਦੇਣੇ ਵਾਲਾ ਹੈ, ਸ਼ੁੱਧ ਕਰਨੇ ਵਾਲਾ ਹੈ, ਚੰਚਲਤਾਈ ਨੂੰ ਹਟਾ ਦੇਣ ਵਾਲਾ, ਰੋਕ ਦੇਣੇ ਵਾਲਾ ਹੈ। ਐਸਾ ਜਿਹੜਾ ਸਭਨਾ ਦਾ ਮਨ ਮੀਤ, ਸਾਰਿਆਂ ਦੇ ਮਨ ਦਾ ਪਿਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਹੈ, ਤੇ ਇਸ ਦੇ ਨਾਮ ਦੀ ਭਗਤੀ, ਹਰੀ ਵਾਹਿਗੁਰੂ ਜੀ ਦੀ ਬੰਦਗੀ ਗੁਰ ਉਪਦੇਸ਼ ਦੇ ਨਾਲ ਕਰ ਲੈਣਾ ਕਰ। ਨਿਰਮਲ ਹੋਏ ਤੁਮਹਾਰੋ ਚੀਤ। ਹੇ ਮਿੱਤਰਾ, ਹੇ ਮੇਰੇ ਦੋਸਤ, ਜਦੋਂ ਵਾਹਿਗੁਰੂ ਜੀ ਦੇ ਨਾਮ ਦੀ ਬੰਦਗੀ ਕਰੇਗਾ, ਸਿਮਰਨ ਕਰੇਗਾ, ਜਪਣਾ ਕਰੇਗਾ ਸਤਨਾਮ ਸ੍ਰੀ ਵਾਹਿਗੁਰੂ, ਤੇ ਜਪਦਿਆਂ ਜਪਦਿਆਂ ਤੇਰਾ ਜਿਹੜਾ ਮਨ ਹੈ ਨਾ ਉਹ ਨਿਰਮਲ ਹੋ ਜਾਵੇਗਾ, ਚੰਚਲਤਾਈ ਛੁੱਟ ਜਾਵੇਗੀ, ਭਟਕਣਾ ਹਟ ਜਾਵੇਗੀ, ਬੁਰੇ ਵਿਚਾਰ ਰੁਕ ਜਾਣਗੇ, ਆਕਾਸ਼ਾਂ ਪਾਤਾਲਾਂ ਵਿੱਚ ਚੜ੍ਹਨਾ ਉਤਰਨਾ ਮੁੱਕ ਜਾਵੇਗਾ, ਜੂਨੀਆਂ ਵਿੱਚ ਆਉਣਾ ਹਟ ਜਾਵੇਗਾ। ਮਨ ਦੀ ਸਾਰੀ ਪਾਪਾਂ ਵਿਕਾਰਾਂ ਦੀ ਅਨੰਤ ਕਾਲ ਤੋਂ ਕਰੋੜਾਂ ਜਨਮਾਂ ਦੀ ਲੱਗੀ ਹੋਈ ਮੈਲ ਨਾਮ ਰੂਪੀ ਜਲ ਦੇ ਨਾਲ, ਪ੍ਰੇਮ ਰੂਪੀ ਸਾਬਣ ਦੇ ਨਾਲ ਧੋਤੀ ਜਾਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਜਿਹੜਾ ਤੇਰਾ ਮੈਲਾ ਮਨ ਹੈ ਨਾ, ਜਨਮਾਂ ਜਨਮਾਂਤਰਾਂ ਦੀ ਪਾਪਾਂ ਦੀ ਮੈਲ ਕਰਕੇ, ਉਹ ਵੀ ਨਿਰਮਲ, ਮੈਲ ਤੋਂ ਨਿਰ ਰਹਿਤ ਹੋ ਜਾਵੇਗਾ, ਉਹ ਵੀ ਨਿਰਮਲ ਸ਼ੁੱਧ ਹੋ ਜਾਵੇਗਾ, ਉਹ ਵੀ ਨਿਰਮਲ ਸਵੱਛ ਹੋ ਜਾਵੇਗਾ, ਸਾਫ਼ ਹੋ ਜਾਵੇਗਾ, ਉਜੜ ਸਰੂਪ ਹੋ ਜਾਵੇਗਾ ਤੇਰਾ ਚਿੱਤ, ਤੇਰਾ ਮਨ। ਵਾਹਿਗੁਰੂ ਜੀ ਦੀ ਬੰਦਗੀ ਕਰਿਆ ਕਰ। ਚਰਨ ਕਮਲ ਰਾਖੋ ਮਨ ਮਾਹੇ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਜਿਹੜੇ ਚਰਨ ਕਮਲ ਨੇ ਨਾ, ਇਹਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਰੱਖਣਾ ਕਰ। ਜੋ ਸਤਿਗੁਰੂ ਜੀ ਦਾ ਆਸਰਾ ਲੈਣਾ, ਇਹ ਆਸਰਾ ਰੂਪੀ ਅਧਿਸ਼ਠਾਨ ਰੂਪੀ ਚਰਨ ਨੇ। ਆਸਰਾ ਰੂਪੀ ਅਧਿਸ਼ਠਾਨ ਰੂਪੀ ਚਰਨਾਂ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖ। ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਨੂੰ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖ। ਇਹ ਨਾਮ ਰੂਪੀ ਚਰਨ ਐਸੇ ਨੇ, ਜਿਹੜਾ ਵੀ ਇਹਨਾਂ ਚਰਨਾਂ ਦਾ ਆਸਰਾ ਲੈ ਲੈਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਭਵ ਜਲ ਸੰਸਾਰ ਸਾਗਰ ਤੋਂ ਮੁਕਤੀ ਰੂਪੀ ਕਿਨਾਰੇ ਤੇ ਉਤਾਰ ਦਿੰਦੇ ਨੇ। ਇਸ ਕਰਕੇ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨਾਂ ਨੂੰ ਆਪਣੇ ਮਨ ਦੇ ਅੰਦਰ ਸਦਾ ਵਸਾ ਕਰਕੇ ਰੱਖ। ਮਨ ਦੇ ਵਿੱਚੋਂ ਨਾਮ ਦਾ ਸਿਮਰਨ ਕਦੇ ਭੁੱਲ ਨਾ ਜਾਵੇ। ਜਨਮ ਜਨਮ ਕੇ ਕਿਲ ਬਿਖ ਜਾਹੇ। ਭਾਈ ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਪਿਆਰ ਦੇ ਨਾਲ ਜਪਣਾ ਕਰੇਗਾ ਨਾ, ਤੇਰੇ ਜਨਮਾਂ ਜਨਮਾਂਤਰਾਂ ਦੇ ਸਾਰੇ ਜਿਹੜੇ ਕਿਲ ਬਿਖ ਵੱਡੇ ਭਾਰੀ ਬੱਜਰ ਪਾਪ ਨੇ, ਉਹ ਵੀ ਨਾਸ਼ ਹੋ ਜਾਣਗੇ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਵੱਡੇ ਭਾਰੀ 4 ਪਾਪ ਆਖੇ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ। ਇਸ ਪ੍ਰਕਾਰ ਬ੍ਰਾਹਮਣ ਬ੍ਰਹਮ ਗਿਆਨੀ ਨੂੰ ਮਾਰਨਾ, ਕੈਲੀ ਘਾਤ ਗਊ ਨੂੰ ਮਾਰਨਾ, ਅਣਚਾਰੀ ਜਿਹੜਾ ਆਚਾਰ ਤੋਂ ਹੀਣਾ ਹੈ ਤਿਸ ਦਾ ਧਨ ਖਾਣਾ, ਤੇ ਕੁੜੀਆਂ ਨੂੰ ਕੰਜਕਾ, ਕੁੜੀਆਂ ਨੂੰ ਮਾਰਨਾ। ਪਹਿਲੇ ਸਮਿਆਂ ਦੇ ਅੰਦਰ ਜੰਮਣ ਤੋਂ ਬਾਅਦ ਮਾਰਿਆ ਕਰਦੇ ਸਨ, ਅੱਜ ਕੱਲ ਜੰਮਣ ਤੋਂ ਪਹਿਲਾਂ ਹੀ ਮਾਰ ਦਿੰਦੇ ਨੇ। ਸਤਿਗੁਰੂ ਜੀ ਬਚਨ ਕਰਦੇ, ਭਾਈ ਤਿੰਨਾਂ ਦੇ ਹੱਥੋਂ ਪ੍ਰਸ਼ਾਦਾ ਪਾਣੀ ਭੋਜਨ ਜਲ ਵੀ ਛਕ ਲਿਆ ਨਾ, ਤੇ ਵੱਡਾ ਭਾਰੀ ਐਸਾ ਪਾਪ ਲੱਗਦਾ ਜਿਹੜਾ ਉਤਰਦਾ ਹੀ ਨਹੀਂ। ਕਿਸੇ ਦੀ ਪਾਪ ਦੀ ਕਿਰਤ ਹੋਵੇ, ਦੂਜਿਆਂ ਦਾ ਹੱਕ ਮਾਰ ਕੇ ਪੈਸਾ ਜੋੜਿਆ ਹੋਵੇ ਮਲਕ ਭਾਗੋ ਦੇ ਵਾਂਗੂ, ਭਾਵੇਂ ਲੱਖਾਂਪਤੀ ਕਰੋੜਾਪਤੀ ਅਰਬਾਪਤੀ ਵੀ ਕਿਉਂ ਨਾ ਹੋਵੇ, ਉਸ ਨੂੰ ਵੱਡਾ ਨਾ ਜਾਣ। ਜੇ ਪਾਪ ਦੀ ਕਿਰਤ ਉਸਨੇ ਇਕੱਠੀ ਕੀਤੀ ਹੈ, ਜਿਹੜਾ ਧਨ ਹੈ ਦੂਸਰਿਆਂ ਦਾ ਖੂਨ ਚੂਸਿਆ, ਨਸ਼ੇ ਇਤਿਆਦਿਕ ਵੇਚ ਕਰਕੇ ਕਮਾਇਆ ਹੋਇਆ ਧਨ ਹੈ, ਐਸੇ ਬੰਦੇ ਦੀ ਜੇਕਰ ਕਮਾਈ ਖਾ ਲਈਏ ਨਾ, ਉਸ ਦੀ ਕਮਾਈ ਦਾ ਪ੍ਰਸ਼ਾਦਾ ਵੀ ਛਕ ਲਈਏ, ਤੇ ਮੱਤ ਮਾਰੀ ਜਾਂਦੀ ਹੈ। ਨਾਮ ਜਪਣ ਦੇ ਵਿੱਚ ਲਿਵ ਨਹੀਂ ਜੁੜਦੀ ਹੈ, ਸਿਮਰਨ ਭਜਨ ਕਰਨੇ ਦੇ ਵਿੱਚ, ਬੰਦਗੀ ਕਰਨੇ ਦੇ ਵਿੱਚ ਮਨ ਨਹੀਂ ਟਿਕਦਾ ਹੈ, ਅਣਚਾਰੀ ਕਾ ਧਾਨ ਖਾਣ ਦੇ ਨਾਲ। ਇਸੇ ਲਈ ਸਤਿਗੁਰੂ ਜੀ ਬਚਨ ਕਰਦੇ ਨੇ, ਜਹਾਂ ਤਹਾਂ ਕਾ ਖਾਏ ਪ੍ਰਸਾਦ, ਸੋ ਸਿੱਖ ਨਾਹੀ ਆਦ ਜੁਗਾਦ। ਐਸਾ ਨਹੀਂ ਹੁੱਕੇ ਵਾਲੇ ਦੇ ਹੱਥੋਂ ਵੀ, ਬੀੜੀ ਤੰਬਾਕੂ ਵਾਲੇ ਦੇ ਹੱਥੋਂ ਵੀ, ਨਸ਼ਿਆਂ ਵਾਲੇ ਦੇ ਹੱਥੋਂ ਵੀ, ਅਣਚਾਰੀ ਦੇ ਹੱਥੋਂ ਵੀ, ਜਿੱਥੋਂ ਮਰਜ਼ੀ ਲੈ ਕੇ ਖਾ ਲਿਆ, ਐਸਾ ਜੀਵਨ ਸਿੱਖ ਦਾ ਨਹੀਂ ਹੋਣਾ ਚਾਹੀਦਾ। ਸੋ ਇਸ ਪ੍ਰਕਾਰ ਗਰੀਬ ਨਿਵਾਜ ਸਾਹਿਬ ਜੀ ਫਰਮਾਨ ਕਰਦੇ ਨੇ, ਇਹ ਜਿਹੜੇ ਵੱਡੇ ਭਾਰੀ ਪਿਛਲੀਆਂ ਜਨਮਾਂ ਦੇ ਅੰਦਰ ਗੁਨਾਹ ਇਤਿਆਦਿਕ ਕੀਤੇ,
ਜਾਂ ਗੁਰਮਤਿ ਦੇ ਜਾਣੂ ਹੋਣ ਤੋਂ ਪਹਿਲਾਂ ਅਣਚਾਰੀ ਦਾ ਧਾਨ ਖਾ ਲਿਆ ਜਾਂ ਹੋਰ ਕੋਈ ਪਾਪ ਕਰਮ ਕਰ ਲਿਆ, ਇਹਨਾਂ ਬੱਜਰ ਪਾਪਾਂ ਤੋਂ ਵੀ ਬਖਸ਼ਾ ਦੇਣ ਵਾਲਾ, ਗੁਨਾਹਾਂ ਨੂੰ ਬਖਸ਼ਾ ਦੇਣ ਵਾਲਾ ਪ੍ਰਮਾਤਮਾ ਜੀ ਦਾ ਨਾਮ ਹੈ। ਇਸ ਪ੍ਰਕਾਰ ਇਹ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਹੈ। ਸਤਿਗੁਰੂ ਜੀ ਫਰਮਾਵਨਾ ਕਰਦੇ ਹਨ, ਫਿਰ ਪੜ੍ਹਦੇ ਹੋ ਜੀ। ਜਨਮ ਜਨਮ ਕੇ ਕਿਲ ਬਿਖ ਜਾਹੇ। ਜਿੰਨੇ ਵੀ ਜਨਮਾਂ ਜਨਮਾਂਤਰਾਂ ਦੇ ਅੰਦਰ ਲੰਘ ਚੁੱਕੇ, ਜਨਮਾਂ ਜਨਮਾਂਤਰਾਂ ਦੇ ਅੰਦਰ ਤੂੰ ਪਾਪ ਗੁਨਾਹ ਬੱਜਰ ਵੱਡੇ ਭਾਰੀ ਕਿਲਵਿਖ ਪਾਪ ਵੀ ਕੀਤੇ ਨੇ ਨਾ, ਉਹ ਵੀ ਸਾਰੇ ਜਾਹੇ ਚਲੇ ਜਾਣਗੇ, ਜਾਹੇ ਨਾਸ਼ ਹੋ ਜਾਣਗੇ, ਜਾਹੇ ਮਿਟ ਜਾਣਗੇ। ਐਸਾ ਵਾਹਿਗੁਰੂ ਜੀ ਦਾ ਨਾਮ ਅਸੰਖ ਖਤੇ ਖਿਨ ਬਖਸ਼ਨਹਾਰਾ। ਵਾਹਿਗੁਰੂ ਜੀ ਆਪਣੇ ਪਿਆਰਿਆਂ ਦੇ ਅਸੰਖਾਂ ਗੁਨਾਹਾਂ ਨੂੰ, ਅਸੰਖਾਂ ਜਨਮਾਂ ਦੇ ਗੁਨਾਹਾਂ ਨੂੰ ਖਿਨ ਮਾਤਰ ਸਮੇਂ ਦੇ ਅੰਦਰ ਬਖਸ਼ ਦਿੰਦੇ ਨੇ। ਹੁਣ ਕਿਸੇ ਨੂੰ ਥੋੜਾ ਪਤਾ, ਸਾਨੂੰ ਥੋੜਾ ਨਾ ਪਤਾ ਹੈ ਪਿਛਲੇ ਜਨਮਾਂ ਦੇ ਅੰਦਰ ਕਿਤਨੇ ਕੁ ਗੁਨਾਹ ਕੀਤੇ ਨੇ, ਪਰ ਸਤਿਗੁਰੂ ਜੀ ਨੂੰ ਪਤਾ ਹੈ, ਵਾਹਿਗੁਰੂ ਜੀ ਨੂੰ ਪਤਾ ਹੈ। ਤੇ ਜਿਹੜਾ ਵਾਹਿਗੁਰੂ ਜੀ ਦਾ ਹੋ ਜਾਂਦਾ ਹੈ, ਰਸਨਾ ਦੇ ਨਾਲ ਜਪਣਾ ਕਰਦਾ ਹੈ ਸਤਨਾਮ ਸ੍ਰੀ ਵਾਹਿਗੁਰੂ, ਫਿਰ ਨਾਮ ਜਪਣ ਦੇ ਸਦਕੇ ਵਾਹਿਗੁਰੂ ਜੀ ਜਨਮਾਂ ਜਨਮਾਂਤਰਾਂ ਦੇ ਸਾਰੇ ਕਿਲਵਿਖ ਬੱਜਰ ਪਾਪਾਂ ਨੂੰ, ਗੁਨਾਹਾਂ ਨੂੰ ਮੁਆਫ ਕਰ ਦਿੰਦੇ ਨੇ, ਖਿਮਾ ਕਰ ਦਿੰਦੇ ਨੇ, ਨਾਸ਼ ਕਰ ਦਿੰਦੇ ਹਨ ਜੀ। ਆਪ ਜਪਹੁ ਅਵਰਾ ਨਾਮ ਜਪਾਵਹੁ। ਆਪਣੇ ਤੇ ਉਪਕਾਰ ਕਰੋ, ਪਹਿਲਾਂ ਆਪ ਵਾਹਿਗੁਰੂ ਜੀ ਦਾ ਨਾਮ ਜਪੋ, ਫਿਰ ਦੂਸਰਿਆਂ ਦਾ ਭਲਾ ਕਰੋ, ਦੂਸਰਿਆਂ ਨੂੰ ਵੀ ਵਾਹਿਗੁਰੂ ਜੀ ਦਾ ਨਾਮ, ਅਵਰਾ ਹੋਰਾਂ ਨੂੰ ਵੀ ਨਾਮ ਜੋ ਵਾਹਿਗੁਰੂ ਜੀ ਦਾ ਹੈ ਉਹ ਜਪਾਵਣਾ ਕਰੋ। ਸੁਨਤ ਕਹਤ ਰਹਤ ਗਤ ਪਾਵਹੁ। ਨਾਮ ਨੂੰ ਸੁਣਦਿਆਂ ਹੋਇਆਂ, ਨਾਮ ਨੂੰ ਕਹਿੰਦਿਆਂ ਹੋਇਆਂ, ਗੁਰ ਪਰਮੇਸ਼ਰ ਜੀ ਦੀ ਰਹਿਤ ਦੇ ਵਿੱਚ ਰਹਿੰਦਿਆਂ ਹੋਇਆਂ ਗਤ ਪਾਵਹੁ, ਮੁਕਤੀ ਨੂੰ ਪ੍ਰਾਪਤ ਕਰ ਲਵੋਗੇ। ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਕੈਸੀ ਵੱਡੀ ਭਾਰੀ ਦਇਆਲਤਾ ਕੀਤੀ ਹੈ। ਦੇਸ਼ ਭਾਸ਼ਾ ਦੇ ਵਿੱਚ ਬੜੇ ਸਰਲ ਅੱਖਰਾਂ ਦੇ ਨਾਲ ਗਰੀਬ ਨਿਵਾਸ ਸਾਹਿਬ ਜੀ ਨੇ ਅੰਮ੍ਰਿਤਵਤ ਉਪਦੇਸ਼ ਬ੍ਰਹਮ ਗਿਆਨ ਦੇ ਬਖਸ਼ਿਸ਼ ਕਰਨਾ ਕੀਤੇ ਨੇ। ਐਸੀ ਬਾਣੀ ਨੂੰ ਪੜ੍ਹਨ ਵਾਸਤੇ ਨਾ ਕਿਸੇ ਕਾਵ ਕੋਸ਼ ਨੂੰ ਪੜ੍ਹਨ ਦੀ ਲੋੜ ਹੈ, ਨਾ ਵਿਆਕਰਣ ਨੂੰ ਪੜ੍ਹਨ ਦੀ ਲੋੜ ਹੈ, ਨਾ ਇਸੇ ਪ੍ਰਕਾਰ 12-12 ਸਾਲ ਜਾ ਕਰਕੇ ਸੰਸਕ੍ਰਿਤ ਵਾਂਗੂ ਸੋ ਆਸ਼ਰਮਾਂ ਵਿੱਚ ਰਹਿ ਕਰਕੇ ਘਰ-ਬਾਰ ਤਿਆਗਣ ਦੀ ਲੋੜ ਹੈ। ਸਧਾਰਨ ਜਨ ਵੀ ਪੜ੍ਹ ਲਵੇ ਤੇ ਸਿੱਧੀ ਸਮਝ ਆ ਜਾਂਦੀ ਹੈ। ਆਪ ਜਪਹੁ ਅਵਰਹ ਨਾਮ ਜਪਾਵਹੁ, ਸੁਨਤ ਕਹਿਤ ਰਹਿਤ ਗਤ ਪਾਵਹੁ। ਜੋ ਰਹਿਤ ਸਤਿਗੁਰੂ ਸੱਚੇ ਪਾਤਸ਼ਾਹ ਕਲਗੀਧਰ ਸਾਹਿਬ ਜੀ ਨੇ ਦਰਸਾਵਣਾ ਕੀਤੀ ਹੈ ਨਾ, ਗੁਰਮਰਿਆਦਾ ਰਹਿਤ ਦੇ ਵਿੱਚ ਰਹਿਣਾ ਕਰੋ। ਇਸੇ ਪ੍ਰਕਾਰ ਜਦੋਂ ਨਾਮ ਨੂੰ ਕੰਨਾਂ ਦੇ ਨਾਲ ਸੁਣਦੇ ਰਹੋਗੇ, ਕਹਿਤ ਮੁਖ ਦੇ ਵਿੱਚੋਂ ਕਹਿੰਦੇ ਰਹੋਗੇ, ਰਹਿਤ ਸਾਰੇ ਪਾਪਾਂ ਵਿਕਾਰਾਂ ਤੋਂ ਰਹਿਤ ਹੋ ਜਾਵੋਗੇ। ਪਹਿਲੇ ਪਾਪ ਕੀਤੇ ਹੋਏ ਨਾਸ ਹੋ ਜਾਣਗੇ, ਗਤ ਨਾਸ ਹੋ ਜਾਣਗੇ, ਤੇ ਅੱਗੇ ਸ਼ੁੱਧ ਕਰਮਾਂ ਦੀ ਗਤ ਪ੍ਰਾਪਤੀ ਹੋਵੇਗੀ। ਸ਼ੁੱਧ ਉਜਲ ਕਰਮਾਂ ਨੂੰ ਕਰਨ ਵਾਲੇ ਹੋਵੋਗੇ। ਇਸ ਪ੍ਰਕਾਰ ਨਾਮ ਨੂੰ ਕਹਿੰਦਿਆਂ, ਜਪਦਿਆਂ, ਜਪਾਉਂਦਿਆਂ, ਜਪਦਿਆਂ, ਜਪਾਉਂਦਿਆਂ, ਕਹਿੰਦਿਆਂ, ਕਹਾਉਂਦਿਆਂ, ਸੁਣਦਿਆਂ, ਸੁਣਾਉਂਦਿਆਂ, ਕੀਰਤਨ ਕਰਦਿਆਂ, ਸਰਵਣ ਕਰਦਿਆਂ, ਵਾਹਿਗੁਰੂ ਜੀ ਦਾ ਜਸ ਕਰਦਿਆਂ ਤੇ ਸਰਵਣ ਕਰਦਿਆਂ ਗਤ ਪਾਵਹੁ। ਗਤ ਨੂੰ ਪ੍ਰਾਪਤ, ਮੁਕਤੀ ਨੂੰ ਪ੍ਰਾਪਤ ਕਰ ਲਵੋਗੇ। ਸਾਰ ਭੂਤ ਸਤ ਹਰਿ ਕੋ ਨਾਉ। ਭਾਈ ਕੁੱਲ ਦੁਨੀਆ ਸੰਸਾਰ ਦੇ ਅੰਦਰ, ਕਰੋੜਾ ਬ੍ਰਹਮੰਡਾਂ ਦੇ ਅੰਦਰ ਜਿਹੜਾ ਸਾਰ ਭੂਤ ਸਰਬ ਸ੍ਰੇਸ਼ਟ ਸਾਰ ਤਤ ਸਿਧਾਂਤ ਹੈ ਨਾ, ਇਹ ਤਾਂ ਸਤ ਸਰੂਪ ਹਰੀ ਪਰਮਾਤਮਾ ਵਾਹਿਗੁਰੂ ਜੀ ਦਾ ਨਾਮ ਹੀ ਹੈ। ਇਥੇ ਸਾਰ ਭੂਤ ਇਕੱਠਾ ਸ਼ਬਦ ਹੈ। ਇਥੇ ਭੂਤ ਤੋਂ ਅਰਥ ਪੰਜ ਭੂਤ ਵੀ ਨਹੀਂ ਤੇ ਗੁਪਤ ਰੂਹਾਂ ਵਾਲੇ ਭੂਤ ਵੀ ਨਹੀਂ। ਸਾਰ ਭੂਤ ਇਕੱਠਾ ਸ਼ਬਦ ਅਰਥ ਕਰਕੇ, ਸੋ ਇਸ ਪ੍ਰਕਾਰ ਜਿਹੜਾ ਸਭਨਾ ਦਾ ਸਾਰ ਭੂਤ ਹੈ, ਤਤ ਸਿਧਾਂਤ ਹੈ, ਸੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਹੈ। ਤੇ ਜੇ ਭੂਤ ਦਾ ਅਰਥ ਪੰਜ ਭੂਤ ਕਰਨਾ ਹੋਵੇ, ਪੰਜ ਭੂਤਾਂ ਤੋਂ, ਪੰਜ ਤੱਤਾਂ ਤੋਂ ਜਿਤਨੀ ਵੀ ਸ੍ਰਿਸ਼ਟੀ ਬਣੀ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਸਾਰ ਸੂਤਰ ਰੂਪ ਹੋ ਕਰਕੇ ਵਸਿਆ, ਤਤ ਸਿਧਾਂਤ ਰੂਪ ਜੋਤ ਰੂਪ ਹੋ ਕਰਕੇ ਵਸਿਆ ਸਤ ਸਰੂਪ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਹੀ ਹੈ। ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਹਰ ਕੋ ਨਾਉ ਜੋ ਸਦਾ ਸਤ ਸਰੂਪ ਹੈ, ਤਿਸ ਦੇ ਨਾਮ ਨੂੰ ਸਦਾ ਸਦਾ ਜਪਣਾ ਕਰ। ਸਹਜ ਸੁਭਾਏ ਨਾਨਕ ਗੁਣ ਗਾਓ। ਗੁਰਦੇਵ ਪਿਤਾ ਜੀ ਫਰਮਾਨ ਕਰਨਾ ਕਰਦੇ ਨੇ, ਭਾਈ ਸਹਿਜ ਸੁਭਾਹੀ ਨਿਰਜਤਨ ਹੀ ਹਰ ਵੇਲੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਾ ਹੀ ਰਹੋ। ਸਹਿਜ ਆਪਣੇ ਸੁਭਾਅ ਨੂੰ ਐਸਾ ਸਹਿਜ ਦੇ ਵਿੱਚ ਲੈ ਆਉਣਾ ਕਰ, ਸੋ ਭਾਏ ਸ੍ਰੇਸ਼ਟ ਭਾਵਨਾ ਦੇ ਨਾਲ ਹਰ ਵੇਲੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦਾ ਹੀ ਰਹੋ। ਮਹਾਰਾਜ ਸਹਿਜ ਵਿੱਚ ਤਾਂ ਮਨ ਆਉਂਦਾ ਨਹੀਂ। ਹਜ਼ੂਰ ਫਰਮਾਉਂਦੇ ਨੇ, ਸੋ ਭਾਏ
ਜਦੋਂ ਸ੍ਰੇਸ਼ਟ ਭਾਵਨਾ ਦੇ ਨਾਲ ਜਪੇਗਾ ਫਿਰ ਸਹਿਜ ਅਵਸਥਾ ਪ੍ਰਾਪਤ ਹੋ ਜਾਵੇਗੀ। ਸਹਿਜ ਦਾ ਅਰਥ ਗਿਆਨ ਵੀ ਹੈ, ਆਤਮ ਗਿਆਨ ਪ੍ਰਾਪਤ ਹੋ ਜਾਵੇਗਾ ਜਦੋਂ ਸੁਭਾਵਕ ਹੀ ਸਤ ਸਰੂਪ ਪ੍ਰਮਾਤਮਾ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਕਰੇਗਾ ਆਪਣੀ ਰਸਨਾ ਦੇ ਨਾਲ। ਗੁਣ ਗਾਵਤ ਤੇਰੀ ਉਤਰਸ ਮੈਲ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਅੰਮ੍ਰਿਤਵਤ ਬੋਲ ਬੜੇ ਪਿਆਰੇ ਲੱਗਦੇ ਨੇ। ਕਿਰਪਾਲਤਾ ਕਰਕੇ ਹੋਰ ਸਾਨੂੰ ਗੁਣ ਗਾਉਣ ਦੀ ਮਹਿਮਾ ਦੱਸਣਾ ਕਰੋ। ਮਹਾਰਾਜ, ਗੁਣ ਗਾਉਣ ਦੇ ਨਾਲ ਹੋਰ ਕੀ ਕੀ ਲਾਭ ਮਿਲਦੇ ਨੇ? ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣ ਦੇ ਨਾਲ ਤੇਰੇ ਮਨ ਦੀ ਸਾਰੀ ਜਿਹੜੀ ਜਨਮਾਂ ਜਨਮਾਂਤਰਾਂ ਦੀ ਮੈਲ ਉਹ ਉਤਰ ਜਾਵੇਗੀ। ਜੋ ਜਨਮਾਂ ਜਨਮਾਂਤਰਾਂ ਦੀ ਮੈਲ ਲੱਗ ਲੱਗ ਕਰਕੇ ਮਨ ਕਾਲਾ ਸਿਆਹ ਹੋਇਆ ਹੈ, ਉਜਲ ਸਰੂਪ ਸ਼ੁੱਧ ਸਰੂਪ ਹੋ ਜਾਵੇਗਾ। ਇਹ ਬਿਨਸ ਜਾਏ ਹਉਮੈ ਬਿਖ ਫੈਲ। ਜੋ ਹਉਮੈ ਦਾ ਬੜਾ ਫੈਲਾਓ ਕੀਤਾ ਹੋਇਆ ਹੈ ਨਾ ਤੂੰ ਆਪਣੇ ਮਨ ਦੇ ਅੰਦਰ, ਇਹ ਹਉਮੈ ਦਾ ਜਿਹੜਾ ਰੋਗ ਹੈ ਇਹ ਵੀ ਬਿਨਸ ਜਾਏਗਾ। ਹਉਮੈ ਦੀਰਘ ਰੋਗ ਹੈ, ਵੱਡਾ ਭਾਰੀ ਰੋਗ ਹੈ। ਇਸ ਹਉਮੈ ਨੇ ਨਾ ਦੇਵਤਿਆਂ ਨੂੰ ਛੱਡਿਆ, ਨਾ ਦਾਨਵਾਂ ਨੂੰ ਛੱਡਿਆ, ਨਾ ਮਾਨਵਾਂ ਨੂੰ ਛੱਡਿਆ, ਨਾ ਇਸਤਰੀਆਂ ਨੂੰ ਛੱਡਿਆ, ਨਾ ਬਜ਼ੁਰਗਾਂ ਨੂੰ ਛੱਡਿਆ, ਨਾ ਬੱਚਿਆਂ ਨੂੰ ਛੱਡਿਆ। ਹਰ ਕਿਸੇ ਦੇ ਅੰਦਰ ਕਿਸੇ ਨਾ ਕਿਸੇ ਚੀਜ਼ ਦੀ ਹਉਮੈ ਹੈ। ਇਹ ਜਿਹੜਾ ਹਉਮੈ ਦਾ ਬੜਾ ਫੈਲਾਓ ਕੀਤਾ ਹੋਇਆ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਨ ਕਰਨਾ ਕਰਦੇ ਨੇ, ਹਉਮੈ ਦਾ ਫੈਲਾਓ ਵੀ ਸਾਰਾ ਤੇਰੇ ਮਨ ਦੇ ਅੰਦਰੋਂ ਮਿਟ ਜਾਵੇਗਾ। ਇਸੇ ਪ੍ਰਕਾਰ ਬਿਖ ਨਾਮ ਵਿਸ਼ੇ ਵਿਕਾਰਾਂ ਦਾ ਹੈ। ਤੇਰਾ ਮਨ ਵਿਸ਼ੇ ਵਿਕਾਰਾਂ ਦੇ ਵਿੱਚ ਸਦਾ ਫੈਲਿਆ ਰਹਿੰਦਾ ਹੈ, ਭਾਵ ਉਹਨਾਂ ਦੇ ਫੈਲਾਓ ਦੇ ਵਿੱਚ ਭਟਕਦਾ ਰਹਿੰਦਾ ਹੈ। ਬਹੁਤ ਫੈਲਾਓ ਕਰਦਾ, ਬੜੀ ਦੂਰ ਤੱਕ ਵਿਸ਼ੇ ਵਿਕਾਰਾਂ ਦੇ ਪਿੱਛੇ ਦੌੜਦਾ ਹੈ। ਬਿਖ ਜ਼ਹਿਰ ਦੀ ਨਿਆਈ ਪਾਪ ਰੂਪੀ ਮਾਇਆ ਦਾ ਬੜਾ ਫੈਲਾਓ ਕਰਦਾ ਹੈ। ਜ਼ਹਿਰ ਰੂਪੀ ਪਾਪ ਦੀ ਕਮਾਈ ਦਾ ਫੈਲਾਓ, ਹਉਮੈ ਦਾ ਫੈਲਾਓ, ਵਿਸ਼ੇ ਵਿਕਾਰਾਂ ਦਾ ਫੈਲਾਓ ਤੇਰੇ ਮਨ ਦੇ ਵਿੱਚੋਂ ਨਾਮ ਜਪਣ ਦੇ ਨਾਲ ਸਾਰਾ ਮਿਟ ਜਾਵੇਗਾ, ਅਭਾਵ ਹੋ ਜਾਵੇਗਾ। ਹੋਏ ਅਚਿੰਤ ਬਸਾ ਸੁਖ ਨਾਲ। ਮਨ ਤੋਂ ਐਸੀ ਅਵਸਥਾ ਪ੍ਰਾਪਤ ਕਰ ਲਵੇਗਾ ਨਾਮ ਜਪਣੇ ਦੇ ਨਾਲ, ਚਿੰਤਾਵਾਂ ਤੋਂ ਅਚਿੰਤ ਹੋ ਜਾਵੇਗਾ। ਅਚਿੰਤ ਬਸ ਹੈ ਜੋ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸੁਖ ਸਰੂਪ ਹੈ ਨਾ, ਉਸ ਦੇ ਨਾਲ ਤੇਰਾ ਵਾਸਾ ਹੋਵੇਗਾ। ਸੋ ਅਚਿੰਤ ਚਿੰਤਾ ਤੋਂ ਰਹਿਤ ਹੋ ਕਰਕੇ ਸੁੱਖਾਂ ਦੇ ਨਾਲ ਤੇਰਾ ਵਾਸਾ ਹੋਵੇਗਾ। ਸੁੱਖਾਂ ਦੇ ਸਹਿਤ ਸੁੱਖਾਂ ਦੇ ਵਿੱਚ ਤੂੰ ਵਸੇਗਾ। ਸਾਸ ਗ੍ਰਾਸ ਹਰ ਨਾਮ ਸਮਾਲ। ਆਉਂਦੇ ਜਾਂਦੇ ਸਾਹ ਦੇ ਨਾਲ, ਸਾਹ ਆਉਂਦਾ ਹੈ ਤਾਂ ਵੀ ਨਾਮ ਜਪ, ਸਾਹ ਜਾਂਦਾ ਹੈ ਤਾਂ ਵੀ ਨਾਮ ਜਪ। ਇਸੇ ਪ੍ਰਕਾਰ ਸਵਾਸ ਲੈਂਦਿਆਂ ਹੋਇਆਂ ਤੇ ਗਰਾਸ ਨਾਮ ਹੈ ਬੁਰਕੀ ਗਰਾਹੀ ਦਾ, ਮੁਖ ਦੇ ਵਿੱਚ ਬੁਰਕੀ ਪਾਉਂਦਿਆਂ ਹੋਇਆਂ, ਗਰਾਹੀ ਪਾਉਂਦਿਆਂ ਹੋਇਆਂ ਵੀ ਨਾਮ ਨੂੰ ਹੀ ਜਪਣਾ ਕਰ। ਇਹ ਸਤਿਗੁਰੂ ਸਾਹਿਬ ਜੀ ਨੇ ਜੁਗਤੀਆਂ ਦੱਸੀਆਂ ਨੇ। ਸਾਧ ਸੰਗਤ ਜੀ, ਬਹੁਤ ਗੁਰਮੁਖ ਪਿਆਰੇ ਐਸੇ ਨੇ, ਇਹ ਤੇ ਗੁਰਮਤਿ ਦੀ ਮਰਿਆਦਾ ਹੀ ਹੈ ਨਾ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਪ੍ਰਮਾਤਮਾ ਜੀ ਦਾ ਨਾਮ ਲੈਣਾ ਤੇ ਛਕ ਕੇ ਵੀ ਧੰਨਵਾਦ ਕਰਨਾ। ਪਰ ਬੜੇ ਗੁਰਮੁਖ ਪਿਆਰੇ ਐਸੇ ਨੇ, ਮੁਖ ਵਿੱਚ ਬੁਰਕੀ ਪਾਉਂਦੇ ਨੇ ਤਾਂ ਵੀ ਵਾਹਿਗੁਰੂ, ਤੇ ਜਿਤਨੀ ਵਾਰ ਉਸ ਨੂੰ ਚਬਾਉਂਦੇ ਨੇ ਉਤਨੀ ਵਾਰ ਵਾਹਿਗੁਰੂ 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 ਕਹਿ ਕੇ ਚਬਾਉਂਦੇ ਨੇ। ਜਾਂ ਇੱਕ ਵਾਰ ਚਬਾਉਂਦੇ ਨੇ ਵਾਹੇ, ਦੂਸਰੀ ਵਾਰ ਚਬਾਉਂਦੇ ਨੇ ਗੁਰੂ ਵਾਹਿਗੁਰੂ ਵਾਹਿਗੁਰੂ। ਇਸ ਪ੍ਰਕਾਰ ਬੁਰਕੀ ਨੂੰ ਚਬਾਉਂਦਿਆਂ ਹੋਇਆਂ ਵੀ ਸੋ ਮਹਾਰਾਜ ਜੀ ਫਰਮਾਨ ਕਰਨਾ ਕਰਦੇ ਨੇ, ਗਿਰਾਸ ਜਦੋਂ ਮੁਖ ਦੇ ਵਿੱਚ ਬੁਰਕੀ ਗਰਾਹੀ ਪਾਉਂਦਾ ਹੈ, ਉਸ ਬੁਰਕੀ ਨੂੰ ਚਿੱਥਦਾ ਹੈ, ਖਾਂਦਾ ਹੈ, ਉਸ ਸਮੇਂ ਵੀ ਭੋਜਨ ਦੇ ਰਸ ਵਿੱਚ ਲੱਗ ਕਰਕੇ ਤੈਨੂੰ ਨਾਮ ਦਾ ਰਸ ਨਾ ਭੁੱਲ ਜਾਵੇ। ਜਿੱਥੇ ਭੋਜਨ ਦਾ ਰਸ ਲੈਂਦਾ ਹੈ, ਭੋਜਨ ਜਿਸ ਨੇ ਰਸਾਂ ਦੇ ਸਹਿਤ ਦਿੱਤਾ ਹੈ, ਤਿਸ ਦਾਤੇ ਦੇ ਨਾਮ ਦਾ ਰਸ ਵੀ ਲੈਂਦਾ ਰਹੇ। ਬੁਰਕੀ ਮੁਖ ਵਿੱਚ ਪਾਉਂਦਿਆਂ ਹੋਇਆਂ, ਚਬਾਉਂਦਿਆਂ ਹੋਇਆਂ ਤੇ ਵਾਹਿਗੁਰੂ ਜੀ ਦੇ ਨਾਮ ਨੂੰ ਸੰਭਾਲਣਾ ਕਰ, ਜਪਣਾ ਕਰ, ਖਾਂਦਿਆਂ ਪੀਂਦਿਆਂ ਸੌਂਦਿਆਂ ਜਾਗਦਿਆਂ ਹਰ ਵੇਲੇ। ਸੋ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਣਾ ਕਰ। ਛਾੜ ਸਿਆਣਪ ਸਗਲੀ ਮਨਾ। ਹੇ ਮੇਰਿਆ ਮਨਾ, ਜਿਤਨੀਆਂ ਬੁੱਧੀ ਦੀਆਂ ਸਿਆਣਪਾਂ ਲਈ ਫਿਰਦਾ ਹੈ, ਚਿੱਤ ਦੀਆਂ ਚਤਰਾਈਆਂ ਲਈ ਫਿਰਦਾ ਹੈ, ਕਿਸੇ ਨੇ ਵੀ ਇਹਨਾਂ ਸਿਆਣਪਾਂ ਨੇ ਕਿਸੇ ਦਾ ਵੀ ਭਲਾ ਨਹੀਂ ਕੀਤਾ, ਕਿਸੇ ਨੇ ਵੀ ਇਹਨਾਂ ਚਤਰਾਈਆਂ ਦੇ ਆਸਰੇ ਤਰਨਾ ਨਹੀਂ ਕੀਤਾ। ਛੱਡ ਦੇ ਇਹਨਾਂ ਨੂੰ ਅਣਹੋਈਆਂ ਜਾਣ ਕਰਕੇ। ਵਾਹਿਗੁਰੂ ਜੀ ਦੇ ਦਰ ਤੇ ਸਰਲ ਸੁਭਾਅ ਵਾਲਾ ਬਣ ਕਰਕੇ ਗੁਰ ਪਰਮੇਸ਼ਰ ਜੀ ਦੇ ਚਰਨੀ ਪੈ ਜਾਣਾ ਕਰ। ਮੇਰਿਆ ਮਨਾ, ਸਾਰੀਆਂ ਹਜ਼ਾਰਾਂ ਹੀ ਕਿਤਾਬਾਂ ਦੀਆਂ ਲੱਖਾਂ ਸਿਆਣਪਾਂ ਤੇ ਚਤਰਾਈ ਵਾਲੀਆਂ ਜਿਹੜੀਆਂ ਜੁਗਤੀਆਂ ਗੱਲਾਂ ਨੇ, ਤਿੰਨਾਂ ਨੂੰ ਛੱਡ ਦੇਣਾ ਕਰ। ਸਾਧ ਸੰਗ ਪਾਵਹਿ ਸਚ ਧਨਾ। ਮਨ ਦੀਆਂ ਚਤਰਾਈਆਂ ਦੇ ਨਾਲ, ਬੁੱਧੀ ਦੀ ਚਤਰਾਈ ਸਿਆਣਪ ਦੇ ਨਾਲ ਨਾਮ ਧਨ ਨਹੀਂ ਉਹ ਮਿਲਦਾ। ਸਾਧ ਸੰਗ ਪਾਵਹਿ, ਸਾਧ ਸੰਗਤ ਦੇ ਨਾਲ ਮਿਲ ਕਰਕੇ ਪ੍ਰਾਪਤ ਕਰੇਗਾ ਸੱਚੇ ਧਨ ਵਾਹਿਗੁਰੂ ਜੀ ਦੇ ਨਾਮ ਨੂੰ। ਜਦੋਂ ਸੰਗਤ ਦੇ ਨਾਲ, ਸਤ ਸੰਗਤ ਦੇ ਦੁਆਰਾ ਜਪਣਾ ਕਰੇਗਾ ਸਤਨਾਮ ਸ੍ਰੀ ਵਾਹਿਗੁਰੂ। ਇਸ ਨਾਮ ਦੀ ਦੌਲਤ ਨੂੰ ਚਤਰਾਈਆਂ ਦੇ ਨਾਲ ਨਹੀਂ ਇਕੱਠਿਆ ਕੀਤਾ ਜਾ ਸਕਦਾ।
ਸਾਧ ਸੰਗਤ ਦੁਆਰਾ ਹੀ ਇਕੱਠਿਆ ਕੀਤਾ ਜਾ ਸਕਦਾ ਹੈ। ਇਸ ਕਰਕੇ ਚਤਰਾਈਆਂ, ਸਿਆਣਪਾਂ, ਚਤੁਰ ਬੁੱਧੀ ਵਾਲੀਆਂ ਗੱਲਾਂ ਛੱਡ ਕਰਕੇ ਸਰਲ ਸੁਭਾਅ ਬਣ ਕਰਕੇ ਸਾਧ ਸੰਗਤ ਦੇ ਨਾਲ ਮਿਲ ਕਰਕੇ ਸੱਚੇ ਨਾਮ ਰੂਪੀ ਧਨ ਨੂੰ ਪ੍ਰਾਪਤ ਕਰ ਲੈ, ਸੰਚਿਤ ਕਰ ਲੈ, ਇਕੱਠਾ ਕਰ ਲੈ, ਹਿਰਦੇ ਰੂਪੀ ਘਰ ਨੂੰ ਭਰ ਲੈ, ਭਰਲਾ ਖਜ਼ਾਨਾ ਆਪਣੇ ਮਨ ਦਾ ਨਾਮ ਰੂਪੀ ਧਨ ਦੇ ਨਾਲ। ਹਰ ਪੂੰਜੀ ਸੰਚ ਕਰਹੁ ਵਿਵਹਾਰ। ਹਰੀ ਪ੍ਰਮਾਤਮਾ ਵਾਹਿਗੁਰੂ ਜੀ ਦੀ ਨਾਮ ਰੂਪੀ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਜੋ ਸ਼ਰਧਾ ਰੂਪੀ ਪੂੰਜੀ ਹੈ, ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਸੰਚ ਇਕੱਠਾ ਕਰ ਲੈਣਾ ਕਰ, ਨਾਮ ਧਨ ਨੂੰ ਕਰੋ ਵਿਵਹਾਰ। ਇਸ ਪ੍ਰਕਾਰ ਦਾ ਨਾਮ ਇਕੱਤਰ ਕਰਨ ਵਾਲਾ ਵਿਵਹਾਰ ਜਿਹੜਾ ਹੈ ਕਰਨਾ ਕਰ। ਜੋ ਸਤਿਗੁਰੂ ਜੀ ਦਾ ਉਪਦੇਸ਼ ਆਪ ਜਪਣਾ ਤੇ ਦੂਜਿਆਂ ਨੂੰ ਜਪਾਉਣਾ ਹੈ, ਇਹ ਜਪਣ ਜਪਾਉਣ ਦਾ ਵਿਵਹਾਰ ਹੀ ਤੂੰ ਕਰਨਾ ਕਰ। ਹਰ ਪੂੰਜੀ ਸੰਚ, ਵਾਹਿਗੁਰੂ ਜੀ ਦੇ ਨਾਮ ਰੂਪੀ ਦੌਲਤ ਨੂੰ ਇਕੱਠਿਆਂ ਕਰ ਲੈ। ਇਹ ਵੱਡਾ ਭਾਰੀ ਵਿਵਹਾਰ ਹੀ ਵਿਵਹਾਰੀ ਬਣ ਕੇ ਤੂੰ ਕਰ ਲੈਣਾ ਕਰ। ਈਹਾ ਸੁਖ ਦਰਗਹ ਜੈਕਾਰ। ਇਸ ਨਾਮ ਰੂਪੀ ਧਨ ਦੇ ਨਾਲ ਈਹਾ ਇਸ ਲੋਕ ਦੇ ਵਿੱਚ ਤਾਂ ਸੁਖ ਪ੍ਰਾਪਤ ਕਰੇਗਾ। ਈਹਾ ਇੱਥੇ ਰਹਿੰਦਿਆਂ ਹੋਇਆ ਵੀ ਸੁਖ, ਆਤਮ ਸੁਖ ਨੂੰ ਪ੍ਰਾਪਤ ਕਰਕੇ ਜੀਵਨ ਮੁਕਤ ਹੋ ਜਾਵੇਗਾ ਤੇ ਦਰਗਾਹ ਦੇ ਅੰਦਰ ਵੀ ਤੇਰੇ ਨਾਮ ਦੀ ਜੈ ਜੈਕਾਰ ਹੋਵੇਗੀ। ਜਦੋਂ ਸੱਚਖੰਡ ਦਰਬਾਰ ਵਾਹਿਗੁਰੂ ਜੀ ਦੇ ਦਰ ਤੇ ਜਾਵੇਗਾ ਨਾ, ਉਥੇ ਵੀ ਤੇਰਾ ਵੱਡਾ ਭਾਰੀ ਅਦਬ ਸਤਕਾਰ ਸਨਮਾਨ ਹੋਵੇਗਾ। ਸਰਬ ਨਿਰੰਤਰ ਏਕੋ ਦੇਖ। ਚਾਹੇ ਕੋਈ ਅਮੀਰ ਹੈ, ਚਾਹੇ ਕੋਈ ਗਰੀਬ ਹੈ, ਚਾਹੇ ਕੋਈ ਤੰਦਰੁਸਤ ਹੈ, ਚਾਹੇ ਕੋਈ ਰੋਗੀ ਹੈ, ਚਾਹੇ ਕੋਈ ਨੀਵੀਂ ਜਾਤ ਵਾਲਾ ਅਖੌਤੀ ਬ੍ਰਾਹਮਣਾ ਦੇ ਅਨੁਸਾਰ, ਚਾਹੇ ਕੋਈ ਵੱਡੀ ਜਾਤ ਵਾਲਾ ਹੈ, ਚਾਹੇ ਕਿਸੇ ਸਰੀਰ ਦਾ ਮਾਲਕ ਕਹਿਣ ਤੋਂ ਭਾਵ ਨਰ ਹੈ, ਨਾਰੀ ਹੈ, ਪਸ਼ੂ ਹੈ, ਪੰਛੀ ਹੈ, ਸਾਰਿਆਂ ਦੇ ਨਿਰੰਤਰ ਨਿਰੰਤਰ ਇੱਕ ਰਸ, ਇੱਕ ਜੋਤ ਵਾਹਿਗੁਰੂ ਜੀ ਦੀ ਹੀ ਜਾਣਨਾ ਕਰ। ਸਭਨਾ ਦਾ ਆਸਰਾ ਰੂਪ ਉਹੀ ਹੋਈ ਹੈ, ਪ੍ਰਾਣਾ ਦਾ ਆਧਾਰ ਉਹੀ ਹੋਈ ਹੈ, ਆਤਮ ਰੂਪ ਹੋ ਕਰਕੇ ਜੋਤੀ ਰੂਪ ਉਹੀ ਪਰਮਾਤਮਾ ਵਸਿਆ ਹੋਇਆ ਹੈ। ਇਸ ਕਰਕੇ ਸਾਰਿਆਂ ਦੇ ਅੰਦਰ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਤੂੰ ਦੇਖਣਾ ਕਰ, ਤੱਕਣਾ ਕਰ। ਕਹੋ ਨਾਨਕ ਜਾਂ ਕਾ ਮਸਤਕ ਲੇਖ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਸਭਨਾਂ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਨਜ਼ਰ ਆ ਜਾਂਦੀ ਹੈ। ਹਜ਼ੂਰ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਪੂਰਬਲੇ ਜਨਮਾਂ ਦੇ ਪੁੰਨ ਕਰਮਾਂ ਦੇ ਪ੍ਰੇਰੇ ਹੋਏ ਪ੍ਰਮਾਤਮਾ ਨੇ ਮੱਥੇ ਦੇ ਉੱਪਰ ਸ਼ੁਭ ਲੇਖ ਪਾ ਦਿੱਤੇ ਨੇ ਨਾ, ਉਹਨਾਂ ਨੂੰ ਦਿਸਦੀ ਹੈ, ਪਾਪੀਆਂ ਨੂੰ ਨਹੀਂ, ਵਿਕਾਰੀਆਂ ਵਿਚਾਰੀਆਂ ਨੂੰ ਨਹੀਂ। ਜੋ ਪ੍ਰਮਾਤਮਾ ਜੀ ਦੇ ਬਖਸ਼ੇ ਹੋਏ ਨੇ, ਸ਼ੁਭ ਭਾਗ ਨੇ ਜਿਨ੍ਹਾਂ ਦੇ ਮੱਥੇ ਤੇ, ਭਾਈ ਉਹਨਾਂ ਨੂੰ ਸਭਨਾਂ ਦੇ ਅੰਦਰ ਜੋਤ ਨਜ਼ਰ ਆਉਂਦੀ ਹੈ। ਮਹਾਰਾਜ ਫਿਰ ਸਾਡੇ ਤਾਂ ਭਾਗ ਮੰਦੇ ਨੇ, ਸਾਨੂੰ ਤੇ ਨਜ਼ਰ ਆਉਂਦਾ ਨਹੀਂ। ਹਜ਼ੂਰ ਫਰਮਾਉਂਦੇ ਨੇ, ਫਿਰ ਉਹਨਾਂ ਦੀ ਸੰਗਤ ਕਰ ਲੈ। ਉਹਨਾਂ ਦੀ ਸੰਗਤ ਕਰੇਗਾ, ਤੇਰੇ ਮਨ ਨੂੰ ਜਾਗ ਲਾ ਦੇਣਗੇ ਉਹ ਵੀ, ਤੈਨੂੰ ਵੀ ਸਭਨਾਂ ਦੇ ਅੰਦਰ ਤਿਸ ਦੀ ਹੀ ਜੋਤ ਫਿਰ ਨਜ਼ਰ ਆਵੇਗੀ। ਏਕੋ ਜਪ ਏਕੋ ਸਾਲਾਹੇ। ਜਿਹੜਾ ਆਦਿ ਸਮੇਂ ਤੋਂ ਲੈ ਕਰਕੇ ਇੱਕ ਓੰਕਾਰ ਪ੍ਰਮਾਤਮਾ ਹਰੀ ਨਿਰੰਕਾਰ ਵਾਹਿਗੁਰੂ ਹੈ ਨਾ, ਉਸ ਇੱਕ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਣਾ ਕਰ। ਉੱਠਦਿਆਂ ਬੈਠਦਿਆਂ ਸਦਾ ਜਪਣਾ ਕਰ, ਸਤਨਾਮ ਸ੍ਰੀ ਵਾਹਿਗੁਰੂ। ਉਸ ਇੱਕ ਦੇ ਨਾਮ ਨੂੰ ਹੀ ਜਪਣਾ ਕਰ। ਏਕੋ ਸਾਲਾਹੇ, ਜੇ ਤੇ ਇਕੱਲਾ ਹੈ ਤੇ ਜਪਦਾ ਰਹੋ। ਜੇ ਕੋਈ ਸੰਗੀ ਸਾਥੀ ਮਿਲ ਜਾਂਦਾ ਹੈ, ਫਿਰ ਉਸ ਦੇ ਨਾਲ ਮਿਲ ਕਰਕੇ ਜਿਸ ਦੇ ਨਾਮ ਨੂੰ ਜਪ ਰਿਹਾ ਹੈ ਉਸ ਦੀ ਸਿਫਤ ਸਲਾਹ ਕਰਨਾ ਕਰ, ਉਸ ਦੀ ਵਡਿਆਈ ਕਰਨਾ ਕਰ, ਉਸ ਦੀ ਉਸਤਤ ਕਰ, ਉਸ ਦੀ ਸੋਭਾ ਨੂੰ ਜੇ ਕੋਈ ਦੂਸਰਾ ਮਿਲ ਗਿਆ ਤੇ ਕਹਿ ਕਰਕੇ ਵਖਿਆਣ ਕਰਕੇ ਉਸ ਨੂੰ ਵੀ ਸੁਣਾਵਣਾ ਕਰ। ਇੱਕੋ ਹੀ ਜਪਣੇ ਦੇ ਯੋਗ ਹੈ, ਇੱਕੋ ਹੀ ਸਿਫਤ ਸਲਾਹ ਕਰਨੇ ਦੇ ਯੋਗ ਹੈ ਹਰੀ ਵਾਹਿਗੁਰੂ। ਏਕ ਸਿਮਰ ਏਕੋ ਮਨ ਆਹੇ। ਇਸ ਇੱਕ ਦੇ ਹੀ ਨਾਮ ਦਾ ਸਿਮਰਨ ਕਰਨਾ ਕਰ, ਜਿਹੜਾ ਉਹ ਇੱਕੋ ਹੀ ਮਨ ਦਾ ਆਹੇ ਆਸਰਾ ਹੈ। ਉਸ ਤੋਂ ਬਿਨਾਂ ਮਨ ਨੂੰ ਧੀਰਜ ਦੇਣ ਵਾਲਾ, ਮਨ ਨੂੰ ਆਸਰਾ ਦੇਣ ਵਾਲਾ ਕੋਈ ਨਹੀਂ। ਜਿਹੜਾ ਸਾਰਿਆਂ ਦੇ ਮਨਾਂ ਦਾ ਆਸਰਾ ਹੈ, ਸਭਨਾਂ ਦੇ ਪੇਟ ਦੀ ਪੂਰਤੀ ਕਰਨ ਵਾਲਾ ਹੈ, ਸਭਨਾਂ ਨੂੰ ਪਾਲਣ ਵਾਲਾ ਹੈ ਨਾ, ਤੇ ਇਸ ਇੱਕ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਣਾ ਕਰ। ਸਦਾ ਸਦਾ ਸਿਮਰਦਾ ਰਹੋ, ਤੈਨੂੰ ਕਦੇ ਭੁੱਲ ਨਾ ਜਾਵੇ, ਤੇਰੇ ਮਨ ਚੋਂ ਕਦੇ ਵਿਸਰ ਨਾ ਜਾਵੇ। ਜਿਹੜਾ ਮਨ ਆਹੇ, ਮਨ ਦੇ ਅੰਦਰ ਹੀ ਜੋਤ ਰੂਪ ਹੋ ਕਰਕੇ ਆਹੇ ਆਇਆ ਹੋਇਆ ਹੈ, ਨਿਵਾਸ ਕਰ ਰਿਹਾ ਹੈ, ਤੇਰੇ ਪ੍ਰਾਣਾਂ ਦਾ ਆਧਾਰ ਹੈ, ਤੇਰੀ ਜਿੰਦ ਜਾਨ ਨੂੰ ਸਹਾਰਾ ਦੇਣ ਵਾਲਾ ਹੈ, ਤਿਸ ਦੇ ਨਾਮ ਨੂੰ ਸਦਾ ਜਪਣਾ ਕਰ। ਏਕਸ ਕੇ ਗੁਣ ਗਾਓ ਅਨੰਤ। ਉਹ ਜੋ ਪਰਮਾਤਮਾ ਹੈ ਉਹ ਅੰਤ ਤੋਂ ਰਹਿਤ ਹੈ। ਅਨੰਤ ਤੋਂ ਭਾਵ ਹੈ ਅਨੰਤ, ਅਨੰਤ, ਅਨਰਹਿਤ ਅੰਤ ਤੋਂ। ਜਿਹੜਾ ਅੰਤ ਤੋਂ ਰਹਿਤ ਹੈ, ਜਿਸ ਦਾ ਅੰਤ ਨਹੀਂ ਪਾਇਆ ਜਾਂਦਾ, ਔਰ ਆਰਲਾ ਪਾਰਲਾ ਕੰਢਾ ਨਹੀਂ ਲੱਭਦਾ, ਪਹਿਲਾ ਤੇ ਅੰਤ ਵਾਲਾ ਸਿਰਾ ਨਹੀਂ ਲੱਭਦਾ, ਜੋ ਬੇਅੰਤ ਸਰੂਪ ਹੈ,
ਏਕਸ ਕੇ ਗੁਣ ਗਾਓ। ਐਸੇ ਇੱਕ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੀ ਗੁਣਾਂ ਨੂੰ ਗਾਵਣਾ ਕਰ। ਭਾਈ ਐਸਾ ਨਹੀਂ ਕਦੇ ਦੇਵੀ ਦੇ, ਕਦੇ ਦੇਵ ਦੇ, ਕਦੇ ਮੜੀਆਂ ਮੱਟਾਂ ਦੇ, ਇਵੇਂ ਨਹੀਂ, ਕਦੇ ਪੀਰਾਂ ਫਕੀਰਾਂ ਦੇ, ਇਸ ਪ੍ਰਕਾਰ ਨਹੀਂ। ਜਿਹੜਾ ਸਦਾ ਸਦਾ ਤੋਂ ਇੱਕ ਸਰੂਪ ਪਰਮਾਤਮਾ ਹੈ, ਜਿਹੜਾ ਕਦੇ ਜੰਮਣ ਮਰਨ ਦੇ ਵਿੱਚ ਨਹੀਂ ਆਉਂਦਾ, ਸਤਿਗੁਰੂ ਜੀ ਫਰਮਾਉਂਦੇ ਨੇ ਐਸੇ ਦੀ ਸੇਵਾ ਹੀ ਕਿਉਂ ਕਰਨੀ ਹੈ, ਜਿਹੜਾ ਕਦੇ ਜੰਮ ਪਿਆ ਤੇ ਕਦੇ ਮਰ ਗਿਆ। ਐਸੇ ਇੱਕ ਸਰੂਪ ਦੀ ਸੇਵਾ ਕਰੋ ਜਿਹੜਾ ਜਲਾਂ ਥਲਾਂ ਦੇ ਵਿੱਚ ਸਦਾ ਹੀ ਵਿਆਪਕ ਤੇ ਸਤ ਸਰੂਪ ਹੈ। ਹਜ਼ੂਰ ਫਰਮਾਉਂਦੇ ਨੇ ਜਿਹੜਾ ਸਦਾ ਸਦਾ ਤੋਂ ਇੱਕ ਸਰੂਪ ਪਰਮਾਤਮਾ ਹੈ ਤੇ ਇਸ ਅਨੰਤ ਸਰੂਪ ਬੇਅੰਤ ਸਰੂਪ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਇਨ ਕਰਨਾ ਕਰੋ। ਮਨ ਤਨ ਜਾਪ ਏਕ ਭਗਵੰਤ। ਆਪਣੇ ਤਨ ਦੇ ਨਾਲ, ਰਸਨਾ ਦੇ ਨਾਲ ਵੀ ਤੇ ਮਨ ਹਿਰਦੇ ਦੇ ਪਿਆਰ ਦੇ ਨਾਲ ਵੀ ਜਾਪ ਜਪਣਾ ਕਰ ਇੱਕ ਭਗਵੰਤ ਜੀ ਦੇ ਨਾਮ ਨੂੰ। ਭਗਵੰਤ ਜਪੇਗਾ ਤੇ ਭਗਵੰਤ ਭਾਗਾ ਵਾਲਾ ਬਣ ਜਾਵੇਗਾ। ਇੱਕ ਭਗਵੰਤ ਨੂੰ ਜਪੇਗਾ ਤੇ ਜਪਦਿਆਂ ਜਪਦਿਆਂ ਭਗਵੰਤ ਸਰੂਪੀ ਹੋ ਜਾਵੇਗਾ। ਮਾਨੇ ਨੰਨੇ ਨੂੰ ਸਿਹਾਰੀ ਹੈ ਮਨ ਦੇ ਅੰਦਰ ਵੀ, ਤਾਨੇ ਰਸਨਾ ਦੇ ਨਾਲ ਵੀ। ਤਾਨੇ ਜਦੋਂ ਤੱਕ ਤਨ ਨੂੰ ਧਾਰਨ ਕੀਤਾ ਹੋਇਆ ਉਦੋਂ ਤੱਕ ਤੇਰੇ ਮਨ ਦੇ ਵਿੱਚੋਂ ਜਾਪ ਤੇ ਵਾਹਿਗੁਰੂ ਜੀ ਦਾ ਜਾਪ ਵਿਸਰ ਨਾ ਜਾਵੇ ਤੇ ਇਸ ਦੇ ਜਾਪ ਨੂੰ ਸਦਾ ਜਪਦਾ ਹੀ ਰਹੋ। ਮਨ ਦੇ ਅੰਦਰ ਵੀ ਆਰਾਧਦਾ ਰਹੋ, ਰਸਨਾ ਦੇ ਨਾਲ ਵੀ ਬੋਲਦਾ ਰਹੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਭਗਵੰਤ ਜੀ ਦਾ, ਭਗਵਾਨ ਜੀ ਦਾ, ਪਰਮੇਸ਼ਰ ਜੀ ਦਾ ਨਾਮ ਕਦੇ ਤੈਨੂੰ ਵਿਸਰ ਨਾ ਜਾਵੇ। ਜਿੱਥੇ ਮਨ ਦੇ ਅੰਦਰ ਭਾਵਨਾ ਦੇ ਨਾਲ ਜਪਣਾ ਹੈ ਉਥੇ ਤਾਨੇ ਤਨ ਦੇ ਨਾਲ ਕਿਵੇਂ ਜਪਣਾ ਜੀ? ਜ਼ੁਬਾਨ ਦੇ ਨਾਲ। ਮਹਾਰਾਜ ਇਹ ਤੇ ਤਨ ਦਾ ਇੱਕ ਹਿੱਸਾ ਹੈ, ਪੂਰੇ ਸਰੀਰ ਨਾਲ ਵੀ ਜਪਿਆ ਜਾ ਸਕਦਾ ਹੈ। ਹਜ਼ੂਰ ਫਰਮਾਉਂਦੇ ਨੇ ਗੁਰਮੁਖ ਰੋਮ ਰੋਮ ਹਰਿ ਧਿਆਵੈ। ਪੂਰੇ ਸਰੀਰ ਤੇ ਰੋਮ ਨੇ ਤੇ ਗੁਰਮੁਖ ਤੇ ਰੋਮ ਰੋਮ ਦੇ ਨਾਲ ਤਿਸ ਦੇ ਨਾਮ ਨੂੰ ਧਿਆਉਂਦੇ ਨੇ। ਇਹ ਅਵਸਥਾ ਹੈ ਸਾਧ ਸੰਗਤ ਜੀ ਨਾਮ ਜਪਣ ਵਾਲਿਆਂ ਦੀ, ਜੋ ਕਮਾਈ ਕਰਨੇ ਦੇ ਨਾਲ ਪ੍ਰਾਪਤ ਹੁੰਦੀ, ਕੇਵਲ ਗੱਲਾਂ ਦੇ ਨਾਲ ਨਹੀਂ। ਹਜ਼ੂਰ ਫਰਮਾਉਂਦੇ ਨੇ ਸਰੀਰ ਦੇ ਰੋਮ ਰੋਮ ਕਰਕੇ ਵੀ ਤਿਸ ਦੇ ਨਾਮ ਨੂੰ ਜਪ ਤੇ ਹਿਰਦੇ ਦੇ ਅੰਦਰ ਵੀ ਤਿਸ ਦੇ ਨਾਮ ਨੂੰ ਹੀ ਆਰਾਧਨਾ ਕਰ। ਏਕੋ ਏਕ ਏਕ ਹਰ ਆਪ। ਜਿਹੜਾ ਹਰੀ ਪਰਮੇਸ਼ਰ ਸਤਜੁਗ ਦੇ ਸਮੇਂ ਦੇ ਅੰਦਰ ਵੀ ਇੱਕ ਸਭਨਾਂ ਦੀ ਪ੍ਰਤਪਾਲਨਾ ਕਰਨੇ ਵਾਲਾ ਸੀ, ਤ੍ਰੇਤੇ ਦੇ ਸਮੇਂ ਦੇ ਅੰਦਰ ਵੀ ਸਭਨਾਂ ਨੂੰ ਪੈਦਾ ਕਰਕੇ ਪ੍ਰਤਪਾਲਨਾ ਕਰਨੇ ਵਾਲਾ ਹੈ, ਮੌਜੂਦਾ ਸਮੇਂ ਦੇ ਅੰਦਰ ਵੀ ਇੱਕ ਸਰੂਪ ਤੇ ਸਭਨਾਂ ਨੂੰ ਕਰਤਾ ਭਰਤਾ ਤੇ ਹਰਤਾ ਹੈ। ਐਸਾ ਜੋ ਹਰ ਆਪ ਹਰੀ ਪਰਮਾਤਮਾ ਆਪਣੇ ਆਪ ਤੋਂ ਸੁਤੰਤਰ ਰੂਪ ਦੇ ਵਿੱਚ ਪ੍ਰਗਟ ਹੋਇਆ ਹੈ, ਇਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ। ਹਰੀ ਆਪ ਜਿਹੜਾ ਸਾਰੇ ਯੁੱਗਾਂ ਦੇ ਵਿੱਚ ਇੱਕੋ ਇੱਕ ਹੋ ਕਰਕੇ ਸਭਨਾਂ ਦੀ ਪ੍ਰਤਪਾਲਨਾ ਕਰਦਾ ਹੈ, ਤੇ ਇਸ ਦੇ ਨਾਮ ਨੂੰ ਜਪਣਾ ਕਰ। ਪੂਰਨ ਪੂਰ ਰਹਿਓ ਪ੍ਰਭ ਵਿਆਪ। ਭਾਈ ਉਹ ਹਰੀ ਪਰਮਾਤਮਾ ਹੀ ਆਪ ਤੇਰੇ ਅੰਦਰ ਜੋਤ ਰੂਪ ਹੋ ਕਰਕੇ ਵਸਿਆ, ਤੇਰਾ ਆਪਾ ਰੂਪ ਹੈ। ਐਸਾ ਜੋ ਸਭਨਾਂ ਦਾ ਆਪਾ ਰੂਪ ਪਰਮਾਤਮਾ ਇੱਕੋ ਇੱਕ ਸਦਾ ਏਕਤਾ ਦੇ ਘਰ ਰਹਿਣ ਵਾਲਾ ਹੈ ਨਾ, ਤਿਸ ਦੇ ਨਾਮ ਨੂੰ ਜਪਣਾ ਕਰ। ਸਤਿਗੁਰੂ ਸਾਹਿਬ ਜੀ ਫਰਮਾਨ ਕਰਨਾ ਕਰਦੇ ਨੇ ਪੂਰਨ ਪੂਰ ਰਹਿਓ ਪ੍ਰਭ ਵਿਆਪ। ਉਹ ਜਿਹੜਾ ਸੱਚੇ ਪਾਤਸ਼ਾਹ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਸਭਨਾਂ ਨੂੰ ਪੂਰਨ ਅਵਸਥਾ ਬਖਸ਼ਣ ਵਾਲਾ ਹੈ। ਸਭਨਾਂ ਜਗ੍ਹਾ ਤੇ ਜਿਸ ਦੀ ਜੋਤ ਪੂਰਨ ਰੂਪ ਦੇ ਵਿੱਚ ਪੂਰ ਵਿਆਪਕ ਹੋ ਰਹੀ ਹੈ, ਰਹਿਓ ਪ੍ਰਭ ਵਿਆਪ। ਤੇ ਸਭਨਾਂ ਘਟਾਂ ਦੇ ਅੰਦਰ ਉਹ ਪ੍ਰਭੂ ਵਿਆਪ ਰਹਿਆ ਹੈ, ਸਭਨਾਂ ਸਥਾਵਾਂ ਤੇ ਵਿਆਪ ਵਸ ਰਹਿਆ ਹੈ। ਅਨੇਕ ਵਿਸਥਾਰ ਏਕ ਤੇ ਭਏ। ਜਿੰਨੇ ਵੀ ਅਨੇਕ ਪ੍ਰਕਾਰ ਦੇ ਵਿਸਥਾਰ ਦਿਸਦੇ ਨੇ ਨਾ, ਸਾਰੇ ਉਸ ਇੱਕ ਪਰਮਾਤਮਾ ਤੋਂ ਹੀ ਹੋਏ ਨੇ। ਇਹ ਧਰਤੀ, ਪਹਾੜ, ਜਲ, ਸਮੁੰਦਰ, ਸਾਗਰ, ਝੀਲਾਂ, ਦਰਿਆਵਾਂ ਦੇ ਵਹਿਣ, ਨਦੀਆਂ, ਤਾਲਾਬ, ਸਾਰੇ ਜਿਤਨੇ ਵਿਸਥਾਰ ਜਲ ਦੇ ਨੇ। ਇਸੇ ਪ੍ਰਕਾਰ ਧਰਤੀ ਉੱਚੀ ਹੈ, ਨੀਵੀਂ ਹੈ, ਡੂੰਘੀਆਂ ਖਾਈਆਂ ਨੇ, ਉੱਚੇ ਪਹਾੜ ਨੇ, ਸਾਰਾ ਵਿਸਥਾਰ ਉਸੇ ਦਾ ਹੀ ਹੈ। ਧਰਤੀ ਦੇ ਥੱਲੇ ਮੰਨੇ ਜਾਂਦੇ 7 ਪਾਤਾਲ, ਉੱਪਰ ਮੰਨੇ ਜਾਂਦੇ 7 ਆਕਾਸ਼, ਇਹ 14 ਲੋਕ ਵਿਸਥਾਰ ਉਸੇ ਦਾ ਹੀ ਹੈ। 33 ਕਰੋੜ ਦੇਵਤੇ, ਬੇਅੰਤ ਦਾਨਵ ਜਿਹੜੇ ਪੈਦਾ ਕਰ ਦਿੱਤੇ, ਦਾਨਵ, ਮਾਨਵ, ਯਕਸ਼, ਕਿੰਨਰ, ਪਿਸਾਚ, ਇਹ ਸਾਰਾ ਵਿਸਥਾਰ ਉਸੇ ਦਾ ਹੀ ਹੈ। ਮਾਤਾ ਪਿਤਾ ਦੇ ਸੰਬੰਧ ਕਰਕੇ ਅੱਗੇ ਔਲਾਦ ਹੋਰ ਜੀਵ ਪੈਦਾ ਹੁੰਦੇ ਨੇ, ਇਹ ਸਾਰਾ ਵਿਸਥਾਰ ਉਸੇ ਦਾ ਕੀਤਾ ਹੋਇਆ ਹੈ। ਇਸੇ ਪ੍ਰਕਾਰ ਪੰਛੀਆਂ ਦੇ ਸੰਬੰਧ ਕਰਕੇ ਅੰਡੇ ਤੇ ਅੰਡਿਆਂ ਤੋਂ ਬੱਚੇ ਪੈਦਾ ਹੁੰਦੇ ਨੇ, ਇਹ ਵਿਸਥਾਰ ਪ੍ਰਮਾਤਮਾ ਜੀ ਨੇ ਆਪ ਹੀ ਕੀਤਾ ਹੋਇਆ ਹੈ। ਜਿੰਨਾ ਪਸਾਰਾ, ਜਿਤਨਾ ਕੁਝ ਸ੍ਰਿਸ਼ਟੀ ਦੇ ਅੰਦਰ ਨਜ਼ਰ ਆਉਂਦਾ, ਸਾਰਾ ਪਸਾਰਾ ਇੱਕ ਤੋਂ ਹੀ ਉਤਪੰਨ ਹੋਇਆ ਹੈ। ਕਰੋੜਾਂ ਬ੍ਰਹਮੰਡਾਂ ਨੂੰ ਓੰਕਾਰ ਕਹਿ ਕਰਕੇ ਜਿਸ ਨੇ ਸਾਜ ਦਿੱਤਾ ਹੈ, ਐਸੇ ਹਰੀ ਅਕਾਲ ਪੁਰਖ ਦਾ ਸਾਰਾ ਵਿਸਥਾਰ ਹੈ ਇਹ ਸੰਸਾਰ ਤੇ ਕਰੋੜਾਂ ਬ੍ਰਹਮੰਡ। ਸਾਰਾ ਵਿਸਥਾਰ ਜਿਸ ਇੱਕ ਪਰਮਾਤਮਾ ਵਾਹਿਗੁਰੂ ਜੀ ਤੋਂ ਹੀ ਹੋਇਆ ਹੈ। ਏਕ ਅਰਾਧ ਪਰਾਛਤ ਗਏ। ਐਸੇ ਸਾਰੇ ਵਿਸਥਾਰ ਦੇ ਦਾਤੇ ਦੇ ਇੱਕ ਓੰਕਾਰ ਜੋ ਹੈ, ਉਸ ਦੇ ਇੱਕ ਨਾਮ ਨੂੰ ਆਰਾਧ ਕਰਕੇ ਸਾਰੇ ਪ੍ਰਾਸ਼ਤ ਕਹੀਏ ਪਾਪ, ਜਿਹੜੇ ਪਾਪ ਉਹ ਗਏ, ਨਾਸ਼ ਹੋ ਗਏ ਹਨ।
ऐसा है तिस विस्तार दे दाते दा उज्जवल स्वरूप नाम। तो साध संगत जी इसे प्रकार प्राश्चित कर्म का नाम भी प्राश्चित है। जितने जन्मां जन्मांतरां दे अंदर पूर्वले जन्मां विच पाप कीते ने ना, तिस हरि अकाल पुरख वाहिगुरु जी का नाम जपना यही ओही प्राश्चित कर्म है। एक वाहिगुरु जी के नाम की आराधना कर लै, इस प्राश्चित कर्म करने दे नाल गए तेरे जेड़े सारे पाप हैं वो गए चले जाणगे, नाश हो जाणगे, मुक जाणगे, मिट जाणगे, अभाव हो जाणगे, तबाह हो जाणगे, नेस तो नाबूद हो जाणगे, गर्क हो जाणगे, खत्म हो जाणगे सारे पाप। मन तन अंतर एक प्रभु राता। सो राता रंगिया होया है प्रभु परमात्मा जी दे एक नाम दे अंदर, जिन्हां दा मन अते तन, जिन्हां दी रसना भी तिस दे नाम दे अंदर रंगी हुई है, जिन्हां दा मन भी तिस दे नाम दे अंदर रंगिया होया, भेजा होया, मिलिया होया, तदाकार भेद होया है। गुर प्रसाद नानक इक जाता। सतगुरु अर्जन देव सच्चे पातशाह महाराज परम कृपालु जी फरमान करना करते ने, गुर प्रसाद, गुरु दी कृपा नाल, गुरु दी कृपा द्वारा, गुरु दी कृपा राही। सो ये तीन जेडे अर्थ ने वो दद्दे नूं सिहारी दे ने। गुरु दी कृपा दे नाल, द्वारा अथवा राही, तिन्हां ने ही हजूर फरमाउंदे ने एक जाता, एक हरि अकाल पुरख वाहिगुरु जी नूं जान लिया है। उस नूं सुन लेना कुछ होर है, जान लेना कुछ होर है। किसी बंदे दा नाम लईए, कहंदा जी पहली बार ही सुनिया, मैं नहीं जानदा। जानना अते सुन लेना दोवें वख-वख विषय ने। सतगुरु जी बचन करते हैं, भाई जिस दा जस कह करके तेनू सुना रहे हैं, जिस दा जस तू अपनी रसना दे नाल जपदा है ना गुरु उपदेश राही, गुरु दी कृपा दे नाल सत संगी जना वडभागी जना ने उस एक निरंकार वाहिगुरु जी नू जान लिया है। किन्ना ने? जिन्हां दा मन भी तिस दे प्रेम दे अंदर रंगिया गया ते तन भी प्रेम दे अंदर रंगिया गया, उन्हां ने जानिया है। इस करके अपने मन नू, अपने तन नू रंग लैना कर तिस दे प्यार दी रंगत दे विच, सत संगत रूपी मट्टी दे विच पा करके, जिथे भगती रूपी सो रंग है, प्रेम रूपी जल है, ऐसी सत संगत रूपी मट्टी दे विच पा करके अपने मन तन नू रंग लैना कर। सतगुरु जी की कृपा दे द्वारा तू भी इस एक हरि अकाल पुरख वाहिगुरु जी नू जाता जान लवेगा, इस दे तक तेरी पहुंच हो जाएगी, अभेदता समाई हो जाएगी। इस प्रकार सतगुरु गरीब निवाज श्री गुरु अर्जन देव सच्चे पातशाह परोपकारी जी अमृत बाणी द्वारा श्री सुखमनी साहब जी जो सुखां दी मणी है, सबना दे मन नूं सुख देण वाली है, भोग मोख दी दाती है, पदार्थां दी दाती है, मुक्ति दी भी दाती है, अमृत उपदेश दी वर्खा कर रहे हैं जी। इथों तक 19 अष्टपदियां दी जो अखरी विचार आप श्रवण कर चुके हो। गरीब निवाज सतगुरां दे चरनां विखे बेनती करिए, सतगुरु सच्चे पातशाह जी कृपालता करो। साहिबे कमाल श्री गुरु गोबिंद सिंह साहब जी महाराज तख्तां ते सुभाईमान हो, गुरता गद्दी ते शोभनीक श्री गुरु ग्रंथ साहब जी महाराज साडी हाजरी दर परवान कर लवो। भुल्लां चुक्कां दी खिमा अगे वास्ते समत बख्शो। जो पढ़िया कथन कीता श्रवण कीता है साडे हिरदियां दे अंदर वसा करके सानू अपने दास अपने सेवक अपने सन्मुख बना लेना करो। सबना दियां कामनावां गुरमत अनुसार पूरियां करो। होइयां भुल्लां चुक्कां दी सतगुरु जी दी बख्शी हुई साध संगत ने भी कृपालता करके खिमा अगे वास्ते समत बख्शनी जी। 2 पंक्तियां पढ़ के समाप्ति है जी। मन तन अंतर एक प्रभु राता, गुर प्रसाद नानक एक जाता। वाहिगुरु जी का खालसा वाहिगुरु जी की फतेह। हे अच्युत हे पार ब्रह्म अविनाशी अगनास, हे पूरन हे सर्ब मैं दुख पंजन गुणतास। हे संगी हे निरंकार हे निर्गुण सब टेक। हे गोविंद हे गुण निधान जाकै सदा विवेक। हे अपरंपर हर हरे है पी होवनहार। हे संत कै सदा संग निधारा आधार। हे ठाकुर हो दासरो मैं निर्गुण गुण नहीं कोय। नानक दीजै नाम दान राखो हिय परोय।
आए प्रभ सरनागति कृपा निध दयाल एक अक्षर हर मन बसत नानक होत निहाल वाहिगुरु नाम जहाज है चढ़े सो उतरै पार जो सरदा कर सेव दे गुर पार उतारन हार कथा निता प्रत होत है सुनो सो सिंह सुजान नानक गुरु गोबिंद सिंह जी सदा कर कल्याण नानक गुरु गोबिंद सिंह जी सदा कर कल्याण। वाहिगुरु जी का खालसा वाहिगुरु जी की फतेह। गज के जयकारा जावे सो निहाल हो जावे। सत श्री अकाल।